ਜਿਹੜਾ ਫੀਟਲ ਮੈਡੀਸਿਨ ਸਪੈਸ਼ਲਿਸਟ ਹੈ ਉਸਨੇ ਸਿਰਫ ਇਸ ਬੱਚੇ ਨੂੰ ਨਹੀਂ ਦੇਖਣਾ ਹੈ, ਉਹ ਪੂਰੇ ਯੂਨਿਟ ਨੂੰ ਦੇਖ ਰਿਹਾ ਹੈ। ਉਹ ਮਾਂ ਨੂੰ ਦੇਖ ਰਿਹਾ ਹੈ, ਮਾਂ ਦੀ ਪਿਛਲੀ ਹਿਸਟਰੀ ਨੂੰ ਦੇਖ ਰਿਹਾ ਹੈ, ਮਾਂ ਦੀ ਪਿਛਲੀ ਪ੍ਰੈਗਨੈਂਸੀਜ਼ ਵਿੱਚ ਕੀ ਹੋਇਆ, ਮਾਂ ਤੇ ਪਿਓ ਦੇ ਪਰਿਵਾਰਾਂ ਵਿੱਚ ਕੀ ਹੋਇਆ। ਪਹਿਲੇ ਪ੍ਰੋਬਲਮ ਆਈਡੈਂਟੀਫਾਈ ਕੀਤੀ ਜਾਏ ਔਰ ਫਿਰ ਉਸ ਪ੍ਰੋਬਲਮ ਦਾ ਅਗਰ ਕੋਈ ਹੱਲ ਹੈਗਾ ਤਾਂ ਕਿ ਜਿਹੜਾ ਬੱਚਾ ਹੈ ਉਸ ਨੂੰ ਅੰਦਰ ਹੀ ਅਗਰ ਅਸੀਂ ਹੈਲਪ ਕਰ ਦਈਏ ਤਾਂ ਕਿ ਸਾਡੇ ਕੋਲ ਇੱਕ ਹੈਲਦੀ ਬੱਚਾ ਪੈਦਾ ਹੋਵੇ। ਦੁਨੀਆ ਨੂੰ ਜਿਹੜੇ ਠੀਕ ਠਾਕ ਲੋਕ ਹੈ ਨਾ ਉਹ ਸਾਹਮਣੇ ਦਿਖਦੇ ਨੇ, ਜਿਨ੍ਹਾਂ ਦੇ ਘਰ ਕੋਈ ਬਿਮਾਰ ਹੈ, ਕੋਈ ਖਤਮ ਹੋ ਗਿਆ, ਕਿਸੇ ਨੂੰ ਬਚਪਨ ਤੋਂ ਕੋਈ ਪ੍ਰੋਬਲਮ ਹੈ, ਕੋਈ ਬਾਹਰ ਹੀ ਨਹੀਂ ਨਿਕਲਿਆ, ਤੁਹਾਨੂੰ ਨਹੀਂ ਪਤਾ ਨਾ। ਸੋ ਦੁਨੀਆ ਵਿੱਚ ਬਹੁਤ ਹੋਰ ਚੀਜ਼ਾਂ ਹੈਗੀਆਂ। ਕਿਸੇ ਵੀ ਔਰਤ ਲਈ ਪ੍ਰੈਗਨੈਂਟ ਹੋਣਾ ਔਰ ਉਸ ਪ੍ਰੈਗਨੈਂਸੀ ਦਾ ਨੁਕਸਾਨ ਹੋਣਾ ਜਾਂ ਬੱਚਾ ਸਹੀ ਸਲਾਮਤ ਹੱਥ ਵਿੱਚ ਨਹੀਂ ਆਣਾ ਜਾਂ ਛੋਟੀ ਉਮਰ ਵਿੱਚ ਖਤਮ ਹੋ ਜਾਣਾ ਬਹੁਤ ਦੁਖਦਾਈ ਬਾਤ ਹੈ। तो अगर महीने वाली गल करा तो 3 महीने ਤੁਹਾਡੇ ਪੂਰੇ ਹੋ ਗਏ तो ਅਸੀਂ ਉਸ ਟਾਈਮ ਤੇ ਜਾਣਾ ਹੈ ਡਾਕਟਰ ਕੋਲ। ਇਸ ਟਾਈਮ ਤੇ ਬੱਚਾ ਜਿਹੜਾ ਹੈਗਾ ਮੈਂ ਮਰੀਜ਼ ਨੂੰ ਦੱਸਦੀ ਹਾਂ ਇੰਨਾ ਜਿਹਾ ਹੈਗਾ ਜਿਵੇਂ 6-7 ਸੈਂਟੀਮੀਟਰ ਦਾ ਬਿਲਕੁਲ ਹੈ ਨਾ। ਲੇਕਿਨ ਇਸ 6-7 ਸੈਂਟੀਮੀਟਰ ਵਿੱਚ ਬੱਚੇ ਦੇ ਸਾਰੇ ਅੰਗ ਬਣ ਗਏ ਹੁੰਦੇ ਕਿ ਬੱਚਾ ਜਿਹੜਾ ਹੈਗਾ ਬਾਲ ਵਰਗਾ ਹੈਗਾ ਜਿਹੜਾ ਪਾਣੀ ਵਿੱਚ ਨੱਚ ਰਿਹਾ ਹੈ, ਠੀਕ ਹੈ ਨਾ। ਮੈਂ ਬੱਚੇ ਨੂੰ ਪਿੱਛੇ ਪਿੱਛੇ ਭਜਣਾ ਉਸਦੇ, ਠੀਕ ਹੈ ਨਾ। ਬੱਚਾ ਸਿੱਧਾ ਹੋਏਗਾ ਤਾਂ ਮੈਂ ਇਹ ਦੇਖਾਂਗੀ, ਪੁੱਠਾ ਹੋਏਗਾ ਤਾਂ ਮੈਂ ਇਹ ਦੇਖਾਂਗੀ। ਕਈ ਵਾਰ ਤੁਹਾਡਾ ਬਲੱਡ ਪ੍ਰੈਸ਼ਰ ਆ ਜਿਹੜਾ ਸਿਰਫ ਇੱਕ ਸਟ੍ਰੈਸ ਕਰਕੇ ਹਾਈ ਹੋ ਜਾਂਦਾ ਹੈ ਨਾ, ਤੇ ਉਹ ਚੀਜ਼ ਦਾ ਬੱਚੇ ਦੀ ਸਿਹਤ ਤੇ ਕੀ ਅਸਰ ਹੁੰਦਾ ਹੈ। ਜਿਹੜੇ ਕਈ ਵਾਰੀ ਪੇਸ਼ੈਂਟਸ ਵਿਚਾਰੇ ਪਰੇਸ਼ਾਨ ਹੋ ਜਾਂਦੇ 9ਵੇਂ ਮਹੀਨੇ ਵਿੱਚ, ਚੱਲਣਾ ਫਿਰਨਾ ਮੁਸ਼ਕਿਲ ਹੈ, ਭਾਰ ਹੈ ਨਾ, ਛੇਤੀ ਡਿਲੀਵਰੀ ਕਰ ਦਿਓ ਜੀ, ਜਾਂ ਕਿਸੇ ਦਾ ਆਪਰੇਸ਼ਨ ਹੋਣਾ ਤਾਂ ਕਹਿੰਦਾ ਜੀ ਜਲਦੀ ਕਰ ਦਿਓ, ਹੁਣ ਤੇ ਬੱਚਾ ਪ੍ਰੀਮੈਚੁਰ ਨਹੀਂ ਹੈ। ਮੈਂ ਕਹਿੰਦੀ ਹਾਂ ਜਿਹੜਾ ਇੱਕ ਬੱਚਾ ਕਲਾਸ ਵਿੱਚ ਫਸਟ ਆਂਦਾ ਹੈ, ਇੱਕ ਐਵਰੇਜ ਹੈ, ਇੱਕ ਲੋਅਰ ਦੈਨ ਐਵਰੇਜ ਹੈ। ਜਿਹੜਾ ਫਸਟ ਆਂਦਾ ਹੈ ਨਾ ਉਹ ਪੂਰਾ 40 ਹਫ਼ਤਿਆਂ ਤੱਕ ਉਸਦੀ ਮਾਂ ਗਈ ਹੋਈ। ਪ੍ਰੀਮੈਚੁਰ ਡਿਲੀਵਰੀ ਦਾ ਰਿਸਕ ਕਿਉਂ ਹੁੰਦਾ, ਮਤਲਬ ਕਿੰਨਾ ਹਾਲਾਤਾਂ ਦੇ ਵਿੱਚ ਹੁੰਦਾ। ਅਗਰ ਤੁਸੀਂ ਪ੍ਰੈਗਨੈਂਸੀ ਪਲਾਨ ਕਰਨ ਵਾਲੇ ਹੋ, ਆਪਣਾ weight ਕੰਟਰੋਲ ਕਰੋ, ਫਿਜ਼ੀਕਲ ਐਕਟੀਵਿਟੀ ਕਰੋ। ਮਦਰ ਜਿਹੜੀ ਪ੍ਰੈਗਨੈਂਸੀ ਪਲਾਨ ਕਰਨ ਵਾਲੀਆਂ ਉਹਨਾਂ ਨੂੰ ਫੋਲਿਕ ਐਸਿਡ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ। ਫੋਲਿਕ ਐਸਿਡ ਇੱਕ ਸਿੰਪਲ ਵਿਟਾਮਿਨ ਦੀ ਟੈਬਲੇਟ ਹੈਗੀ ਹੈ ਜਿਹੜੀ ਕੁਛ ਇੱਕ ਡਿਫੈਕਟਸ ਹੁੰਦੇ ਨੇ ਰੀੜ ਦੀ ਹੱਡੀ ਦੇ ਕਨਾਲ ਦੇ ਔਰ ਬ੍ਰੇਨ ਦੇ, ਉਹਨਾਂ ਨੂੰ ਪ੍ਰੀਵੈਂਟ ਕਰਦੀ ਹੈਗੀ ਹੈ। ਤੇ ਉਨ ਕੰਟਰੀਜ਼ ਵਿੱਚ ਤੇ ਹੁਣ ਆਪਰੇਸ਼ਨ ਵੀ ਸ਼ੁਰੂ ਹੋ ਗਏ ਹਾਂਜੀ ਕਿ ਬੱਚੇ ਨੂੰ ਛਠੇ ਮਹੀਨੇ ਵਿੱਚ ਮਾਂ ਦਾ ਪੇਟ ਕੱਟ ਕੇ ਬੱਚੇ ਨੂੰ ਠੀਕ ਕਰਕੇ ਵਾਪਸ ਪੇਟ ਵਿੱਚ ਪਾਣਾ ਹੈ ਔਰ ਫਿਰ ਸਿਲ ਦੇਣਾ ਹੈ ਔਰ ਫਿਰ ਪ੍ਰੈਗਨੈਂਸੀ ਚਲਾਨੀ ਹੈ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਅਨਕਟ ਵੇਖ ਰਹੇ ਹੋ ਤੁਸੀਂ। ਤੇ ਅੱਜ ਦੀ ਮੁਲਾਕਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਇੰਟਰਵਿਊਜ਼, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜਿਹੜੀਆਂ ਸਿਹਤ ਨਾਲ ਜੁੜੀਆਂ ਹੋਈਆਂ ਮੁਲਾਕਾਤਾਂ ਹੁੰਦੀਆਂ ਨੇ ਉਹ ਬਹੁਤ ਸਾਰੇ ਲੋਕਾਂ ਤੱਕ ਪਹੁੰਚਣੀਆਂ ਜ਼ਰੂਰੀ ਹੁੰਦੀਆਂ ਨੇ। ਤੇ ਬਹੁਤ ਸਾਰੇ ਲੋਕ ਇਹਨਾਂ ਮੁਲਾਕਾਤਾਂ ਲਈ ਸੁਝਾਅ ਵੀ ਲਿਖਦੇ ਹੁੰਦੇ ਨੇ, ਆਪਣੇ ਪ੍ਰਸ਼ਨ ਵੀ ਲਿਖਦੇ ਹੁੰਦੇ ਨੇ, ਤੇ ਕਈ ਵਾਰੀ ਕੋਸ਼ਿਸ਼ ਕਰੀਦੀ ਹੈ ਕਿ ਉਹਨਾਂ ਪ੍ਰਸ਼ਨਾਂ ਦੇ ਉੱਤਰ ਵੀ ਅਸੀਂ ਤੁਹਾਨੂੰ ਦੇ ਸਕੀਏ। ਤੇ ਅੱਜ ਦੀ ਜਿਹੜੀ ਇਹ ਮੁਲਾਕਾਤ ਹੈ ਇਹ ਵੀ ਸਿਹਤ ਨਾਲ ਜੁੜੀ ਹੋਈ ਹੈ। ਅਸੀਂ ਬਹੁਤ ਸਾਰੇ ਲੋਕਾਂ ਨੇ ਗਾਇਨੋਕੋਲੋਜਿਸਟ ਨੂੰ ਬਹੁਤ ਵਾਰ ਮਿਲਿਆ ਹੁੰਦਾ ਜਾਂ ਜਾਣਿਆ ਹੁੰਦਾ, ਜਾਂ ਸਾਨੂੰ ਪਤਾ ਹੁੰਦਾ ਹੈ ਕਿ ਜਦੋਂ ਸਾਡੇ ਬੱਚਾ ਹੋ ਰਿਹਾ ਜਾਂ ਕੁੜੀਆਂ ਨੂੰ ਕੋਈ ਵੀ ਸਮੱਸਿਆ ਤਾਂ ਅਸੀਂ ਗਾਇਨੀ ਦੇ ਡਾਕਟਰ ਨੂੰ ਮਿਲਣਾ। ਪਰ ਇੱਕ ਨਵੀਂ ਚੀਜ਼ ਹੈ ਜਿਹੜੀ ਮੈਨੂੰ ਤਾਂ ਚਲੋ ਥੋੜਾ ਪਹਿਲਾਂ ਤੋਂ ਪਤਾ ਸੀਗਾ, ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਜਦੋਂ ਅਸੀਂ ਮਾਂ ਬਣਦੇ ਹਾਂ ਤਾਂ ਗਾਇਨੀ ਦੇ ਡਾਕਟਰ ਦੇ ਨਾਲ ਫੀਟਲ ਮੈਡੀਸਨ ਸਪੈਸ਼ਲਿਸਟ ਹੁੰਦੇ ਨੇ ਜਿਹੜੇ, ਉਹ ਵੀ ਸਾਡੀ ਉਸ ਪ੍ਰੈਗਨੈਂਸੀ ਨੂੰ ਦੇਖ ਰਹੇ ਹੁੰਦੇ ਨੇ। ਕਈ ਵਾਰੀ ਕਈ ਪ੍ਰੈਗਨੈਂਸੀ 'ਚ ਬਹੁਤ ਸਾਰੀਆਂ ਮੁਸ਼ਕਿਲਾਂ ਹੁੰਦੀਆਂ ਨੇ ਤੇ ਉਸ ਟਾਈਮ ਫੀਟਲ ਮੈਡੀਸਨ ਐਕਸਪਰਟ ਹੁੰਦੇ ਨੇ ਜਿਹੜੇ, ਉਹ ਬੱਚਾ ਜਿਹੜਾ ਮਾਂ ਦੇ ਅੰਦਰ ਪਲ ਰਿਹਾ ਉਹ ਉਹਨਾਂ ਦਾ ਮਰੀਜ਼ ਹੁੰਦਾ ਤੇ ਉਹ ਉਹਨੂੰ ਦੇਖ ਰਹੇ ਹੁੰਦੇ ਨੇ ਕਿ ਬੱਚੇ ਦੇ ਅੰਦਰ ਕੋਈ ਦਿੱਕਤਾਂ ਨਾ ਹੋਣ, ਜਾਂ ਫਿਰ ਜੇ ਤੁਹਾਨੂੰ ਕੁਛ ਜਿਹੜੀਆਂ ਆਪਾਂ ਕਹਿ ਦਿੰਦੇ ਹਾਂ ਜੈਨੇਟਿਕਲੀ ਸਾਡੀ ਸਿਹਤ ਦੇ ਅੰਦਰ ਸਮੱਸਿਆਵਾਂ ਹੁੰਦੀਆਂ ਨੇ, ਜੇ ਤੁਹਾਨੂੰ ਉਹ ਨੇ ਤਾਂ ਉਸ ਦੌਰਾਨ ਵੀ ਇਹਨਾਂ ਦੀ ਨਿਗਰਾਨੀ ਦੇ ਵਿੱਚ ਸਾਡਾ ਜਿਹੜਾ ਭਰੂਣ ਆ ਉਹ ਸਾਡੇ ਪੇਟ ਦੇ ਵਿੱਚ ਤੰਦਰੁਸਤੀ ਨਾਲ ਪਲੇ ਤਾਂ ਗਾਇਨੀ ਦੇ ਜਿਹੜੇ ਡਾਕਟਰ ਨੇ ਉਹ ਇਹਨਾਂ ਦੀ ਹੈਲਪ ਲੈਂਦੇ ਨੇ। ਇਸ ਵਿਸ਼ੇ ਨੂੰ ਆਪਾਂ ਬੜਾ ਅੱਜ ਡਿਟੇਲ 'ਚ ਜਾਣਾਂਗੇ ਕਿ ਇਹ ਹੈ ਕੀ, ਤੇ ਜਿਹੜੇ ਫੀਟਲ ਮੈਡੀਸਨ ਐਕਸਪਰਟ ਨੇ ਉਹ ਕੀ ਕਰਦੇ ਨੇ, ਉਹਨਾਂ ਦਾ ਕੰਮ ਕੀ ਆ, ਉਹਨਾਂ ਦੇ ਪ੍ਰੋਫੈਸ਼ਨ 'ਚ ਕਿਹੜੀਆਂ ਜਿਹੜੀਆਂ ਇਹ ਚੀਜ਼ਾਂ ਆਉਂਦੀਆਂ ਨੇ, ਇਹਦੇ ਤੇ ਆਪਾਂ ਅੱਜ ਵਿਸਥਾਰ ਨਾਲ ਗੱਲਬਾਤ ਕਰਦੇ ਹਾਂ। ਤੇ ਇਸ ਗੱਲਬਾਤ ਲਈ ਮੇਰੇ ਨਾਲ ਮਦਰਹੁੱਡ ਹਸਪੀਟਲ ਮੋਹਾਲੀ ਤੋਂ ਡਾਕਟਰ ਹਰਪ੍ਰੀਤ ਕੌਰ ਈਸ਼ਰ ਨੇ, ਜਿਹੜੇ ਕਿ ਪਹਿਲਾਂ ਗਾਇਨੀ ਦੇ ਡਾਕਟਰ ਸੀ ਤੇ ਹੁਣ ਪਲੱਸ ਉਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਹੈ ਫੀਟਲ
ਮੈਡੀਸਨ ਸਪੈਸ਼ਲਿਸਟ ਦੇ ਤੌਰ ਤੇ 8 ਸਾਲ ਹੋ ਗਏ ਉਹਨਾਂ ਨੂੰ ਇਸ profession ਦੇ ਵਿੱਚ, ਤੇ ਗਾਇਨੀ ਦੇ ਡਾਕਟਰ ਦੇ ਤੌਰ ਤੇ ਉਹਨਾਂ ਨੂੰ 20 ਸਾਲ ਹੋ ਚੁੱਕੇ ਨੇ। ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਸਤਿ ਸ਼੍ਰੀ ਅਕਾਲ ਸਤਿ ਮੈਮ, ਸ਼੍ਰੀ ਅਕਾਲ ਜੀ। ਥੈਂਕ ਯੂ ਰੁਪਿੰਦਰ। ਕਿਵੇਂ ਹੋ ਤੁਸੀਂ? ਬਸ ਜੀ ਬਹੁਤ ਵਧੀਆ, ਬਹੁਤ ਅੱਛਾ ਲੱਗਿਆ ਕਿ ਅਸੀਂ ਇਸ ਟੌਪਿਕ ਤੇ ਹੁਣ ਅੱਜ ਥੋੜੀ ਬਹੁਤੀ ਡਿਸਕਸ਼ਨ ਕਰਾਂਗੇ। ਹਾਂਜੀ, ਤੇ ਜਦੋਂ ਮੈਨੂੰ ਕਾਲ ਆਈ ਨਾ ਕਿ ਆਪਾਂ ਇਸ ਟੌਪਿਕ ਤੇ ਗੱਲਬਾਤ ਕਰਨੀ ਆ, ਤੇ ਮੈਂ ਥੋੜਾ ਬਹੁਤਾ ਜਾਣਦੀ ਸੀਗੀ, ਐਵੇਂ ਤੁਹਾਨੂੰ ਝੂਠ ਬੋਲਾਂ, ਪਰ ਮੈਨੂੰ ਬਹੁਤ ਜ਼ਿਆਦਾ ਨਹੀਂ ਸੀ ਪਤਾ। ਪਰ ਜਦੋਂ ਮੈਂ ਇਹਨੂੰ ਪੜ੍ਹਿਆ ਮੈਨੂੰ ਲੱਗਿਆ ਇਹ ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਹਨਾ, ਕਿ ਵੀ ਮੈਂ ਖੁਦ 2 ਵਾਰ ਮਾਂ ਬਣੀ ਆ, ਤੇ ਮੈਨੂੰ ਵੀ ਸਿਰਫ ਇੰਨਾ ਹੀ ਪਤਾ ਸੀਗਾ ਕਿ ਮੈਂ ਜਦੋਂ ਪ੍ਰੈਗਨੈਂਸੀ ਬਾਰੇ ਅਸੀਂ ਸੋਚਦੇ ਹਾਂ, ਮੈਨੂੰ ਲੱਗਦਾ ਸੋਚਣ ਤੋਂ ਪਹਿਲਾਂ ਵੀ ਨਹੀਂ, ਅਸੀਂ ਤਾਂ ਪ੍ਰੈਗਨੈਂਟ ਹੋਣ ਤੋਂ ਬਾਅਦ ਹੀ ਜਾਂਦੇ ਹਾਂ ਡਾਕਟਰ ਕੋਲੇ ਹਨਾ। ਬਿਲਕੁਲ। ਤੇ ਉਦੋਂ ਤੋਂ ਪਤਾ ਸੀਗਾ ਕਿ ਗਾਇਨੀ ਦੇ ਡਾਕਟਰ ਹੁੰਦੇ ਆ, ਪਰ ਜਦੋਂ ਇਹ ਨਵੀਂ ਇੱਕ ਚੀਜ਼ ਮੇਰੇ ਲਈ ਵੀ ਆਈ ਤਾਂ ਮੈਨੂੰ ਬੜੀ ਇੱਛਾ ਹੋਈ ਕਿ ਇਹਦੇ ਤੇ ਗੱਲਬਾਤ ਆਪਾਂ ਕਰੀਏ। ਸਭ ਤੋਂ ਪਹਿਲਾਂ ਮੈਂ ਸ਼ਾਇਦ ਦੱਸਣ 'ਚ ਗਲਤੀ ਕੀਤੀ ਹੋਵੇ ਜਾਂ ਖੁੱਲ ਕੇ ਮੈਂ ਉਹ ਚੀਜ਼ ਨਾ ਦੱਸ ਸਕੀ ਹਾਂ, ਮੈਨੂੰ ਇਹ ਦੱਸੋ ਕਿ ਫੀਟਲ ਜਿਹੜਾ ਮੈਡੀਸਨ ਐਕਸਪਰਟ ਆ ਜਾਂ ਸਪੈਸ਼ਲਿਸਟ ਆ, ਉਹਦਾ ਕੰਮ ਕੀ ਹੈ ਐਕਚੁਅਲ 'ਚ, ਉਹਦਾ ਮਤਲਬ ਉਹਦੀ ਪ੍ਰੈਕਟਿਸ ਕੀ ਹੈ? ਤੇ ਫੀਟਲ ਮੈਡੀਸਿਨ ਸਪੈਸ਼ਲਿਸਟ ਜਿਹੜਾ ਹੈਗਾ, ਫੀਟਸ ਆਪਣੀ ਮੈਡੀਕਲ ਜ਼ਬਾਨ ਵਿੱਚ ਅਸੀਂ ਕਹਿੰਦੇ ਆ ਜਦ 2 ਮਹੀਨੇ ਦੀ ਪ੍ਰੈਗਨੈਂਸੀ ਲੰਘ ਜਾਏ, ਠੀਕ ਹੈ, ਉਸ ਤੋਂ ਬਾਅਦ ਅਸੀਂ ਜਿਹੜਾ ਬੱਚਾ ਪੇਟ ਦੇ ਅੰਦਰ ਪਲ ਰਿਹਾ ਹੁੰਦਾ ਉਸਨੂੰ ਅਸੀਂ ਫੀਟਸ ਕਹਿੰਦੇ ਆ। ਇਹ ਫੀਟਸ ਸਾਡੀ ਨਿਗਰਾਨੀ ਵਿੱਚ ਰਹੇਗਾ ਫਿਰ ਜਦ ਤੱਕ ਇਸਦਾ ਜਨਮ ਨਹੀਂ ਹੁੰਦਾ, ਠੀਕ ਹੈ। ਫੀਟਲ ਮੈਡੀਸਿਨ ਦਾ ਜਿਹੜਾ ਮੇਜਰ ਉਸਦਾ ਪਿਲਰ ਹੈ, ਜੋ ਉਸਦੀ ਨੀਂਵ ਹੈ ਸਾਰਾ ਕੁਝ ਡਾਇਗਨੋਸ ਕਰਨ ਦੀ, ਉਹ ਅਲਟਰਾਸਾਊਂਡ ਤੇ ਡਿਪੈਂਡੈਂਟ ਹੈਗੀ ਹੈ। ਤੇ ਜਿਹੜਾ ਫੀਟਲ ਮੈਡੀਸਿਨ ਵਾਲਾ ਹੈ ਉਹ ਅਲਟਰਾਸਾਊਂਡ ਵਿੱਚ ਨਿਹਾਇਤ ਹੀ ਐਕਸਪਰਟ ਹੋਣਾ ਚਾਹੀਦਾ ਹੈ, ਔਰ ਬਹੁਤ ਪੇਸ਼ੈਂਸ ਨਾਲ ਉਸਨੂੰ ਅਲਟਰਾਸਾਊਂਡ ਕਰਨਾ ਹੁੰਦਾ ਹੈ। ਇੱਕ ਇੱਕ ਚੀਜ਼ ਦੇਖਣੀ ਹੁੰਦੀ ਹੈ ਬੱਚੇ ਦੀ, ਠੀਕ ਹੈ। ਉਸ ਅਲਟਰਾਸਾਊਂਡ ਦੇ ਬੇਸਿਸ ਦੇ ਉਸ ਦੇ ਨਾਲ ਕੁਛ ਇੱਕ ਖੂਨ ਦੇ ਟੈਸਟ ਹੁੰਦੇ ਹਨ, ਕੁਛ ਇੱਕ ਹੋਰ ਟੈਸਟ ਹੁੰਦੇ ਹਨ, ਉਹ ਸਾਰਾ ਕੁਛ ਮਿਲਾ ਕਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਇਨਸ਼ੋਰ ਕਰਨ ਦੀ, ਪੱਕਾ ਕਰਨ ਦੀ ਕਿ ਜਿਹੜਾ ਬੱਚਾ ਅੰਦਰ ਹੈਗਾ ਉਹ ਹੈਲਦੀ ਹੈਗਾ, ਉਹ ਠੀਕ ਗਰੋ ਕਰ ਰਿਹਾ, ਠੀਕ ਪਲ ਰਿਹਾ ਹੈ। ਇਹ ਜਿੰਨੇ ਵੀ ਅਸੀਂ ਟੈਸਟ ਕਰਦੇ ਹਾਂ, ਇਸ ਵਿੱਚ ਅਗਰ ਸਾਨੂੰ ਕੋਈ ਪ੍ਰੋਬਲਮ ਨਜ਼ਰ ਆਉਂਦੀ ਹੈ, ਫਿਰ ਅਸੀਂ ਇੱਕ ਅਲੱਗ ਲਾਈਨ ਵਿੱਚ ਪੈ ਜਾਂਦੇ ਹਾਂ ਕਿ ਹੋਰ ਕੀ ਟੈਸਟ ਕੀਤੇ ਜਾਣ। ਪਹਿਲੇ ਪ੍ਰੋਬਲਮ ਆਈਡੈਂਟੀਫਾਈ ਕੀਤੀ ਜਾਏ, ਔਰ ਫਿਰ ਉਸ ਪ੍ਰੋਬਲਮ ਦਾ ਅਗਰ ਕੋਈ ਹੱਲ ਹੈਗਾ, ਤਾਂ ਕਿ ਜਿਹੜਾ ਬੱਚਾ ਹੈ ਉਸਨੂੰ ਅੰਦਰ ਹੀ ਅਗਰ ਅਸੀਂ ਹੈਲਪ ਕਰ ਦਈਏ, ਤਾਂ ਕਿ ਸਾਡੇ ਕੋਲ ਇੱਕ ਹੈਲਦੀ ਬੱਚਾ ਪੈਦਾ ਹੋਏ। ਸੋ ਜਿਹੜਾ ਫੀਟਲ ਮੈਡੀਸਿਨ ਸਪੈਸ਼ਲਿਸਟ ਹੈ, ਉਸਨੇ ਸਿਰਫ ਇਸ ਬੱਚੇ ਨੂੰ ਨਹੀਂ ਦੇਖਣਾ, ਉਹ ਪੂਰੇ ਯੂਨਿਟ ਨੂੰ ਦੇਖ ਰਿਹਾ ਹੈ। ਉਹ ਮਾਂ ਨੂੰ ਦੇਖ ਰਿਹਾ ਹੈ, ਮਾਂ ਦੀ ਪਿਛਲੀ ਹਿਸਟਰੀ ਨੂੰ ਦੇਖ ਰਿਹਾ ਹੈ, ਮਾਂ ਦੀ ਪਿਛਲੀ ਪ੍ਰੈਗਨੈਂਸੀਜ਼ ਵਿੱਚ ਕੀ ਹੋਇਆ, ਮਾਂ ਤੇ ਪਿਓ ਦੇ ਪਰਿਵਾਰਾਂ ਵਿੱਚ ਕੀ ਹੋਇਆ, ਉਹ ਸਾਰੀ ਇਨਫੋਰਮੇਸ਼ਨ ਉਸਨੇ ਆਪਣੇ ਦਿਮਾਗ ਵਿੱਚ ਰੱਖਣੀ ਹੈਗੀ ਹੈ। ਫਿਰ ਉਸਨੂੰ ਇਸ ਬੱਚੇ ਨੂੰ ਦੇਖਣਾ ਹੈ, ਔਰ ਇਸ ਬੱਚੇ ਨੂੰ ਉਹ ਇੱਕ ਵਾਰੀ ਨਹੀਂ ਦੇਖੇਗਾ, ਕਾਫੀ ਵਾਰੀ ਅਲਟਰਾਸਾਊਂਡ ਪ੍ਰੈਗਨੈਂਸੀ ਵਿੱਚ ਕਰੇਗਾ, ਔਰ ਹਰ ਵਾਰੀ ਅਲਟਰਾਸਾਊਂਡ ਦਾ ਮਕਸਦ ਕੁਝ ਹੋਰ ਹੁੰਦਾ ਹੈ। ਪੇਸ਼ੈਂਟਸ ਕਈ ਵਾਰੀ ਜਦ ਆਉਂਦੇ ਹਨ, ਉਹਨਾਂ ਦੇ ਦਿਮਾਗ ਵਿੱਚ ਇੱਕ ਡਰ ਹੁੰਦਾ ਹੈ ਕਿ ਇੰਨੀ ਵਾਰੀ ਅਲਟਰਾਸਾਊਂਡ ਹੋ ਰਹੇ ਹਨ, ਕੋਈ ਨੁਕਸਾਨ ਤੇ ਨਹੀਂ ਹੈ। ਸਾਡੇ ਮਾਂ-ਪਿਓ ਦੇ, ਬਜ਼ੁਰਗਾਂ ਦੇ, ਉਹਨਾਂ ਦੇ ਤੇ ਕਦੇ ਕੁਝ ਵੀ ਨਹੀਂ ਹੋਇਆ, ਸਭ ਕੁਝ ਠੀਕ ਠਾਕ ਹੋਇਆ। ਦੁਨੀਆ ਨੂੰ ਜਿਹੜੇ ਠੀਕ ਠਾਕ ਲੋਕ ਹਨ ਨਾ, ਉਹ ਸਾਹਮਣੇ ਦਿਖਦੇ ਹਨ, ਜਿਨ੍ਹਾਂ ਦੇ ਘਰ ਕੋਈ ਬਿਮਾਰ ਹੈ, ਕੋਈ ਖਤਮ ਹੋ ਗਿਆ, ਕਿਸੇ ਨੂੰ ਬਚਪਨ ਤੋਂ ਕੋਈ ਪ੍ਰੋਬਲਮ ਹੈ, ਕੋਈ ਬਾਹਰ ਹੀ ਨਹੀਂ ਨਿਕਲਿਆ, ਤੁਹਾਨੂੰ ਨਹੀਂ ਪਤਾ ਨਾ। ਸੋ ਦੁਨੀਆ ਵਿੱਚ ਬਹੁਤ ਹੋਰ ਚੀਜ਼ਾਂ ਹੈਗੀਆਂ, ਲੇਕਿਨ ਇਹ ਮਕਸਦ ਹੈਗਾ ਸਾਰਾ ਕਿ ਅਸੀਂ ਸ਼ੁਰੂ ਤੋਂ ਦੇਖੀਏ, ਸ਼ੁਰੂ ਤੋਂ ਪਕੜੀਏ, ਹੱਲ ਅਗਰ ਉਸਦਾ ਹੋ ਸਕਦਾ ਉਸਦਾ ਹੱਲ ਕੱਢੀਏ, ਔਰ ਫਿਰ ਅੱਗੇ ਪੇਰੈਂਟਸ ਨੂੰ ਔਰ ਫੈਮਿਲੀ ਨੂੰ ਕਾਉਂਸਲ ਕਰੀਏ ਕਿ ਡਿਲੀਵਰੀ ਤੋਂ ਬਾਅਦ ਕੀ ਚੀਜ਼ਾਂ ਕਰਨੀਆਂ, ਤਾਂ ਕਿ ਇਸ ਚੀਜ਼ ਨੂੰ ਅਸੀਂ ਸੋਲਵ ਕਰੀਏ, ਡਿਪੈਂਡਿੰਗ ਅਪਨ ਇਫ ਵੀ ਹੈਵ ਦ ਪ੍ਰੋਬਲਮ। ਮੋਸਟ ਆਫ ਦ ਟਾਈਮਸ ਸਭ ਕੁਝ ਠੀਕ ਹੀ ਹੁੰਦਾ ਹੈ, ਕੁਝ ਪਰਸੈਂਟੇਜ ਹੁੰਦੀ ਹੈ ਜਿਸ ਵਿੱਚ ਪ੍ਰੋਬਲਮ ਹੋ ਸਕਦੀ ਹੈ। ਸੋ ਇਸ ਕਰਕੇ ਇਹ ਮਕਸਦ ਹੈ। ਔਰ ਕਈ ਵਾਰੀ ਕੁਝ ਪਰਿਵਾਰਾਂ ਵਿੱਚ ਕੁਝ ਚੀਜ਼ ਬਾਰ-ਬਾਰੀ ਕਿਸੇ ਵੀ ਔਰਤ ਲਈ ਪ੍ਰੈਗਨੈਂਟ ਹੋਣਾ ਔਰ ਉਸ ਪ੍ਰੈਗਨੈਂਸੀ ਦਾ ਨੁਕਸਾਨ ਹੋਣਾ, ਜਾਂ ਬੱਚਾ ਸਹੀ ਸਲਾਮਤ ਹੱਥ ਵਿੱਚ ਨਹੀਂ ਆਣਾ, ਜਾਂ ਛੋਟੀ ਉਮਰ ਵਿੱਚ ਖਤਮ ਹੋ ਜਾਣਾ, ਬਹੁਤ ਦੁਖਦਾਈ ਬਾਤ ਹੈ। ਤੋ ਔਰ ਕਈ ਵਾਰੀ ਸਾਡੇ ਕੋਲ ਜਿਸ ਤਰ੍ਹਾਂ ਦਾ ਪੇਸ਼ੈਂਟ ਆਉਂਦਾ ਹੈ, ਔਰ ਅਗਰ ਉਸਦੀ ਪਿਛਲੀ ਕੋਈ ਤਹਿਕੀਕਾਤ ਹੀ ਨਹੀਂ ਹੋਈ ਹੈ ਕਿ ਇਸ ਤਰ੍ਹਾਂ ਕਿਉਂ ਹੋਇਆ, ਉਹ ਸਾਡੇ ਲਈ ਔਰ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿ ਇਸ ਦੀ ਕੀ ਵਜ੍ਹਾ ਹੈ, ਇਸ ਪ੍ਰੈਗਨੈਂਸੀ ਵਿੱਚ ਮੈਨੂੰ ਹੋਰ ਕੀ ਦੇਖਣਾ ਹੈ ਕਿ ਇਹ ਚੀਜ਼ ਦੁਬਾਰਾ ਤੇ ਨਹੀਂ ਹੋ ਰਹੀ ਹੈ। ਸੋ ਇਸ ਕਰਕੇ ਜਦ ਅਸੀਂ ਅਲਟਰਾਸਾਊਂਡ ਕਰ ਰਹੇ ਹੁੰਦੇ ਹਾਂ, ਅਸੀਂ ਸਿਰਫ ਅਲਟਰਾਸਾਊਂਡ ਨਹੀਂ ਕਰ ਰਹੇ ਹੁੰਦੇ, ਦਿਮਾਗ ਵਿੱਚ ਇੱਕ ਕੰਟੀਨਿਊਸ ਇੱਕ ਸਵਾਲਾਂ ਦੀ ਰੀਲ ਚੱਲ ਰਹੀ ਹੁੰਦੀ ਹੈ, ਇਹ ਚੀਜ਼ ਦੇਖਣੀ ਹੈ, ਇਹ ਚੀਜ਼ ਦੇਖਣੀ ਹੈ, ਇਸ ਦਾ ਕੀ ਮਤਲਬ ਹੈ। ਸੋ ਅੱਗੇ ਹੁਣ
ਤੁਸੀਂ ਜਿਸ ਤਰ੍ਹਾਂ ਮੈਨੂੰ ਪੁੱਛਦੇ ਹੋ ਫਿਰ ਮੈਂ ਹੋਰ ਦੱਸਦੀ ਮੈਂ ਹਾਂ। ਜਿਵੇਂ ਸਭ ਤੋਂ ਪਹਿਲਾਂ ਤੁਸੀਂ ਇਹੀ ਕਿਹਾ ਕਿ ਜਦੋਂ ਵੀ ਤੁਹਾਡੇ ਕੋਲ ਕੋਈ ਆਉਂਦਾ ਤਾਂ ਅਸੀਂ ਦੇਖਣਾ ਹੁੰਦਾ ਕਿ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਤਾਂ ਨਹੀਂ ਕੁਝ ਹੋਇਆ ਨਾ, ਕਿਉਂਕਿ ਵਾਕਈ ਜਦੋਂ ਕੋਈ ਬੱਚਾ ਨਾਰਮਲ ਪੈਦਾ ਹੁੰਦਾ ਹੈ ਤਾਂ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਸੀ। ਜਿਵੇਂ ਮੈਂ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕੀਤੀ ਸੀ ਕਿ ਮੇਰੇ ਨੇਬਰ 'ਚ 2 ਬੱਚੇ ਹੈ, ਉਹਨਾਂ ਦੇ ਫਾਦਰ 'ਚ ਸਭ ਨੂੰ ਦੇਖਣ ਨੂੰ ਸਮੱਸਿਆ ਪਤਾ ਚੱਲਦੀ ਹੈ, ਪਰ ਫਿਰ ਵੀ ਉਹਨਾਂ ਨੇ ਇੱਕ ਮਤਲਬ ਬੜੇ ਨੋਨ ਗਾਇਨੀ ਦੇ ਡਾਕਟਰ ਨੇ ਉਹਨਾਂ ਦੇ ਦੋਨੋਂ ਵਾਰੀ ਨਾ ਪ੍ਰੈਗਨੈਂਸੀ ਦੇਖੀ ਔਰ ਉਹਨਾਂ ਦੀ ਡਿਲੀਵਰੀਜ਼ ਕੀਤੀਆਂ। ਇਹ ਜਿਹੜੀਆਂ ਛੋਟੀਆਂ-ਛੋਟੀਆਂ ਗਲਤੀਆਂ ਨੇ ਕਿ ਗਾਇਨੀ ਦੇ ਜਿਹੜੇ ਡਾਕਟਰ ਨੇ ਉਹਨਾਂ ਦੀ ਪਕੜ 'ਚ ਨਹੀਂ ਆਉਂਦੀਆਂ ਕਿ ਜੇ ਫਾਦਰ 'ਚ ਪ੍ਰੋਬਲਮ ਹੈ ਜਾਂ ਮਦਰ 'ਚ, ਕਿ ਉਹ ਸਾਡੀ ਹਿਸਟਰੀ ਨਹੀਂ ਲੈਂਦੇ। ਦੇਖੋ ਇਸ ਤਰ੍ਹਾਂ ਹੈਗਾ ਕਿ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਬਟ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਅਵੇਅਰਨੈਸ ਬੜੀ ਜ਼ਰੂਰੀ ਹੈ। ਜਦ ਪੇਸ਼ੈਂਟ ਆਉਂਦੇ ਨੇ ਔਰ ਉਹਨਾਂ ਨੂੰ ਮੈਂ ਅਗਰ ਇਹ ਲਫ਼ਜ਼ ਇਸਤੇਮਾਲ ਕਰਦੀ ਹਾਂ ਜੈਨੇਟਿਕ, ਤੇ ਪੇਸ਼ੈਂਟ ਸੋਚਦਾ ਹੈ ਜੈਨੇਟਿਕ ਦਾ ਮਤਲਬ ਹੈ ਜਿਹੜਾ ਖਾਨਦਾਨੀ ਚੀਜ਼ ਕੋਈ ਚੱਲ ਰਹੀ ਹੈ, ਸਾਰੇ ਠੀਕ ਹਨ, ਸਾਨੂੰ ਕੋਈ ਜੈਨੇਟਿਕ ਪ੍ਰੋਬਲਮ ਨਹੀਂ ਹੈ। ਲੇਕਿਨ ਫਿਰ ਮੈਂ ਪੇਸ਼ੈਂਟ ਨੂੰ ਸਮਝਾਉਂਦੀ ਹਾਂ ਕਿ ਜਦ ਇੱਕ ਬੱਚਾ ਬਣਦਾ ਹੈਗਾ, ਇੱਕ ਕੁੰਡਲੀ ਮਾਂ ਤੋਂ ਆਉਂਦੀ ਹੈ, ਇੱਕ ਕੁੰਡਲੀ ਪਿਓ ਤੋਂ ਆਉਂਦੀ ਹੈ, ਇਹ ਦੋਨੋਂ ਮਿਲ ਕੇ ਬੱਚੇ ਦੀ ਜੈਨੇਟਿਕ ਕੁੰਡਲੀ ਬਣਾਉਂਦੇ ਹਨ। ਆਮ ਤੌਰ ਤੇ ਅੱਜ ਕੱਲ੍ਹ ਬੱਚੇ ਕੰਪਿਊਟਰਸ ਪੜ੍ਹਦੇ ਹਨ, ਕੋਡਿੰਗ ਕਰਦੇ ਹਨ, ਅਸੀਂ ਕਹਿੰਦੇ ਹਾਂ ਕਿ ਇਹ ਜੈਨੇਟਿਕ ਕੋਡ ਬਣ ਗਿਆ ਬੱਚੇ ਦਾ। ਅਗਰ ਇਹ ਜੈਨੇਟਿਕ ਕੋਡ, ਮਾਨੋ ਮੇਰੀ 4 ਉਂਗਲੀਆਂ ਇਸ ਤਰ੍ਹਾਂ ਹਨ, ਅਗਰ ਇੱਕ ਉਂਗਲੀ ਮਿਸਿੰਗ ਹੋ ਜਾਏ ਜਾਂ ਇਹ ਵਾਲੀ ਉਂਗਲੀ ਇਸ ਪਾਸੇ ਆ ਜਾਏ ਤਾਂ ਉਹ ਕੋਡ ਬਦਲ ਗਿਆ। ਜਦ ਕੋਡ ਬਦਲ ਗਿਆ, ਉਹ ਬੱਚੇ ਨੂੰ ਕਿਸੇ ਵੀ ਤਰੀਕੇ ਨਾਲ ਇਫੈਕਟ ਕਰ ਸਕਦਾ ਹੈ। ਕਿਸ ਤਰੀਕੇ ਨਾਲ? ਕਿਸੇ ਲੇਡੀ ਦੇ ਅਬੋਰਸ਼ਨਸ ਹੋ ਸਕਦੇ ਹਨ, ਕਿਸੇ ਲੇਡੀ ਦਾ ਬੱਚਾ ਪੈਦਾਇਸ਼ ਤੋਂ ਬਾਅਦ ਖਤਮ ਹੋ ਸਕਦਾ ਹੈ, ਕਿਸੇ ਦੇ ਬੱਚੇ ਵਿੱਚ ਕੋਈ ਸਟਰਕਚਰਲ ਡਿਫੈਕਟਸ ਮਤਲਬ ਕਿ ਸ਼ਾਰੀਰਿਕ ਕੋਈ ਡਿਫੈਕਟ ਹੋ ਸਕਦਾ ਹੈ, ਕਿਸੇ ਦੇ ਬੱਚਾ ਵੈਸੇ ਤੰਦਰੁਸਤ ਹੋਏਗਾ ਲੇਕਿਨ ਜਿਸ ਤਰ੍ਹਾਂ ਵਧੇਗਾ ਉਸਦੀ ਦਿਮਾਗੀ ਤਾਕਤ ਕਮਜ਼ੋਰ ਹੋਏਗੀ। ਠੀਕ ਹੈ, ਤੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ ਜੈਨੇਟਿਕ ਕੁੰਡਲੀ ਹੈ ਇਹ ਮਾਪਿਓ ਤੋਂ ਮਿਲਦੀ ਹੈ। 1+1 2, 1+1 2 ਕਈ ਵਾਰੀ ਨਹੀਂ ਹੁੰਦਾ, ਕਈ ਵਾਰੀ ਉਸ ਵਿੱਚ ਅਗਰ ਕੁਝ ਪਲੱਸ ਮਾਈਨਸ ਹੋ ਜਾਏ ਤੇ ਇਸ ਤਰ੍ਹਾਂ ਹੋ ਸਕਦਾ ਹੈ। ਦੂਸਰੀ ਚੀਜ਼, ਅਸੀਂ ਸਾਰੇ ਲੋਕ ਸਹੀ ਪੂਰੀ ਸਾਬੁਤ ਸੂਰਤ ਨਾਲ ਸਹੀ ਠੀਕ ਲੱਗਦੇ ਹਾਂ, ਲੇਕਿਨ ਅਸੀਂ ਵੀ ਆਪਣੀ ਜਿਹੜੀ ਕੁੰਡਲੀ ਕੈਰੀ ਕਰ ਰਹੇ ਹਾਂ ਉਸ ਵਿੱਚ ਕਈ ਮਾੜਾ ਮੋਟਾ ਕੋਈ ਡਿਫੈਕਟ ਹੋ ਸਕਦਾ ਜਿਹੜਾ ਸਾਨੂੰ ਕੋਈ ਦਿਖਾਈ ਨਹੀਂ ਦਿੰਦਾ। ਲੇਕਿਨ ਅਗਰ ਇਹ ਮਾਂ ਵਿੱਚ ਵੀ ਹੋਏ ਔਰ ਪਿਓ ਵਿੱਚ ਵੀ ਹੋਏ ਫਿਰ ਇਹ ਬੱਚੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਸੋ ਇਸ ਕਰਕੇ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਖਾਨਦਾਨ ਵਿੱਚ ਤੇ ਇਸ ਤਰ੍ਹਾਂ ਕਦੇ ਕੁਝ ਸੁਣਿਆ ਨਹੀਂ, ਹੋਇਆ ਨਹੀਂ, ਸਾਡੇ ਨਾਲ ਕਿਉਂ ਹੋਇਆ, ਜਾਂ ਆਮ ਤੌਰ ਤੇ ਮਾਂ ਨੂੰ ਬੜਾ ਬੁਰਾ ਲੱਗਦਾ ਕਿ ਮੈਂ ਕੁਝ ਗਲਤ ਕੀਤਾ, ਮੈਂ ਧਿਆਨ ਨਹੀਂ ਰੱਖਿਆ ਆਪਣੀ ਪ੍ਰੈਗਨੈਂਸੀ ਦਾ। ਤੇ ਇਸ ਕਰਕੇ ਇਹ ਸੋਚ ਨਹੀਂ ਹੈ। ਕਹਿਣ ਦਾ ਮਤਲਬ ਹੈ ਕਿ ਜਦ ਸਭ ਤੋਂ ਪਹਿਲੇ ਇੱਕ ਫੀਟਲ ਮੈਡੀਸਿਨ ਡਾਕਟਰ ਕੋਲ ਤੁਸੀਂ ਸਭ ਤੋਂ ਪਹਿਲੇ ਆਓਗੇ ਜਦ ਤੁਹਾਡੀ ਪ੍ਰੈਗਨੈਂਸੀ 3 ਮਹੀਨੇ ਦੀ ਹੋ ਜਾਏਗੀ। ਉਸ ਅਲਟਰਾਸਾਊਂਡ ਨੂੰ ਅਸੀਂ ਕਹਿੰਦੇ ਹਾਂ ਐਂਟੀ ਸਕੈਨ ਕਹਿੰਦੇ ਆ ਆਮ ਤੌਰ ਤੇ ਮੈਡੀਕਲ ਲੈਂਗੁਏਜ ਵਿੱਚ, ਬਟ ਯੂਜੂਅਲੀ ਬੜੇ ਆਮ ਤੌਰ ਤੇ ਕਈ ਵਾਰੀ ਡਾਕਟਰ ਨੂੰ ਸ਼ਾਇਦ ਇਨਫੋਰਮੇਸ਼ਨ ਨਹੀਂ ਹੁੰਦੀ, ਉਹਨਾਂ ਨੇ ਪੇਸ਼ੈਂਟ ਨੂੰ ਦੱਸਿਆ ਨਹੀਂ ਹੁੰਦਾ ਕਿ ਇਹ ਅਲਟਰਾਸਾਊਂਡ ਕਰਾਉਣਾ ਜ਼ਰੂਰੀ ਹੈਗਾ। ਠੀਕ ਹੈ, ਤੇ ਜਦ ਤੀਜਾ ਮਹੀਨਾ ਪ੍ਰੈਗਨੈਂਸੀ ਦਾ ਪੂਰਾ ਹੋ ਜਾਂਦਾ ਹੈ, ਉਸ ਟਾਈਮ ਤੇ ਮੇਰੀ ਦਰਖਾਸਤ ਹੈ ਸਾਰੀ ਪ੍ਰੈਗਨੈਂਟ ਲੇਡੀਜ਼ ਨੂੰ ਕਿ ਤੁਸੀਂ ਇਹ ਵਾਲਾ ਅਲਟਰਾਸਾਊਂਡ ਜ਼ਰੂਰ ਜਾ ਕੇ ਕਰਾਓ ਫੀਟਲ ਮੈਡੀਸਿਨ ਸਪੈਸ਼ਲਿਸਟ। ਕਿਉਂ ਜ਼ਰੂਰੀ ਹੁੰਦਾ? ਇਸ ਲਗਭਗ ਅਸੀਂ ਕਹਿੰਦੇ ਹਾਂ ਕਿ ਇਸ ਟਾਈਮ ਤੇ ਬੱਚਾ ਲਗਭਗ 12 ਹਫ਼ਤੇ ਦੀ ਪ੍ਰੈਗਨੈਂਸੀ ਹੁੰਦੀ ਹੈ। ਅਸੀਂ ਐਜ਼ ਡਾਕਟਰਸ ਨਾ ਅਸੀਂ ਹਫ਼ਤਿਆਂ ਵਿੱਚ ਗੱਲ ਕਰਦੇ ਹਾਂ, ਮਰੀਜ਼ ਜਿਹੜਾ ਹੈਗਾ ਉਹ ਪ੍ਰੈਗਨੈਂਸੀ ਮਹੀਨਿਆਂ ਵਿੱਚ ਮਹੀਨੇ ਤੋਂ ਅਗਰ ਮਹੀਨੇ ਵਾਲੀ ਗੱਲ ਕਰਾਂ ਤੇ 3 ਮਹੀਨੇ ਤੁਹਾਡੇ ਪੂਰੇ ਹੋ ਗਏ ਤਾਂ ਅਸੀਂ ਉਸ ਟਾਈਮ ਤੇ ਜਾਣਾ ਹੈ ਡਾਕਟਰ ਕੋਲ। ਇਸ ਟਾਈਮ ਤੇ ਬੱਚਾ ਜਿਹੜਾ ਹੈਗਾ, ਮੈਂ ਮਰੀਜ਼ ਨੂੰ ਦੱਸਦੀ ਹਾਂ ਇੰਨਾ ਜਿਹਾ ਹੈਗਾ ਜਿਵੇਂ 6-7 ਸੈਂਟੀਮੀਟਰ ਦਾ, ਬਿਲਕੁਲ ਹੈ ਨਾ। ਲੇਕਿਨ ਇਸ 6-7 ਸੈਂਟੀਮੀਟਰ ਵਿੱਚ ਬੱਚੇ ਦੇ ਸਾਰੇ ਅੰਗ ਬਣ ਗਏ ਹੁੰਦੇ ਹਨ। ਅੱਛਾ ਜੀ, ਠੀਕ ਹੈ, ਉਸਦਾ ਪੂਰਾ ਸਰੂਪ ਤਿਆਰ ਹੈ, ਉਸ ਦੀ ਮੈਚੁਰੇਸ਼ਨ ਡਿਵੈਲਪਮੈਂਟ ਹੋਰ ਅੱਗੇ ਹੋਣੀ ਹੈ ਜਿਸ ਤਰ੍ਹਾਂ ਪ੍ਰੈਗਨੈਂਸੀ ਵਧੇਗੀ। ਠੀਕ ਹੈ, ਤੇ ਇਹ ਵਾਲਾ ਜਿਹੜਾ ਸਕੈਨ ਹੈ ਐਂਟੀ ਸਕੈਨ, ਇਸ ਵਿੱਚ ਸਭ ਤੋਂ ਪਹਿਲੇ ਤੇ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਬੱਚੇ ਦੀ ਗਰੋਥ ਹੈ ਜਿੰਨਾ ਉਸ ਟਾਈਮ ਤੇ ਹੋਣੀ ਚਾਹੀਦੀ ਹੈ ਉਹ ਹੈ ਕਿ ਨਹੀਂ। ਤੇ ਉਸ ਟਾਈਮ ਤੇ ਅਸੀਂ ਪ੍ਰੈਗਨੈਂਸੀ ਦੀ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਤਾਰੀਖਾਂ ਪੱਕੀ ਕਰ ਦਿੰਦੇ ਹਾਂ ਕਿ ਬਸ ਇਹ ਤੁਹਾਡੀ ਡਿਲੀਵਰੀ ਦੀ ਤਾਰੀਖ ਹੈ। ਠੀਕ ਹੈ, ਉਸ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਦ ਅਸੀਂ ਅੱਗੇ ਇਸ ਬੱਚੇ ਨੂੰ ਦੇਖਦੇ ਹਾਂ, ਅਗਰ ਇਹ ਬੱਚਾ ਮੈਨੂੰ 6 ਮਹੀਨੇ ਦੇ ਟਾਈਮ ਤੇ 5 ਮਹੀਨੇ ਦਾ ਲੱਭੇ ਤੇ ਮੈਨੂੰ ਪਤਾ ਚੱਲ ਜਾਏਗਾ ਇਸਦੀ ਗਰੋਥ ਘਟ ਗਈ ਹੈ। ਠੀਕ ਹੈ ਨਾ, ਫਿਰ ਉਹ ਅਲੱਗ ਇਸ਼ੂ ਹੈ, ਉਹ ਮੈਂ ਅਲੱਗ ਨਜ਼ਰ ਨਾਲ ਦੇਖਣਾ ਫਿਰ। ਸੋ ਸਭ ਤੋਂ ਪਹਿਲੇ ਅਸੀਂ ਗਰੋਥ ਦੇਖਦੇ ਹਾਂ। ਦੂਜਾ, ਇਸ ਟਾਈਮ ਤੇ ਸਾਨੂੰ ਬੜੇ ਅੱਛੇ ਤਰੀਕੇ ਨਾਲ ਪਤਾ ਚੱਲ ਜਾਂਦਾ ਹੈਗਾ ਕਿ 1 ਹੈ, 2 ਹੈ, 3 ਹੈਗੀ ਹੈ, ਕਿੰਨੀ ਪ੍ਰੈਗਨੈਂਸੀ ਅੰਦਰ ਪਲ ਰਹੀ ਹੈਗੀਆਂ, ਔਰ ਕੱਲੇ ਆਪਣੇ ਅਲੱਗ-ਅਲੱਗ ਕਮਰੇ ਵਿੱਚ ਹੈਗੀਆਂ ਕਿ ਸਾਰੇ ਇੱਕੋ ਕਮਰੇ ਵਿੱਚ ਹੈਗੀਆਂ। ਇਹਦੇ ਤੇ ਵੀ ਆਪਾਂ ਗੱਲ ਕਰਨੀ ਆ। ਠੀਕ ਹੈ, ਤੀਜੀ ਚੀਜ਼ ਹੈ ਡਾਊਨ ਸਿੰਡਰੋਮ।
ਠੀਕ ਹੈ। ਡਾਊਨ ਸਿੰਡਰੋਮ ਜਿਹੜਾ ਹੈਗਾ, ਮੇਰੇ ਖਿਆਲ ਨਾਲ ਇਸ ਦਾ ਕੋਈ ਹਿੰਦੀ ਵਿੱਚ ਲਫ਼ਜ਼ ਜਾਂ ਪੰਜਾਬੀ ਵਿੱਚ ਕੋਈ ਲਫ਼ਜ਼ ਨਹੀਂ ਹੈ। ਇੱਕ ਦਿਮਾਗੀ ਮੈਂਟਲ ਰਿਟਾਰਡੇਸ਼ਨ, ਦਿਮਾਗੀ ਕਮਜ਼ੋਰੀ ਦਾ ਮੋਸਟ ਕਾਮਨ ਰੀਜ਼ਨ ਹੈਗਾ, ਸਭ ਤੋਂ ਹਾਂਜੀ ਕਾਮਨ। ਇਹ ਅਸੀਂ ਕਹਿੰਦੇ ਹਾਂ ਲਗਭਗ ਹਰ 700 ਲੇਡੀਜ਼ ਤੋਂ ਬਾਅਦ ਇੱਕ ਲੇਡੀ ਨੂੰ ਹੋ ਸਕਦਾ ਹੈ। ਹਾਂਜੀ ਠੀਕ ਹੈ। ਇਸ ਦਾ ਓਨਲੀ ਰਿਸਕ ਜਿਹੜਾ ਇਹ ਰਿਸਕ ਵਧਾਉਂਦਾ ਹੈ ਉਹ ਹੈ ਮਦਰ ਦੀ ਏਜ। ਜੈਸੇ ਜੈਸੇ ਮਦਰ ਦੀ ਏਜ ਵੱਧਦੀ ਜਾਂਦੀ ਹੈ, ਅੱਜ ਕੱਲ ਵੈਸੇ ਵੀ ਵੱਡੀ ਉਮਰ ਹਾਂ ਲੋਕ ਵਿਆਹ ਹੋ ਰਹੇ ਨੇ। ਹਾਂ ਸੋ ਤੋ ਇਸ ਕਰਕੇ ਬੜੇ ਸਾਲਾਂ ਤੋਂ ਪੂਰੀ ਦੁਨੀਆ ਵਿੱਚ ਨਾ ਬੜੀ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ ਸਿੰਜਨ ਕਿ ਡਾਊਨ ਸਿੰਡਰੋਮ ਨੂੰ ਅਸੀਂ ਕਿਸ ਤਰ੍ਹਾਂ ਪਕੜੀਏ ਪਹਿਲੇ ਹੀ। ਕਿਉਂਕਿ ਡਾਊਨ ਸਿੰਡਰੋਮ ਬੱਚਾ ਜਦ ਪੈਦਾ ਹੋ ਜਾਂਦਾ ਹੈ ਨਾ, ਉਹ ਪੂਰੀ ਜ਼ਿੰਦਗੀ ਦੀ ਰਿਸਪੌਂਸਿਬਿਲਿਟੀ ਹੈ, ਪੂਰੀ ਜ਼ਿੰਦਗੀ ਦੀ ਜ਼ਿੰਮੇਦਾਰੀ ਹੈ। ਇੱਕ ਸਪੈਸ਼ਲ ਚਾਈਲਡ ਹੁੰਦਾ ਹੈ, ਉਹਨਾਂ ਦਾ IQ ਘੱਟ ਹੁੰਦਾ ਹੈ, ਉਹਨਾਂ ਨੂੰ ਮੈਂਟਲ ਸਪੋਰਟ ਮੈਂਟਲੀ ਡਿਵੈਲਪ ਨਹੀਂ ਹੁੰਦੇ, ਹੈਲਥ ਇਸ਼ੂਜ਼ ਹੁੰਦੇ ਹਨ। ਔਰ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਸਪੈਸ਼ਲ ਬੱਚਾ ਹੋਏ, ਉਹ ਮਾਂ-ਬਾਪ ਔਰ ਪੂਰੀ ਫੈਮਿਲੀ ਨੂੰ ਕਾਫੀ ਡੀਪਲੀ ਇੰਪੈਕਟ ਕਰਦਾ ਹੈ, ਬਿਕੋਜ਼ ਸਾਰੀ ਉਮਰ ਹੀ ਫਿਰ ਉਸੀ ਦੇ ਅਰਾਊਂਡ ਇਰਦ ਗਿਰਦ ਘੁੰਮਦੀ ਹੈ। ਔਰ ਮਾਂ-ਬਾਪ ਇਹ ਵੀ ਸੋਚਦੇ ਹਨ ਕਿ ਸਾਡੇ ਤੋਂ ਬਾਅਦ ਇਸ ਦਾ ਬੱਚੇ ਦਾ ਕੌਣ ਧਿਆਨ ਤੇ ਰੱਖੇਗਾ। ਇਹ 3 ਮਹੀਨੇ ਦੇ ਬੱਚੇ ਦੇ ਅੰਦਰ ਪਤਾ ਚੱਲ ਜਾਂਦਾ। ਹਾਂਜੀ, ਕਿਉਂਕਿ ਜਦ ਅਸੀਂ ਅਲਟਰਾਸਾਊਂਡ ਕਰਦੇ ਹਾਂ ਨਾ, ਇਸ ਅਲਟਰਾਸਾਊਂਡ ਵਿੱਚ ਅਸੀਂ ਦੇਖਣਾ ਹੁੰਦਾ ਕੁਝ ਸਾਡੀ ਅਲਟਰਾਸਾਊਂਡ ਵਿੱਚ ਖਾਸ ਚੀਜ਼ਾਂ ਹੈਗੀਆਂ। ਅੱਛਾ, ਬੱਚੇ ਦੀ ਨੱਕ ਦੀ ਹੱਡੀ ਦਿਖ ਰਹੀ ਹੈ ਕਿ ਨਹੀਂ, ਬੱਚੇ ਦੀ ਸਰ ਦੇ ਪਿੱਛੇ ਜ਼ਿਆਦਾ ਪਾਣੀ ਤੇ ਨਹੀਂ ਇਕੱਠਾ ਹੋਇਆ, ਇੱਕ ਦੋ ਹੋਰ ਹਾਰਟ ਵਿੱਚ ਵੀ ਚੀਜ਼ਾਂ ਅਸੀਂ ਦੇਖਦੇ ਹਾਂ ਅਲਟਰਾਸਾਊਂਡ ਵਿੱਚ। ਔਰ ਇਸ ਕਰਕੇ ਇਸ ਅਲਟਰਾਸਾਊਂਡ ਵਿੱਚ ਟਾਈਮ ਲੱਗ ਸਕਦਾ ਹੈ, ਕਿਉਂਕਿ ਕੁਝ ਚੀਜ਼ਾਂ ਦੇਖਣ ਲਈ ਸਾਨੂੰ ਬੱਚਾ ਨਾ ਸਪੈਸਿਫਿਕ ਇੱਕ ਖਾਸ ਪੋਜੀਸ਼ਨ ਵਿੱਚ ਚਾਹੀਦਾ ਹੁੰਦਾ ਹੈ। ਮੈਂ ਆਪਣੇ ਹਰ ਮਰੀਜ਼ ਨੂੰ ਕਹਿੰਦੀ ਹਾਂ ਕਿ ਬੱਚਾ ਜਿਹੜਾ ਹੈਗਾ ਬਾਲ ਵਰਗਾ ਹੈਗਾ, ਜਿਹੜਾ ਪਾਣੀ ਵਿੱਚ ਨੱਚ ਰਿਹਾ ਹੈ। ਠੀਕ ਹੈ ਨਾ, ਮੈਂ ਬੱਚੇ ਨੂੰ ਪਿੱਛੇ ਪਿੱਛੇ ਭੱਜਣਾ ਉਸਦੇ। ਠੀਕ ਹੈ ਨਾ, ਬੱਚਾ ਸਿੱਧਾ ਹੋਏਗਾ ਤਾਂ ਮੈਂ ਇਹ ਦੇਖਾਂਗੀ, ਪੁੱਠਾ ਹੋਏਗਾ ਤਾਂ ਮੈਂ ਇਹ ਦੇਖਾਂਗੀ। ਕਿਸੇ ਮਰੀਜ਼ ਵਿੱਚ ਬੱਚਾ ਫਸਟ ਕਲਾਸ ਇੱਕਦਮ ਸਾਨੂੰ ਪੋਜੀਸ਼ਨ ਵਿੱਚ ਮਿਲ ਜਾਂਦਾ ਹੈ, ਔਰ ਕਿਸੇ ਵਿੱਚ ਟਾਈਮ ਲੱਗ ਜਾਂਦਾ ਹੈ। ਫਿਰ ਇਹ ਚੀਜ਼ ਤਾਂ ਬਹੁਤ ਜ਼ਿਆਦਾ ਟਾਈਮ ਲੈਂਦੀ ਹੋਣੀ। ਟਾਈਮ ਲੈ ਸਕਦੀ ਹੈ, ਬਟ ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ 4 ਘੰਟੇ ਉਸੇ ਮਰੀਜ਼ ਨੂੰ ਫੜ ਕੇ ਰਹਿੰਦੇ ਹਾਂ। ਅਸੀਂ ਥੋੜੀ ਦੇਰ ਦੇਖਦੇ ਹਾਂ, ਜਾਓ ਕੁਝ ਖਾ ਪੀ ਕੇ ਆ ਜਾਓ, ਚੱਲ ਫਿਰ ਕੇ ਆ ਜਾਓ, ਫਿਰ ਬੱਚਾ ਪੋਜੀਸ਼ਨ ਬਦਲ ਲੇਗਾ, ਬਟ ਟਾਈਮ ਲੱਗ ਸਕਦਾ ਹੈ। ਸੋ ਇਹ ਵਾਲਾ ਅਲਟਰਾਸਾਊਂਡ, ਔਰ ਫਿਰ ਇਸ ਅਲਟਰਾਸਾਊਂਡ ਵਿੱਚ ਬੱਚੇ ਦਾ ਅਸੀਂ ਸਟਰਕਚਰ ਵੀ ਦੇਖ ਲੈਂਦੇ ਹਾਂ। ਕਈ ਵਾਰੀ ਕੁਝ ਐਸੀ ਕੰਡੀਸ਼ਨਸ ਹੁੰਦੀਆਂ ਜਿਸ ਵਿੱਚ ਬੱਚੇ ਵਿੱਚ ਬਹੁਤ ਖਰਾਬ ਡਿਫੈਕਟਸ ਹੁੰਦੇ ਹਨ। ਐਸੇ ਵਾਲੇ ਡਿਫੈਕਟਸ ਜਿਸ ਨਾਲ ਬੱਚਾ ਜ਼ਿੰਦਗੀ ਨਹੀਂ ਜੀ ਸਕਦਾ, ਉਹ ਜੇ ਆਪਾਂ ਉਹ ਵੀ ਅਸੀਂ ਇਸ ਟਾਈਮ ਤੇ ਪਕੜ ਸਕਦੇ ਹਾਂ। ਕਿਉਂਕਿ ਰੱਬ ਨਾ ਕਰੇ ਕਿਸੇ ਨੂੰ, ਕਈ ਵਾਰੀ ਪੇਸ਼ੈਂਟਸ ਨੇ ਸ਼ੁਰੂ ਵਿੱਚ ਅਲਟਰਾਸਾਊਂਡ ਨਹੀਂ ਕਰਾਇਆ ਹੁੰਦਾ, ਚੌਥੇ ਪੰਜਵੇਂ ਮਹੀਨੇ ਵਿੱਚ ਜਾ ਕੇ ਕਰਾਉਂਦੇ ਹਨ। ਉਸ ਟਾਈਮ ਤੇ ਜਦ ਕੋਈ ਐਸੀ ਤਕਲੀਫ ਕਿਸੇ ਨੂੰ ਪਤਾ ਚੱਲੇ ਤੇ ਹੋਰ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਉਸ ਟਾਈਮ ਤੇ ਉਸ ਨਾਲ ਡੀਲ ਕਰਨਾ। ਸੋ ਵੀ ਆਲਸੋ ਅਸੀਂ ਇਹ ਚੀਜ਼ ਵੀ ਪਕੜ ਸਕਦੇ ਹਾਂ ਇਸ ਟਾਈਮ ਤੇ। ਲੇਕਿਨ ਇਹ ਅਲਟਰਾਸਾਊਂਡ ਜਦ ਤੁਸੀਂ ਫੀਟਲ ਮੈਡੀਸਿਨ ਵਾਲੇ ਕੋਲ ਕਰਾਓਗੇ, ਇਹ ਸਿਰਫ ਇਧਰ ਨਹੀਂ ਰੁਕੇਗਾ। ਇਸ ਅਲਟਰਾਸਾਊਂਡ ਨਾਲ ਜਿਹੜਾ ਫੀਟਲ ਮੈਡੀਸਿਨ ਸਪੈਸ਼ਲਿਸਟ ਹੈਗਾ, ਉਹ ਤੁਹਾਡੇ ਨਾਲ ਗੱਲਬਾਤ ਕਰੇਗਾ ਕੁਝ ਬਲੱਡ ਟੈਸਟਸ ਦੀ। ਕਿਉਂਕਿ ਇਸ ਅਲਟਰਾਸਾਊਂਡ ਨਾਲ ਕੁਝ ਖੂਨ ਦੇ ਟੈਸਟ ਹੋਣਾ ਜ਼ਰੂਰੀ ਹੁੰਦੇ ਹਨ, ਜਿਸ ਨਾਲ ਅਸੀਂ ਹੋਰ ਅੱਛੇ ਤਰੀਕੇ ਨਾਲ ਡਾਊਨ ਸਿੰਡਰੋਮ ਨੂੰ ਪਕੜ ਸਕਦੇ ਹਾਂ, ਹੋਰ ਵੀ ਪ੍ਰੋਬਲਮਸ ਪਕੜ ਸਕਦੇ ਹਾਂ। ਇਸ ਤੋਂ ਇਲਾਵਾ ਇਸ ਅਲਟਰਾਸਾਊਂਡ ਵਿੱਚ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਇਸ ਮਾਂ ਨੂੰ ਪ੍ਰੈਗਨੈਂਸੀ ਵਿੱਚ ਅੱਗੇ ਜਾ ਕੇ ਬਲੱਡ ਪ੍ਰੈਸ਼ਰ ਤੇ ਨਹੀਂ ਵਧੇਗਾ, ਜਾਂ ਅੱਗੇ ਜਾ ਕੇ ਇਸ ਬੱਚੇ ਦੀ ਗਰੋਥ ਘੱਟ ਤੇ ਨਹੀਂ ਜਾਏਗੀ। ਔਰ ਅਗਰ ਸਾਨੂੰ ਇਹ ਰਿਸਕ 3 ਮਹੀਨਿਆਂ ਤੇ ਹੀ ਪਤਾ ਚੱਲ ਜਾਂਦਾ ਹੈਗਾ, ਅਸੀਂ ਇੱਕ ਖਾਸ ਕਿਸਮ ਦੀ ਮੈਡੀਸਿਨ ਪੇਸ਼ੈਂਟ ਨੂੰ ਉਸ ਦਿਨ ਤੋਂ ਹੀ ਸ਼ੁਰੂ ਕਰ ਦਿੰਦੇ ਹਾਂ, ਜਿਹੜੀ ਉਹ 9 ਮਹੀਨੇ ਤੱਕ ਲੈਂਦੀ ਰਹਿੰਦੀ ਹੈ, ਤਾਂ ਕਿ ਉਸ ਦਾ ਬਲੱਡ ਪ੍ਰੈਸ਼ਰ ਨਾ ਵਧੇ, ਉਸਦੇ ਬੱਚੇ ਦੀ ਗਰੋਥ ਠੀਕ ਰਹੇ। ਕਿਉਂਕਿ ਅੱਜ ਦੀ ਡੇਟ ਵਿੱਚ ਵੀ ਸਾਡੇ ਦੇਸ਼ ਵਿੱਚ, ਪਿੰਡਾਂ ਵਿੱਚ, ਹੋਰ ਵੀ ਐਸੀ ਜਗ੍ਹਾ ਵਿੱਚ ਜਹਾਂ ਪਰ ਪੂਰੀ ਮੈਡੀਕਲ ਸਹੂਲੀਅਤ ਨਹੀਂ ਹੈ, ਲੋਕ ਜਿਹੜੇ ਹੈਗੇ ਹਨ ਪ੍ਰੈਗਨੈਂਟ ਮਦਰਸ ਹਾਈ ਬਲੱਡ ਪ੍ਰੈਸ਼ਰ ਦੇ ਕਰਕੇ ਉਹਨਾਂ ਦੀ ਮੌਤਾਂ ਹੋ ਰਹੀਆਂ ਹਨ, ਜਾਂ ਇੰਨਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਜਿਸ ਦਾ ਇਲਾਜ ਸਿਰਫ ਡਿਲੀਵਰੀ ਹੁੰਦਾ ਹੈ। ਬੱਚੇ ਨੂੰ 6ਵੇਂ ਜਾਂ 7ਵੇਂ ਮਹੀਨੇ ਵਿੱਚ ਡਿਲੀਵਰ ਕਰਨਾ ਪੈਂਦਾ ਹੈ, ਨਾ ਬੱਚਾ ਬਚਦਾ ਹੈ, ਨਾ ਮਾਂ ਦੀ ਸਿਹਤ ਖਰਾਬ ਹੁੰਦੀ ਹੈ। ਔਰ ਇਹ ਚੀਜ਼ ਐਸੀ ਹੈ ਜਿਸ ਦਾ ਅਸੀਂ ਬਚਾਅ ਕਰ ਸਕਦੇ ਹਾਂ। ਸੋ ਇਸ ਕਰਕੇ ਇਸ ਟਾਈਮ ਇਹ ਜਿਹੜਾ 12 ਹਫ਼ਤੇ ਵਾਲਾ ਅਲਟਰਾਸਾਊਂਡ ਹੈ, ਇਸ ਵਿੱਚ ਅਸੀਂ ਬੱਚੇ ਨੂੰ ਵੀ ਦੇਖ ਰਹੇ ਹਾਂ, ਮਾਂ ਨੂੰ ਵੀ ਦੇਖ ਰਹੇ ਹਾਂ ਕਿ ਮਾਂ ਵਿੱਚ ਕੀ, ਕਿਉਂਕਿ ਜਦ ਮਾਂ ਸਾਡੇ ਕੋਲ ਆਉਂਦੀ ਹੈ, ਅਸੀਂ ਮਾਂ ਦਾ ਵਜ਼ਨ ਦੇਖਦੇ ਹਾਂ, ਉਸਦਾ ਬਲੱਡ ਪ੍ਰੈਸ਼ਰ ਦੇਖਦੇ ਹਾਂ, ਉਸਦੀ ਫੈਮਿਲੀ ਹਿਸਟਰੀ ਦੇਖਦੇ ਹਾਂ, ਸਾਰਾ ਕੁਝ ਮਿਲਾ ਕੇ ਇਹ ਅਲਟਰਾਸਾਊਂਡ ਜਿਹੜਾ ਹੈਗਾ ਪੂਰੀ ਕੋਸ਼ਿਸ਼ ਕਰਦਾ ਹੈ ਕਿ ਹੁਣ ਅਸੀਂ ਪ੍ਰੈਗਨੈਂਸੀ ਦੀ ਸ਼ੁਰੂਆਤ ਕਰ ਲਈ ਹੈ, ਜਿੰਨਾ ਵਧੀਆ ਅਸੀਂ ਸਭ ਕੁਝ ਕਰ ਸਕੀਏ ਇਸ ਟਾਈਮ ਤੇ ਕਰੀਏ। ਤੇ ਇਹ ਹੁੰਦਾ ਪਹਿਲੀ ਮੁਲਾਕਾਤ ਜਿਹੜੀ ਤੁਹਾਡੀ ਫੀਟਲ ਮੈਡੀਸਿਨ ਵਾਲੇ ਨਾਲ ਹੁੰਦੀ ਹੈ। ਮੈਂ ਇੱਥੇ ਮੇਰੇ ਸਾਰੇ ਛੋਟੇ ਸਵਾਲ ਤੁਹਾਨੂੰ ਕਰਨਾ ਚਾਹੁੰਦੀ ਹਾਂ ਨਾ, ਜਿਹੜੇ ਚ ਮੈਨੂੰ ਦਿਲਚਸਪੀ, ਮੈਨੂੰ ਲੱਗ ਰਿਹਾ ਕਿ ਦਿਲਚਸਪ। ਪਰ ਮੰਨ ਲਓ ਕਿ ਮਦਰ ਦਾ ਬਲੱਡ ਪ੍ਰੈਸ਼ਰ ਵਧ ਰਿਹਾ ਹੈ ਨਾ,
ਤੁਸੀਂ ਇਹ ਚੀਜ਼ ਦੇਖ ਲਈ ਕਿ ਇਸ ਸਟੇਜ ਤੇ ਜਾ ਕੇ ਵੱਧ ਸਕਦਾ ਜਾਂ ਵੱਧ ਰਿਹਾ, ਹਾਂਜੀ ਹਾਂ ਤਾਂ ਉਸ ਚੀਜ਼ ਦਾ ਬੱਚੇ ਤੇ ਅੰਦਰ ਕੀ ਅਸਰ ਪੈਂਦਾ ਹਾਂ ਹੈ? ਕਿਉਂਕਿ ਮੈਂ ਇਹ ਤਾਂ ਪੁੱਛ ਰਹੀ ਹਾਂ ਕਿ ਨਾਰਮਲੀ ਜਿੰਨੀਆਂ ਵੀ ਸਾਡੇ ਘਰਾਂ 'ਚ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਨੇ, ਅਸੀਂ ਉਹਨਾਂ ਦੀ ਮੈਂਟਲ ਹੈਲਥ ਤੇ ਧਿਆਨ ਨਹੀਂ ਦਿੰਦੇ। ਕਈ ਵਾਰ ਤੁਹਾਡਾ ਬਲੱਡ ਪ੍ਰੈਸ਼ਰ ਆ ਜਿਹੜਾ ਸਿਰਫ ਇੱਕ ਸਟ੍ਰੈਸ ਕਰਕੇ ਹਾਈ ਹੋ ਜਾਂਦਾ ਹਨਾ, ਤੇ ਉਹ ਚੀਜ਼ ਦਾ ਬੱਚੇ ਦੀ ਸਿਹਤ ਤੇ ਕੀ ਅਸਰ ਹੁੰਦਾ ਹੈ? ਦੇਖੋ ਬਲੱਡ ਪ੍ਰੈਸ਼ਰ ਅਗਰ ਮਦਰ ਦਾ ਵਧੇਗਾ ਤੇ ਜਿਹੜਾ ਸਾਰਾ ਬਲੱਡ ਦਾ ਬਹਾਵ ਬੱਚੇਦਾਨੀ ਵਿੱਚ ਜਾਣਾ ਹੈਗਾ, ਜਿਹੜਾ ਬਲੱਡ ਫਲੋ ਬੱਚੇ ਦੀ ਤਰਫ ਜਾਣਾ ਹੈਗਾ, ਉਸ ਤੇ ਇਫੈਕਟ ਹੋਏਗਾ। ਉਸ ਤੇ ਇਫੈਕਟ ਹੋਏਗਾ ਤੇ ਬੱਚੇ ਦੀ ਗਰੋਥ ਜਿਹੜੀ ਹੈਗੀ ਹੈ ਘਟ ਸਕਦੀ ਹੈ। ਔਰ ਕਈ ਵਾਰੀ ਅਗਰ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਬੱਚੇ ਨੂੰ ਬਲੱਡ ਵੀ ਜਾਣਾ ਜਿਹੜਾ ਹੈਗਾ ਉਹ ਰੁਕ ਕੇ ਜਾਂਦਾ ਹੈ, ਔਰ ਉਸ ਵਿੱਚ ਬੱਚੇ ਨੂੰ ਰਿਸਕ ਹੋ ਜਾਂਦਾ ਹੈ। ਔਰ ਉਸ ਟਾਈਮ ਤੇ ਸਾਨੂੰ ਡਿਲੀਵਰੀ ਜਲਦੀ ਕਰਨੀ ਪੈਂਦੀ ਹੈ, ਕਿਉਂਕਿ ਅਗਰ ਅਸੀਂ ਡਿਲੀਵਰੀ ਨਹੀਂ ਜਲਦੀ ਕਰਾਂਗੇ ਬੱਚਾ ਖਤਮ ਹੋਣ ਦਾ ਰਿਸਕ ਰਹਿੰਦਾ ਹੈ। ਹਾਂਜੀ। ਸੋ ਅਗਰ ਹਾਈ ਬਲੱਡ ਪ੍ਰੈਸ਼ਰ ਮਦਰ ਨੂੰ ਹੈਗਾ, ਇਸ ਤਰ੍ਹਾਂ ਨਹੀਂ ਹੈ ਕਿ ਦਵਾਈਆਂ ਨਹੀਂ ਹੈਗੀਆਂ, ਦਵਾਈਆਂ ਹੈਗੀਆਂ ਜਿਹੜਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੀ ਹੈਗੀਆਂ, ਲੇਕਿਨ ਪ੍ਰੈਗਨੈਂਸੀ ਵਿੱਚ ਅਗਰ ਕਿਸੇ ਨੂੰ ਪ੍ਰੈਗਨੈਂਸੀ ਕਰਕੇ ਬਲੱਡ ਪ੍ਰੈਸ਼ਰ ਵੱਧ ਰਿਹਾ ਹੈਗਾ, ਉਹ ਅਸੀਂ ਇੱਕ ਲਿਮਿਟ ਤੱਕ ਹੀ ਦਵਾਈਆਂ ਨਾਲ ਕੰਟਰੋਲ ਕਰ ਸਕਦੇ ਹਾਂ। ਅੱਗੇ ਜਾ ਕੇ ਸਾਨੂੰ ਡਿਲੀਵਰੀ ਜਿਹੜੀ ਹੈਗੀ ਹੈ ਉਹ ਪਲਾਨ ਕਰਨੀ ਪੈਂਦੀ ਹੈ, ਕਿਉਂਕਿ ਇਸ ਦਾ ਇਲਾਜ ਅਲਟੀਮੇਟਲੀ ਡਿਲੀਵਰੀ ਹੁੰਦਾ ਹੈ। ਇਸੇ ਕਰਕੇ ਇਹ ਦਵਾਈ ਜਿਹੜੀ ਹੈਗੀ ਹੈ, ਅਸੀਂ 3 ਮਹੀਨਿਆਂ ਤੇ ਅਗਰ ਸਾਨੂੰ ਇੱਕ ਅੰਦਾਜ਼ਾ ਹੋ ਜਾਂਦਾ ਹੈ, 3 ਮਹੀਨੇ ਤੇ ਜਦ ਅਸੀਂ ਅਲਟਰਾਸਾਊਂਡ ਕਰਦੇ ਹਾਂ, ਅਸੀਂ ਉਸ ਟਾਈਮ ਤੇ ਦੇਖਦੇ ਹਾਂ ਕਿ ਮਾਂ ਦਾ ਅੱਜ ਬਲੱਡ ਪ੍ਰੈਸ਼ਰ ਕਿੰਨਾ ਹੈਗਾ ਔਰ ਮਾਂ ਦੀ ਬੱਚੇਦਾਨੀ ਵਿੱਚ ਖੂਨ ਕਿੰਨਾ ਖੁੱਲ ਕੇ ਜਾ ਰਿਹਾ ਹੈ। ਇਹ ਚੀਜ਼ਾਂ ਦੇਖ, ਮਾਂ ਦਾ ਵਜ਼ਨ ਕਿੰਨਾ ਹੈਗਾ, ਮਾਂ ਦੀ ਉਮਰ ਕਿੰਨੀ ਹੈਗੀ ਹੈ, ਇਹ ਸਾਰੀ ਚੀਜ਼ਾਂ ਦੇਖ ਕਰ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਇਸ ਮਾਂ ਨੂੰ ਅੱਗੇ ਜਾ ਕੇ ਦਿੱਕਤ ਆਉਣ ਵਾਲੀ ਹੈ। ਅਗਰ ਦਿੱਕਤ ਆਉਣ ਵਾਲੀ ਹੈ, ਇੱਕ ਅਸੀਂ ਬੜੀ ਸਿੰਪਲ ਜੀ ਮੈਡੀਸਿਨ ਦਿੰਦੇ ਹਾਂ, ਉਸ ਨਾਲ ਇਹ ਦਿੱਕਤ ਕਮ ਸੇ ਕਮ 70-80% ਜਿਹੜੀ ਹੈਗੀ ਹੈ ਉਹ ਘਟ ਜਾਂਦੀ ਹੈ। तो अगर इस नाल फायदा ये होएगा कि माँ पूरे टाइम तक जाएगी, उसको कोई प्रीमेच्योर डिलीवरी नहीं करनी पड़ेगी, अपनी सेहत भी ठीक रहेगी। क्योंकि जो भी कहो प्रीमेच्योर, ठीक है आजकल बहुत अच्छे अच्छे हस्पताल हैगे, निकू हैगे जिथे प्रीमेच्योर बच्चों का ध्यान रखा जाता है, बट एज फीटल मैडिसिन स्पैशलिस्ट सारी कोशिश यही होंगी है कि असी प्रीमेच्योर डिलीवरी जिन्नी अवॉइड कर सकीए वो करनी चाहिए है। एक इंसानी प्रेगनेंसी भी ਡਿਊਰੇਸ਼ਨ 40 ਹਫ਼ਤਿਆਂ ਹੁੰਦੀ ਹੈ। ਹਾਂਜੀ। ਠੀਕ ਹੈ, ਜਿਹੜੀ ਵਿਦੇਸ਼ਾਂ ਵਿੱਚ ਲੋਕ 40 ਹਫ਼ਤੇ ਤੱਕ ਮਰੀਜ਼ ਨੂੰ ਹੱਥ ਕਹਿੰਦੇ ਨੇ, ਅਗਰ ਸਭ ਕੁਝ ਠੀਕ ਚੱਲ ਰਿਹਾ ਆਪੇ ਦਰਦਾਂ ਸ਼ੁਰੂ ਹੁੰਦੇ। ਹਾਂਜੀ। ਕਿਉਂਕਿ ਬੱਚੇ ਦਾ ਸਿਰਫ ਵਜ਼ਨ ਨਹੀਂ ਵੱਧ ਰਿਹਾ, ਬੱਚੇ ਦਾ ਹਰ ਅੰਗ ਮੈਚਿਓਰ ਹੋ ਰਿਹਾ। ਮੈਂ ਆਪਣੇ ਪੇਸ਼ੈਂਟਸ ਨੂੰ ਕਹਿੰਦੀ ਹਾਂ, ਜਿਹੜੇ ਕਈ ਵਾਰੀ ਪੇਸ਼ੈਂਟਸ ਵਿਚਾਰੇ ਪਰੇਸ਼ਾਨ ਹੋ ਜਾਂਦੇ 9ਵੇਂ ਮਹੀਨੇ ਵਿੱਚ, ਚੱਲਣਾ ਫਿਰਨਾ ਮੁਸ਼ਕਿਲ ਹੈ, ਭਾਰ ਹੈ ਨਾ, ਛੇਤੀ ਡਿਲੀਵਰੀ ਕਰ ਦਿਓ ਜੀ, ਜਾਂ ਕਿਸੇ ਦਾ ਆਪਰੇਸ਼ਨ ਹੋਣਾ ਤਾਂ ਕਹਿੰਦਾ ਜੀ ਜਲਦੀ ਕਰ ਦਿਓ, ਹੁਣ ਤੇ ਬੱਚਾ ਪ੍ਰੀਮੈਚੁਰ ਨਹੀਂ ਹੈ। ਮੈਂ ਕਹਿੰਦੀ ਹਾਂ ਜਿਹੜਾ ਇੱਕ ਬੱਚਾ ਕਲਾਸ ਵਿੱਚ ਫਸਟ ਆਂਦਾ, ਇੱਕ ਐਵਰੇਜ ਹੈ, ਇੱਕ ਲੋਅਰ ਦੈਨ ਐਵਰੇਜ ਹੈ। ਜਿਹੜਾ ਫਸਟ ਆਂਦਾ ਹੈ ਨਾ, ਉਹ ਪੂਰਾ 40 ਹਫ਼ਤਿਆਂ ਤੱਕ ਉਸਦੀ ਮਾਂ ਗਈ ਹੋਏਗੀ। ਠੀਕ ਹੈ, ਤਾਂ ਕਹਿਣ ਦਾ ਮਤਲਬ ਹੈ ਕਿ ਕੁਦਰਤ ਨੇ ਅਗਰ ਇੱਕ ਚੀਜ਼ ਬਣਾਈ ਹੈਗੀ ਹੈ, ਸਾਡਾ ਮਕਸਦ ਹੈ ਕਿ ਅਗਰ ਸਭ ਕੁਝ ਠੀਕ ਠਾਕ ਚੱਲ ਰਿਹਾ ਪੂਰਾ ਅੱਗੇ ਤੱਕ ਜਾਓ, ਅਗਰ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਅਸੀਂ ਪਕੜ ਲਿਆ ਹੈ, ਫਿਰ ਅਸੀਂ ਫਿਰ ਦੇਖੀਏ ਕਦ ਬੱਚੇ ਨੂੰ ਅੰਦਰ ਰਿਸਕ ਹੈ, ਜਦ ਰਿਸਕ ਹੈ ਉसी टाइम डिलीवरी करिए, ज़्यादा जल्दी भी नहीं करिए लेकिन सही टाइम पे करिए। सो दैट इज the essence। ਪ੍ਰੀਮੈਚੁਰ ਡਿਲੀਵਰੀ ਦਾ ਰਿਸਕ ਕਿਉਂ ਹੁੰਦਾ, ਮਤਲਬ ਕਿੰਨਾ ਹਾਲਾਤਾਂ ਦੇ ਵਿੱਚ ਹੁੰਦਾ? ਦੇਖੋ ਇਸ ਤਰ੍ਹਾਂ ਹੈਗਾ ਕਿ ਪ੍ਰੀਮੈਚੁਰ ਡਿਲੀਵਰੀ ਦੇ ਬਹੁਤ ਸਾਰੇ ਕਾਰਨ ਹੈਗੇ। ਠੀਕ ਹੈ, ਅਸੀਂ ਕਹਿੰਦੇ ਆ ਨਾਰਮਲੀ 2 ਅਲੱਗ ਕੈਟਾਗਰੀਜ਼ ਹੈਗੀ। ਇੱਕ ਹੈ ਜਿੱਥੇ ਡਾਕਟਰ ਖੁਦ ਪ੍ਰੀਮੈਚੁਰ ਡਿਲੀਵਰੀ ਕਰ ਰਿਹਾ ਕਿਸੇ ਵਜ੍ਹਾ ਨਾਲ, ਠੀਕ ਹੈ, ਜਿਸ ਤਰ੍ਹਾਂ ਕਿ ਇੱਕ ਮੈਂ ਦੱਸਿਆ ਮਾਂ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਹੈ ਜਾਂ ਬੱਚੇ ਨੂੰ ਅੰਦਰ ਰਿਸਕ ਹੈਗਾ, ਉਹ ਅਲੱਗ ਹੈ। ਔਰ ਇੱਕ ਹੈ ਜਿਸ ਵਿੱਚ ਬੱਚੇ ਨੂੰ ਮਾਂ ਨੂੰ ਖੁਦ ਬਖੁਦ ਹੀ ਪ੍ਰੀਮੈਚੁਰ ਡਿਲੀਵਰੀ ਹੋ ਗਈ, ਤੇ ਉਸ ਵਿੱਚ ਬੜੇ ਸਾਰੇ ਕਾਰਨ ਹੈਗੇ ਹਨ। ਸਿੰਪਲ ਅਗਰ ਗੱਲ ਕਰੀਏ, ਅਗਰ ਮਾਂ ਦਾ ਵਜ਼ਨ ਘੱਟ ਹੈਗਾ, ਮਾਂ ਖੁਦ ਹੀ ਪਤਲੀ ਜੀ ਨਿੱਕੀ ਜੀ ਹੈਗੀ, ਹਾਂ ਅਸੀਂ ਹਮੇਸ਼ਾ ਜ਼ਿਆਦਾ weight ਦੀ ਗੱਲ ਕਰਦੇ ਹਾਂ, ਅੰਡਰ weight ਦੀ ਗੱਲ ਨਹੀਂ ਕਰਦੇ। ਅੰਡਰ weight is also a problem। ਫਿਰ ਅਗਰ ਮਾਂ ਨੂੰ ਕੋਈ ਸੀਰੀਅਸ ਮੈਡੀਕਲ ਪ੍ਰੋਬਲਮ ਹੈਗੀ ਹੈ, ਠੀਕ ਹੈ ਨਾ, ਕਈ ਵਾਰੀ ਫॉर एग्जांपल ਕਿਸੇ ਨੂੰ ਡੇਂਗੀ ਹੋ ਗਿਆ ਅੱਜਕੱਲ, ਹਾਂਜੀ ਠੀਕ ਹੈ ਨਾ, ਜਾਂ ਪਿਸ਼ਾਬ ਦੀ ਇਨਫੈਕਸ਼ਨ ਬੜੀ ਜ਼ਿਆਦਾ ਹੋ ਗਈ, ਤਾਂ ਬੋਡੀ ਵਿੱਚ ਅਗਰ ਕੁਝ ਇਨਫੈਕਸ਼ਨ ਹੁੰਦੀ ਹੈ ਤੇ ਬੋਡੀ ਵਿੱਚ ਕੁਝ ਐਸੇ ਟੌਕਸਿਕ ਚੀਜ਼ਾਂ ਨਿਕਲਦੀਆਂ ਜਿਹੜੀ ਦਰਦਾਂ ਪਹਿਲੇ ਸ਼ੁਰੂ ਕਰਵਾ ਸਕਦੀਆਂ। ਠੀਕ ਹੈ, ਫਿਰ ਕਈ ਵਾਰੀ ਕੁਦਰਤੀ ਬੱਚੇਦਾਨੀ ਦਾ ਜਿਹੜਾ ਮੂੰਹ ਹੈਗਾ ਉਹ ਕਮਜ਼ੋਰ ਹੁੰਦਾ ਹੈਗਾ, ਉਹ ਪ੍ਰੈਗਨੈਂਸੀ ਨਹੀਂ ਹੋਲਡ ਕਰ ਸਕਦਾ। ਐਸੇ ਕੇਸਿਸ ਨੂੰ ਕਈ ਵਾਰੀ 7ਵੇਂ ਮਹੀਨੇ ਵਿੱਚ ਡਿਲੀਵਰੀ ਹੋ ਜਾਏਗੀ, ਕਈ ਵਾਰੀ 4ਥੇ ਜਾਂ 5ਵੇਂ ਮਹੀਨੇ ਵਿੱਚ ਵੀ ਅਬੋਰਸ਼ਨ ਹੋ ਸਕਦਾ ਹੈ। ਠੀਕ ਹੈ, ਔਰ ਕਈ ਵਾਰੀ ਤੇ ਸਾਡੇ ਕੋਲ ਵਜ੍ਹਾ ਪੁਆਇੰਟ ਕਰਨਾ ਵੀ ਬੜੀ ਮੁਸ਼ਕਿਲ ਹੁੰਦੀ ਹੈ ਕਿ ਕਿਉਂ ਹੋਇਆ। ਹਮੇਸ਼ਾ ਵਜ੍ਹਾ
ਢੂੰਡਣਾ ਪੋਸੀਬਲ ਨਹੀਂ ਹੁੰਦਾ, ਲੇਕਿਨ ਅਸੀਂ ਕੁਝ ਹੱਦ ਤੱਕ ਜ਼ਰੂਰ ਪ੍ਰਿਡਿਕਟ ਕਰ ਸਕਦੇ ਹਾਂ ਕਿ ਇਸ ਮਦਰ ਨੂੰ ਪ੍ਰੀ ਟਰਮ ਡਿਲੀਵਰੀ ਤੇ ਨਹੀਂ ਹੋਏਗੀ। ਹਾਂਜੀ। ਸੋ ਜਦ ਪੇਸ਼ੈਂਟ ਸਾਡੇ ਕੋਲ ਜਦ ਦੂਸਰੀ ਮੀਟਿੰਗ ਵਿੱਚ ਆਉਂਦਾ ਹੈਗਾ, ਚੌਥੇ ਪੰਜਵੇਂ ਮਹੀਨੇ ਵਿੱਚ, ਜਿਹੜਾ ਦ ਸੈਕੰਡ ਟਾਈਮ ਇਨ ਪ੍ਰੈਗਨੈਂਸੀ, ਜਦ ਬਹੁਤ ਡਿਟੇਲਡ ਅਸੀਂ ਫਿਰ ਮਦਰ ਨੂੰ ਦੇਖਦੇ ਹਾਂ, ਠੀਕ ਹੈ, ਉਸ ਟਾਈਮ ਤੇ ਬੱਚੇ ਨੂੰ ਤਾਂ ਦੇਖਣਾ ਹੀ ਦੇਖਣਾ ਹੈਗਾ। ਅਸੀਂ ਬੱਚੇਦਾਨੀ ਦੀ ਮੂੰਹ ਦੀ ਲੰਬਾਈ ਵੀ ਚੈੱਕ ਕਰਦੇ ਹਾਂ। ਬੱਚੇਦਾਨੀ ਦੀ ਮੂੰਹ ਦੀ ਲੰਬਾਈ ਦੇ ਹਿਸਾਬ ਨਾਲ ਅਸੀਂ ਪ੍ਰਿਡਿਕਟ ਕਰਦੇ ਹਾਂ ਕਿ ਇਸ ਦਾ 3% ਚਾਂਸ ਹੈ ਟਾਈਮ ਤੋਂ ਪਹਿਲੇ ਡਿਲੀਵਰੀ ਹੋਣ ਦਾ, ਜਾਂ 10% ਚਾਂਸ ਹੈ। ਜਿਵੇਂ ਆਪਾਂ ਜੇ ਸੌਖੀ ਭਾਸ਼ਾ ਚ ਕਹੀਏ ਕਿ ਬੱਚੇਦਾਨੀ ਦਾ ਮੂੰਹ ਕਿੰਨਾ ਖੁੱਲਾ ਹੈ ਨਾ। ਔਰ ਅਗਰ ਸਾਨੂੰ ਲੱਗੇ ਕਿ ਛੋਟਾ ਮੂੰਹ ਛੋਟਾ ਹੋਈ ਜਾ ਰਿਹਾ, ਮਤਲਬ ਕਿ ਖੁੱਲਣ ਵਾਲਾ ਹੋ ਰਿਹਾ, ਫਿਰ ਅਸੀਂ ਕੁਝ ਦਵਾਈਆਂ ਦੇ ਸਕਦੇ ਹਾਂ ਜਿਸ ਨਾਲ ਅਸੀਂ ਦਰਦਾਂ ਨੂੰ ਰੋਕ ਲਈਏ। ਦਰਦਾਂ ਨਾ ਵੀ ਸ਼ੁਰੂ ਹੋਣ, ਮਤਲਬ ਉਸ ਤੋਂ ਪਹਿਲੇ ਹੀ ਰੋਕ ਲਈਏ, ਠੀਕ ਹੈ। ਔਰ ਕਈ ਵਾਰੀ ਤੇ ਅਸੀਂ ਬੱਚੇਦਾਨੀ ਦੇ ਮੂੰਹ ਤੇ ਟਾਂਕਾ ਵੀ ਲਾ ਸਕਦੇ ਹਾਂ ਕਿ ਇਹ ਚੀਜ਼ ਨਾ ਹੋਏ, ਠੀਕ ਹੈ। ਸੋ ਅਸੀਂ ਇੱਕ ਪ੍ਰੈਗਨੈਂਸੀ ਨੂੰ ਬਚਾ ਸਕਦੇ ਹਾਂ ਕਿ ਨੁਕਸਾਨ ਨਾ ਹੋਏ। ਸੋ ਪ੍ਰੀ ਟਰਮ ਲੇਬਰ ਜਿਹੜਾ ਹੈਗਾ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ ਇਹ ਚੀਜ਼ ਦੇਖ ਕਰ, ਜਦ ਅਸੀਂ ਬੱਚੇ ਨੂੰ ਦੂਸਰੇ ਟਾਈਮ ਮਿਲਦੇ ਹਾਂ। ਲੈਵਲ 2 ਅਲਟਰਾਸਾਊਂਡ ਕਹਿੰਦੇ ਹਾਂ ਉਸ ਨੂੰ, ਜਾਂ ਚੌਥੇ ਜਾਂ ਪੰਜਵੇਂ ਮਹੀਨੇ ਵਾਲਾ ਅਲਟਰਾਸਾਊਂਡ ਹੁੰਦਾ ਹੈ। ਉਸ ਟਾਈਮ ਤੇ ਐਕਚੁਅਲੀ ਬੱਚਾ ਪਹਿਲੇ ਤੇ 6-7 ਸੈਂਟੀਮੀਟਰ ਦਾ ਸੀਗਾ, ਹੁਣ ਬੱਚਾ ਥੋੜਾ ਹੋਰ ਵੱਡਾ ਹੋ ਜਾਂਦਾ ਹੈ, ਜਿਵੇਂ ਇੱਕ ਛੋਟਾ ਇਨਸਾਨ ਕਹਿ ਦਈਏ ਆਪਾਂ, ਬਣ ਜਾਂਦਾ, ਤੁਸੀਂ ਕਹਿ ਲਓ ਇੱਕ ਛੋਟੇ ਖਰਬੂਜੇ ਦੇ ਨਾਲ, ਠੀਕ ਹੈ। ਔਰ ਇਸ ਟਾਈਮ ਤੇ ਸਾਨੂੰ ਅਲਟਰਾਸਾਊਂਡ ਵਿੱਚ ਸਭ ਤੋਂ ਵਧੀਆ ਦਿਖਦਾ ਹੈ, ਠੀਕ ਹੈ, ਕਿਉਂਕਿ ਇਸ ਟਾਈਮ ਤੇ ਜਿੰਨਾ ਬੱਚਾ ਹੁੰਦਾ ਉਨਾ ਪਾਣੀ ਹੁੰਦਾ ਹੈ। ਬੱਚੇ ਦੇ ਨੇੜੇ ਤੇੜੇ ਜਦ ਪਾਣੀ ਅੱਛਾ ਹੋਏਗਾ ਨਾ, ਸਾਨੂੰ ਬਹੁਤ ਵਧੀਆ ਦਿਖੇਗਾ। ਜਿਸ ਤਰ੍ਹਾਂ ਪ੍ਰੈਗਨੈਂਸੀ ਵੱਧਦੀ ਜਾਂਦੀ ਹੈ, ਬੱਚਾ ਵੱਧਦਾ ਜਾਂਦਾ ਹੈ, ਪਾਣੀ ਉਸ ਦੇ ਹਿਸਾਬ ਨਾਲ ਘਟਦਾ ਜਾਂਦਾ ਹੈ। ਬੱਚੇ ਦੀ ਬੋਨਸ ਵੀ ਜਿਹੜੀ ਹੈਗੀਆਂ ਉਹਨਾਂ ਵਿੱਚ ਕੈਲਸ਼ੀਅਮ ਆ ਜਾਂਦਾ ਹੈ, ਤੇ ਫਿਰ ਸਾਨੂੰ ਅਲਟਰਾਸਾਊਂਡ ਵਿੱਚ ਦੇਖਣਾ ਇੰਨਾ ਸੌਖਾ ਨਹੀਂ ਹੁੰਦਾ ਜਿੰਨਾ ਇਸ ਟਾਈਮ ਤੇ ਹੁੰਦਾ ਹੈ। ਸੋ ਦੂਸਰਾ ਵੈਰੀ ਇੰਪੋਰਟੈਂਟ ਅਲਟਰਾਸਾਊਂਡ ਇਸ ਟਾਈਮ ਤੇ ਹੁੰਦਾ ਹੈ, ਜਿਹੜਾ ਆਮ ਤੌਰ ਤੇ ਆਮ ਭਾਸ਼ਾ ਵਿੱਚ ਕਹਿੰਦੇ ਆ ਪੰਜਵੇਂ ਮਹੀਨੇ ਵਾਲਾ ਅਲਟਰਾਸਾਊਂਡ, ਠੀਕ ਹੈ। ਤੋ ਇੱਕ ਚੀਜ਼ ਤੇ ਮੈਂ ਦੱਸੀ ਤੁਹਾਨੂੰ ਕਿ ਬੱਚੇਦਾਨੀ ਦੀ ਮੂੰਹ ਦੀ ਅਸੀਂ ਲੰਬਾਈ ਦੇਖਦੇ ਹਾਂ ਕਿ ਕਿੰਨਾ ਚਾਂਸ ਹੈਗਾ। ਬੱਚੇ ਨੂੰ ਫਿਰ ਸਟੱਡੀ ਕਰਦੇ ਹਾਂ। ਬੱਚੇ ਨੂੰ ਸਟੱਡੀ ਕਰਨ ਦਾ ਮਤਲਬ ਹੈ, ਅੱਛਾ ਪੇਸ਼ੈਂਟ ਕਈ ਵਾਰੀ ਪੁੱਛਦਾ, ਅੱਛਾ ਜੀ ਬੱਚੇ ਦੀ ਸਕਿਨ ਬਣ ਗਈ, ਬੱਚੇ ਦਾ ਰੰਗ ਕੀ ਹੈਗਾ, ਇਹ ਨਹੀਂ ਅਸੀਂ ਦੇਖ ਸਕਦੇ ਇਸ ਟਾਈਮ ਤੇ, ਲੇਕਿਨ ਅਸੀਂ ਇਹ ਦੇਖਣਾ ਹੈ ਕਿ ਬੱਚੇ ਦੀਆਂ ਅੱਖਾਂ ਠੀਕ ਦਿਖ ਰਹੀਆਂ, ਬ੍ਰੇਨ ਠੀਕ ਦਿਖ ਰਿਹਾ ਹੈ, ਹਾਰਟ ਦਿਖ ਰਹੇ ਹਨ, ਹੱਥ ਪੈਰਾਂ ਦੀ ਉਂਗਲੀਆਂ ਪੂਰੀ ਦਿਖ ਰਹੀਆਂ ਹਨ, ਪੈਰ ਟੇਢੇ ਤੇ ਨਹੀਂ ਹਨ, ਕੋਈ ਅੰਗ ਮਿਸਿੰਗ ਤੇ ਨਹੀਂ ਹੈ, ਕਈ ਵਾਰੀ ਕਿਡਨੀ ਇੱਕ ਨਹੀਂ ਹੁੰਦੀ ਹੈ ਉਹ ਤੇ ਨਹੀਂ ਹੈ, ਹਾਰਟ ਵਿੱਚ ਕੋਈ ਡਿਫੈਕਟ ਤੇ ਨਹੀਂ ਹੈ। ਸਭ ਤੋਂ ਕਾਮਨ ਡਿਫੈਕਟ ਜਿਹੜਾ ਬੱਚੇ ਨੂੰ ਅੰਦਰ ਹੁੰਦਾ ਹੈ ਉਹ ਹੁੰਦੇ ਨੇ ਹਾਰਟ ਦੇ ਡਿਫੈਕਟਸ, ਠੀਕ ਹੈ। ਤੋ ਉਹ ਦੇਖਣਾ ਬਹੁਤ ਜ਼ਰੂਰੀ ਹੈਗਾ, ਠੀਕ ਹੈ। ਅਗਰ ਸਾਡੇ ਕੋਲ ਕਈ ਵਾਰੀ ਜਦ ਪੇਸ਼ੈਂਟ ਆਉਂਦਾ ਹੈ ਨਾ, ਕਈ ਵਾਰੀ ਬਾਹਰੋਂ ਕਿਸੇ ਜਗ੍ਹਾ ਤੋਂ ਅਲਟਰਾਸਾਊਂਡ ਕਰਾਇਆ, ਕਿਸੇ ਨੇ ਕੋਈ ਚੀਜ਼ ਲਿਖ ਦਿੱਤੀ, ਉਹ ਰਿਪੋਰਟ ਤੇ ਲਿਖ ਦਿੱਤੀ, ਔਰ ਪੇਸ਼ੈਂਟ ਉਹ ਪੜ੍ਹ ਕੇ ਪਰੇਸ਼ਾਨ ਹੁੰਦਾ ਰਹਿੰਦਾ ਹੈ ਕੀ ਮਤਲਬ ਹੈ ਇਸਦਾ। ਔਰ ਕਈ ਵਾਰੀ ਪੇਸ਼ੈਂਟ ਫਜ਼ੂਲ ਵਿੱਚ ਜਾ ਕੇ ਅਬੋਰਸ਼ਨ ਕਰਾ ਦਿੰਦਾ ਆਪਣੇ ਆਪ ਹੀ, ਉਹ ਤੇ ਡਾਕਟਰ ਸੁਜੈਸਟ ਕਰਦੇ ਬਟ ਕਈ ਵਾਰੀ ਸਾਰਿਆਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਹੈ। ਹਾਂ ਬਿਲਕੁਲ, ਕਿਉਂਕਿ ਦੇਖੋ ਜਦ ਅਸੀਂ ਇਹ ਵਾਲਾ ਅਲਟਰਾਸਾਊਂਡ ਕਰਦੇ ਆ ਨਾ, ਸਾਨੂੰ ਦੋ ਚੀਜ਼ਾਂ ਪਤਾ ਲੱਗ ਸਕਦੀਆਂ। ਨੰਬਰ 1, ਬੱਚੇ ਵਿੱਚ ਕੋਈ ਡਿਫੈਕਟ ਤੇ ਨਹੀਂ ਦਿਖ ਰਿਹਾ ਮੋਟਾ ਗ੍ਰੋਥ, ਔਰ ਨੰਬਰ 2, ਕੋਈ ਹੋਰ ਸ਼ੱਕ ਵਾਲੇ ਸਾਨੂੰ ਸਾਈਨਸ ਤੇ ਨਹੀਂ ਦਿਖ ਰਹੇ, ਠੀਕ ਹੈ। ਅਗਰ ਕੋਈ ਡਿਫੈਕਟ ਦਿਖਦਾ ਹੈ ਜਾਂ ਕੋਈ ਛੋਟੇ ਮੋਟੇ ਸਾਈਨਸ ਵੀ ਦਿਖਦੇ ਹਨ, ਉਸ ਦਾ ਮਤਲਬ ਸਭ ਤੋਂ ਪਹਿਲੇ ਇਹ ਹੁੰਦਾ ਦੇਖਣ ਲਈ ਕਿ ਬੱਚੇ ਵਿੱਚ ਕੋਈ ਹੋਰ ਜੈਨੇਟਿਕ ਪ੍ਰੋਬਲਮ ਤੇ ਨਹੀਂ ਹੈਗੀ ਹੈ। ਜਦ ਇਹ ਚੀਜ਼ ਆਉਂਦੀ ਹੈ ਫਿਰ ਸਾਨੂੰ ਬੱਚੇ ਦਾ ਟੈਸਟ ਕਰਨਾ ਜ਼ਰੂਰੀ ਹੁੰਦਾ ਹੈ। ਬੱਚੇ ਦੇ ਟੈਸਟ ਕਰਨ ਦਾ ਮਤਲਬ ਹੈਗਾ ਕਿ ਜਿਹੜਾ ਬੱਚੇ ਦੇ ਆਸ-ਪਾਸ ਪਾਣੀ ਹੁੰਦਾ ਹੈਗਾ, ਉਸ ਵਿੱਚ ਬੱਚੇ ਦੇ ਸੈਲਸ ਖੂਬ ਅੰਦਰ ਬਾਹਰ ਜਾਂਦੇ ਰਹਿੰਦੇ ਨੇ, ਠੀਕ ਹੈ। ਅਗਰ ਤੁਸੀਂ ਇਨਸਾਨ ਦਾ ਟੈਸਟ ਕਰਨਾ ਉਸ ਦਾ ਬਲੱਡ ਸੈਂਪਲ ਲੋਗੇ, ਅਗਰ ਬੱਚੇ ਦਾ ਕਰਨਾ ਹੈਗਾ ਤੇ ਜਿਹੜਾ ਬੱਚੇ ਦੇ ਪਾਣੀ ਹੈਗਾ ਉਹ ਸੈਂਪਲ ਅਸੀਂ ਟੈਸਟ ਲਈ ਭੇਜ ਦਿੰਦੇ ਹਾਂ। ਕਾਫੀ ਤੌਰ ਤੇ ਪੇਸ਼ੈਂਟ ਜਿਹੜੇ ਹੈਗੇ ਨਾ, ਉਹਨਾਂ ਨੂੰ 1-2 ਦਿਨ ਚਾਹੀਦੇ ਹੁੰਦੇ ਨੇ ਸੋਚਣ ਲਈ, ਥੋੜਾ ਘਬਰਾ ਜਾਂਦੇ ਨੇ ਕਿ ਅੱਛਾ ਸੂਈ ਪਾਣਗੇ ਮੇਰੇ ਪੇਟ ਵਿੱਚ, ਬੱਚੇ ਨੂੰ ਤੇ ਕੋਈ ਨੁਕਸਾਨ ਨਹੀਂ ਹੋਏਗਾ। ਤੇ ਮੈਂ ਤੁਹਾਡੇ ਇਸ ਇੰਟਰਵਿਊ ਦੇ ਮਾਧਿਅਮ ਨਾਲ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਟੈਸਟ ਦੀ ਤੁਸੀਂ ਪਲੀਜ਼ ਚਿੰਤਾ ਨਹੀਂ ਕਰਨੀ ਹੈ। ਤੁਹਾਡੇ ਬੱਚੇ ਦੀ ਸੇਫਟੀ ਲਈ ਹੈ। ਹਾਂ ਠੀਕ ਹੈ, ਦੇਖੋ ਕੋਈ ਵੀ ਪ੍ਰੋਸੀਜਰ ਅਸੀਂ ਕਰਦੇ ਹਾਂ ਉਸ ਵਿੱਚ ਥੋੜਾ ਬਹੁਤਾ ਰਿਸਕ ਹੁੰਦਾ ਹੈ, ਬਟ ਇਹ ਪੂਰੀ ਸੇਫ ਤਰੀਕੇ ਨਾਲ ਹੁੰਦਾ ਹੈ। ਅਸੀਂ ਅਲਟਰਾਸਾਊਂਡ ਦੀ ਗਾਈਡੈਂਸ ਵਿੱਚ ਸੂਈ ਪਾਉਂਦੇ ਹਾਂ, ਬੱਚੇ ਦੇ ਆਸ-ਪਾਸ ਬਹੁਤ ਪਾਣੀ ਹੁੰਦਾ ਹੈ, ਉਹ ਪਾਣੀ ਦਾ ਸੈਂਪਲ ਅਸੀਂ ਲੈ ਕੇ ਟੈਸਟ ਲਈ ਭੇਜਦੇ ਹਾਂ। ਇਹ ਜਿਹੜੇ ਬੱਚੇ ਦੇ ਨੇੜੇ ਤੇੜੇ ਪਾਣੀ ਹੁੰਦਾ ਹੈ, ਬੱਚੇ ਦਾ ਪਿਸ਼ਾਬ ਹੁੰਦਾ ਹੈ,
ਤੇ ਇਸ ਵਿੱਚ ਕੋਈ ਪਾਣੀ ਦੀ ਕਮੀ ਨਹੀਂ ਹੋਏਗੀ, ਉਹ ਤੇ ਸੁਸੂ ਤੇ ਬੰਦਾ ਰਹੇਗਾ, ਉਹ ਚੱਲਦਾ ਰਹੇਗਾ, ਠੀਕ ਹੈ ਨਾ। ਔਰ ਫਿਰ ਇਹ ਸੈਂਪਲ ਜਿਹੜਾ ਹੈਗਾ ਇਹ ਜੈਨੇਟਿਕ ਟੈਸਟਿੰਗ ਲਈ ਜਾਂਦਾ ਹੈ। ਔਰ ਜਿਸ ਤਰ੍ਹਾਂ ਕਿ ਅਸੀਂ ਖੂਨ ਵਿੱਚ 100 ਕਿਸਮ ਦੇ ਟੈਸਟ ਕਰ ਸਕਦੇ ਹਾਂ, ਹੀਮੋਗਲੋਬਿਨ ਦੇਖ ਸਕਦੇ ਹਾਂ, ਕਿਡਨੀ, ਲਿਵਰ, ਬਲੱਡ ਸ਼ੂਗਰ ਸਭ ਕੁਝ ਦੇਖ ਸਕਦੇ ਹਾਂ, ਉਸੇ ਤਰ੍ਹਾਂ ਜੈਨੇਟਿਕ ਟੈਸਟ ਵੀ ਕਿਸਮ ਦੇ ਹੁੰਦੇ ਹਨ। ਤੇ ਉਹ ਸਾਨੂੰ ਫਿਰ ਫੈਸਲਾ ਕਰਨਾ ਹੁੰਦਾ ਹੈ ਕਿ ਅਸੀਂ ਕਿਹੜੇ ਟੈਸਟ ਕਰਾਈਏ, ਕਿਉਂਕਿ ਜੈਨੇਟਿਕ ਟੈਸਟ ਜਿਹੜੇ ਹੈਗੇ ਹਨ ਇਹ ਕਾਸਟਲੀ ਹੁੰਦੇ ਹਨ। ਤੋ ਇਸ ਵਿੱਚ ਸਾਨੂੰ ਸੋਚ ਸਮਝ ਕੇ ਕਰਾਉਣਾ ਪੈਂਦਾ ਹੈ, ਔਰ ਇਨ ਟੈਸਟਾਂ ਦੀ ਰਿਪੋਰਟ ਆਉਣ ਵਿੱਚ ਵੀ ਟਾਈਮ ਲੱਗਦਾ ਹੈਗਾ। 2 ਹਫ਼ਤੇ ਤੋਂ ਲੈ ਕੇ 4 ਹਫ਼ਤੇ ਤੱਕ ਵੀ ਲੱਗ ਸਕਦੇ ਨੇ ਰਿਪੋਰਟਾਂ ਆਉਣ ਵਿੱਚ। ਤੇ ਇਹ ਚੀਜ਼ ਵੀ ਪੇਸ਼ੈਂਟ ਨੂੰ ਸਮਝਣਾ ਜ਼ਰੂਰੀ ਹੈ ਕਿ ਜੈਨੇਟਿਕ ਟੈਸਟ ਆਮ ਟੈਸਟ ਨਹੀਂ ਹੈਗਾ ਜਿਹੜਾ ਕਿਸੇ ਵੀ ਲੈਬੋਰਟਰੀ ਵਿੱਚ ਜਾ ਕੇ ਅਸੀਂ ਕਰਾ ਲਈਏ। ਇਸ ਦੇ ਲਈ ਖਾਸ ਲੈਬੋਰਟਰੀਜ਼ ਹੁੰਦੀਆਂ ਹਨ, ਖਾਸ ਬੰਦੇ ਹੁੰਦੇ ਹਨ। ਲੇਕਿਨ ਅਗਰ ਸਾਨੂੰ ਜੈਨੇਟਿਕ ਟੈਸਟ ਦੀ ਰਿਪੋਰਟ ਨਾਰਮਲ ਆ ਜਾਂਦੀ ਹੈ ਤਾਂ ਬਹੁਤ ਤਸੱਲੀ ਹੁੰਦੀ ਹੈ, ਠੀਕ ਹੈ। ਫਿਰ ਅਸੀਂ ਦੇਖਦੇ ਹਾਂ ਅੱਛਾ ਇਸ ਬੱਚੇ ਵਿੱਚ ਮੰਨ ਲਓ ਕਿ ਪੈਰ ਥੋੜੇ ਟੇਢੇ ਹੈਗੇ, ਠੀਕ ਹੈ, ਕਈ ਵਾਰੀ ਪੈਰ ਅੰਦਰਲੇ ਪਾਸੇ ਮੁੜਾ ਹੁੰਦਾ ਤੇ ਉਸਨੂੰ ਅਗਰ ਉਹ ਪ੍ਰੋਬਲਮ ਹੈ ਲੇਕਿਨ ਜੈਨੇਟਿਕ ਟੈਸਟ ਸਭ ਠੀਕ ਹੈ ਤੇ ਇਸ ਦਾ ਇਲਾਜ ਤਾਂ ਡਿਲੀਵਰੀ ਤੋਂ ਬਾਅਦ ਹੋ ਜਾਏਗਾ, ਇਸ ਵਿੱਚ ਚਿੰਤਾ ਦੀ ਗੱਲ ਨਹੀਂ ਹੈਗੀ। ਮਤਲਬ ਤੁਹਾਨੂੰ ਉਸ ਇੱਕ ਐਗਜ਼ਾਮਿਨ ਨਾਲ ਪਤਾ ਲੱਗ ਜਾਂਦਾ ਕਿ ਆਹ ਚੀਜ਼ਾਂ ਨੇ ਜਿਹੜੀਆਂ ਇਹਨੂੰ ਅਸੀਂ ਪ੍ਰੈਗਨੈਂਸੀ 'ਚ ਲੈ ਕੇ ਚੱਲ ਸਕਦੇ ਹਾਂ ਕਿ ਡਿਲੀਵਰੀ ਤੋਂ ਬਾਅਦ ਇਹ ਠੀਕ ਹੋ ਜਾਣਗੇ। ਕਈ ਵਾਰੀ ਬੱਚੇ ਦੀ ਕਿਡਨੀ ਵਿੱਚ ਥੋੜਾ ਪਾਣੀ ਜ਼ਿਆਦਾ ਹੁੰਦਾ ਹੈ, ਉਹ ਚੀਜ਼ ਵੀ ਬਾਅਦ ਵਿੱਚ ਠੀਕ ਹੋ ਸਕਦੀ ਹੈ। ਹਾਂ, ਲੇਕਿਨ ਅਗਰ ਸਾਨੂੰ ਕੋਈ ਐਸਾ ਡਿਫੈਕਟ ਮੰਨ ਲਓ ਅਸੀਂ ਹਾਰਟ ਵਿੱਚ ਕੋਈ ਐਸਾ ਡਿਫੈਕਟ ਦਿਖਦਾ ਹੈਗਾ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਪੈਦਾ ਹੋਣ ਤੋਂ ਬਾਅਦ ਚਾਂਸਸ ਮੁਸ਼ਕਿਲ ਹੈਗੇ ਹਨ ਜਾਂ ਬੱਚੇ ਨੂੰ ਬਹੁਤ ਜ਼ਿਆਦਾ ਸਰਜਰੀਜ਼ ਕਰਾਣੀ ਪੈਣਗੀਆਂ, ਠੀਕ ਹੈ, ਫਿਰ ਇਨਸਾਨ ਪੇਸ਼ੈਂਟ ਨਾਲ ਡਿਸਕਸ ਕਰ ਸਕਦਾ ਹੈ, ਠੀਕ ਹੈ। ਤੇ ਕਹਿਣ ਦਾ ਮਤਲਬ ਹੈ ਕਿ ਮੋਸਟ ਆਫ ਦਾ ਟਾਈਮਸ ਚੀਜ਼ਾਂ ਸਹੀ ਰਸਤੇ ਵਿੱਚ ਹੀ ਜਾਂਦੀਆਂ, ਕਈ ਵਾਰੀ ਚੀਜ਼ਾਂ ਨਹੀਂ ਠੀਕ ਹੁੰਦੀਆਂ, ਕਈ ਵਾਰੀ ਤਕਲੀਫ ਜ਼ਿਆਦਾ ਹੁੰਦੀ ਹੈ, ਬੱਚੇ ਨੂੰ ਡਿਫੈਕਟ ਜ਼ਿਆਦਾ ਹੁੰਦਾ। ਅਗਰ ਉਸ ਕੰਡੀਸ਼ਨ ਵਿੱਚ ਚਲੋ ਫੈਸਲਾ ਲੈਣਾ ਵੀ ਪਿਆ ਅਬੋਰਸ਼ਨ ਕਰਨ ਦਾ, ਮੈਂ ਜਿਹੜਾ ਮੈਸੇਜ ਦੇਣਾ ਚਾਹੁੰਦੀ ਹਾਂ ਉਹ ਇਹ ਦੇਣਾ ਚਾਹੁੰਦੀ ਹਾਂ ਕਿ ਪੇਸ਼ੈਂਟ ਉਸ ਟਾਈਮ ਤੇ ਇੰਨਾ ਅਪਸੈਟ ਹੁੰਦਾ ਹੈ, ਇੰਨਾ ਪਰੇਸ਼ਾਨ ਹੁੰਦਾ ਹੈ ਕਿ ਉਸ ਤੋਂ ਬਿਯੋਂਡ ਨਹੀਂ ਸੋਚਦਾ। ਮੈਂ ਇਹੀ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦੀ ਸੀ, ਜਿਵੇਂ ਹੁਣ ਆਪਾਂ ਗੱਲ ਹੀ ਕਰ ਰਹੇ ਹਾਂ, ਮੈਂ ਪੂਰਾ ਇੱਕ ਬੱਚਾ ਅੰਦਰ ਇਮੇਜਿਨ ਕਰ ਲਿਆ ਹੈ ਨਾ ਕਿ ਵੀ ਐਦਾਂ ਹੁੰਦਾ, ਤੇ ਉਹ ਜਿਹੜੀ ਮਾਂ ਹੈ ਉਹਦੇ ਲਈ ਜਾਂ ਫਾਦਰ ਲਈ ਉਹ ਕਿੱਡਾ ਇਮੋਸ਼ਨਲ ਪਾਰਟ ਹੈ। ਬਿਲਕੁਲ, ਵੀ ਤੁਹਾਨੂੰ ਜਦੋਂ ਤੁਸੀਂ ਇਹ ਸੁਜੈਸ਼ਨ ਦਿੰਦੇ ਹੋ ਨਾ, ਉਹ ਕਿੰਨਾ ਇਮੋਸ਼ਨਲ ਜੀ ਸਿਚੁਏਸ਼ਨ ਬਣ ਜਾਂਦੀ ਹੋਣੀ, ਔਰ ਉਹਨਾਂ ਨੂੰ ਉਸ ਚੀਜ਼ ਲਈ ਕਨਵਿੰਸ ਕਰਨਾ ਕਿੰਨਾ ਔਖਾ ਹੋ ਜਾਂਦਾ। ਇਸ ਕਰਕੇ ਮੈਨੂੰ ਇਹੀ ਲੱਗਦਾ ਕਿ ਇਸ ਕਰਕੇ ਇਹ ਬਹੁਤ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਅਲਟਰਾਸਾਊਂਡ ਕਰਿਆ ਔਰ ਫਿਰ ਅੰਜੀ ਰਿਪੋਰਟ ਲੈ ਜਾਓ, ਇਸ ਤਰ੍ਹਾਂ ਨਹੀਂ। ਤੁਸੀਂ ਪੇਸ਼ੈਂਟ ਨਾਲ ਪਹਿਲੇ ਉਸਨੂੰ ਸਮਝਾਉਣਾ ਹੈ, ਕਿਉਂਕਿ ਇਹ ਮੈਡੀਕਲ ਕੰਡੀਸ਼ਨ ਹੈ, ਤੁਸੀਂ ਸਮਝਾ ਰਹੇ ਹੋ ਇਸ ਦਾ ਮਤਲਬ ਕੀ ਹੈ। ਔਰ ਕਈ ਵਾਰੀ ਸਿਰਫ ਅਸੀਂ ਨਹੀਂ ਇਨਵੋਲਵਡ ਹੁੰਦੇ ਇਸ ਵਿੱਚ। ਫੋਰ ਐਗਜ਼ਾਮਪਲ ਅਗਰ ਮੈਨੂੰ ਹਾਰਟ ਦੀ ਪ੍ਰੋਬਲਮ ਅਗਰ ਲੱਭੀ ਹੈ ਬੱਚੇ ਵਿੱਚ, ਤੇ ਮੈਂ ਕਾਰਡੀਓਲੋਜਿਸਟ ਜਿਹੜਾ ਬੱਚੇ ਦੇ ਕਾਰਡੀਓਲੋਜਿਸਟ ਹੈਗੇ ਹਨ ਉਹ ਸਾਡੀ ਟੀਮ ਵਿੱਚ ਹੁੰਦੇ, ਉਹਨਾਂ ਨਾਲ ਵੀ ਪੇਰੈਂਟਸ ਨੂੰ ਮਿਲਾਉਂਦੀ ਹਾਂ, ਬਿਕੋਜ਼ ਪੈਦਾਇਸ਼ ਤੋਂ ਬਾਅਦ ਕਾਰਡੀਓਲੋਜਿਸਟ ਨੇ ਬੱਚੇ ਨੂੰ ਦੇਖਣਾ ਹੈ। ਉਹ ਫਿਰ ਪੇਰੈਂਟਸ ਨੂੰ ਇੱਕ ਆਈਡੀਆ ਦਿੰਦਾ ਕਿ ਇਹ ਚੀਜ਼ਾਂ ਹੋਣਗੀਆਂ, ਇਹ ਸਰਜਰੀ ਹੋਏਗੀ, ਇਸ ਤਰ੍ਹਾਂ ਹੋਏਗਾ। ਅਗਰ ਔਰ ਫਿਰ ਕਿਤਨੀ ਵਾਰ ਫੋਰ ਐਗਜ਼ਾਮਪਲ ਕਿਸੇ ਨੂੰ ਕਿਡਨੀ ਦਾ ਪ੍ਰੋਬਲਮ ਹੈਗਾ, ਅਗੇਨ ਪੀਡੀਆਟ੍ਰਿਕ ਸਰਜਨ ਨੂੰ ਮਿਲਾਵਾਂਗੇ, ਠੀਕ ਹੈ, ਉਹ ਦੱਸੇਗਾ ਜੀ ਹਾਂ ਬਈ ਪੈਦਾਇਸ਼ ਤੋਂ ਬਾਅਦ ਇਹ ਟੈਸਟ ਕਰਕੇ ਦੇਖਾਂਗੇ, ਇੰਨਾ ਹੋਏਗਾ ਤੇ ਇਹ ਆਪਰੇਸ਼ਨ ਹੋਏਗਾ, ਨਹੀਂ ਹੋਏਗਾ ਤੇ ਇਸ ਤਰ੍ਹਾਂ ਹੀ ਠੀਕ ਹੋ ਜਾਏਗਾ ਬੱਚਾ। ਕਹਿਣ ਦਾ ਮਤਲਬ ਹੈ ਕਿ ਫੀਟਲ ਮੈਡੀਸਿਨ ਸਪੈਸ਼ਲਿਸਟ ਤੁਸੀਂ ਇਕੱਲੇ ਨਹੀਂ ਕੰਮ ਕਰ ਸਕਦੇ, ਤੁਹਾਨੂੰ ਇੱਕ ਪੂਰੀ ਟੀਮ ਦੀ ਇਨਵੋਲਵਮੈਂਟ ਹੈਗੀ ਹੈ। ਜਿਸ ਡਾਕਟਰ ਨੇ ਡਿਲੀਵਰੀ ਕਰਨੀ ਹੈ ਉਹ ਵੀ ਇਨਵੋਲਵਡ ਹੈ ਤੁਹਾਡੇ ਨਾਲ, ਜਿਸ ਪੀਡੀਆਟ੍ਰਿਸ਼ੀਅਨ ਨੇ ਇਸ ਬੱਚੇ ਨੂੰ ਦੇਖਣਾ ਹੈ ਪੈਦਾਇਸ਼ ਤੋਂ ਬਾਅਦ ਉਹ ਵੀ ਇਨਵੋਲਵਡ ਹੈ। ਤੁਸੀਂ ਇਸ ਬੱਚੇ ਨੂੰ ਉਸ ਟਾਈਮ ਦੇਖ ਰਹੇ ਹੋ ਜਦ ਇਹ ਅੰਦਰ ਪਲ ਰਿਹਾ ਹੈ, ਔਰ ਤੁਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਬਾਕੀ ਸਾਰੀ ਚੀਜ਼ਾਂ ਸੈੱਟ ਕਰਕੇ ਦੇ ਦੇਵਾਂ ਤਾਂ ਕਿ ਅੱਗੇ ਇਸ ਬੱਚੇ ਦਾ ਅਗਰ ਕੋਈ ਪ੍ਰੋਬਲਮ ਹੈਗੀ ਹੈ ਤੇ ਉਹ ਠੀਕ ਹੋ ਜਾਏ। ਅਗਰ ਕੋਈ ਐਸੀ ਪ੍ਰੋਬਲਮ ਹੈਗੀ ਹੈ ਜਿਹੜੀ ਕਾਫੀ ਖਰਾਬ ਹੈ, ਜਿਸ ਨਾਲ ਬੱਚੇ ਦਾ ਕੋਈ ਚਾਂਸ ਨਹੀਂ ਹੈਗਾ, ਔਰ ਪੇਸ਼ੈਂਟ ਨੂੰ ਅਸੀਂ ਅਬੋਰਸ਼ਨ ਦੀ ਆਪਸ਼ਨ ਦਿੰਦੇ ਹਾਂ, ਤੇ ਉਸ ਟਾਈਮ ਤੇ ਉਹ ਸਪੋਰਟ ਤੇ ਅਸੀਂ ਕਰਦੇ ਹੀ ਹਾਂ, ਪੂਰੀ ਫੈਮਿਲੀ ਨੂੰ ਸਮਝਾਣਾ, ਉਹਨਾਂ ਨੂੰ ਟਾਈਮ ਦੇਣਾ। ਲੇਕਿਨ ਇਹ ਆਮ ਤੌਰ ਤੇ ਲੋਕ ਫਿਰ ਇਸ ਪ੍ਰੈਗਨੈਂਸੀ ਨੂੰ ਅੱਗੇ ਟੈਸਟ ਨਹੀਂ ਕਰਦੇ, ਠੀਕ ਹੈ ਨਾ, ਕਿਉਂਕਿ ਉਹ ਇੰਨੇ ਪਰੇਸ਼ਾਨ ਹੁੰਦੇ ਹਨ। ਲੇਕਿਨ ਇੱਥੇ ਹੀ ਸਾਡੇ ਕੋਲ ਬਹੁਤ ਵੱਡਾ ਸਵਾਲ ਰਹਿ ਜਾਂਦਾ ਹੈ। ਜਦ ਕਈ ਵਾਰੀ ਸਾਡੇ ਕੋਲ ਪੇਸ਼ੈਂਟ ਆਉਂਦਾ ਜਿਸ ਦੇ ਪਿਛਲੇ ਬੱਚੇ ਵਿੱਚ ਕੋਈ ਪ੍ਰੋਬਲਮ ਸੀਗੀ, ਫਿਰ ਅਸੀਂ ਕਹਿੰਦੇ ਆ ਉਸਦਾ ਤੁਸੀਂ ਕੋਈ ਜੈਨੇਟਿਕ ਟੈਸਟ ਕਰਾਇਆ ਸੀਗਾ, ਤੇ ਉਹ ਕਹਿੰਦੇ ਨੇ ਜੀ ਨਹੀਂ ਕਰਾਇਆ, ਜਾਂ ਕਿਸੇ ਨੇ ਦੱਸਿਆ ਨਹੀਂ, ਜਾਂ ਸਾਡੇ ਕੋਲ ਕਾਗਜ਼ ਵੀ ਨਹੀਂ ਹੈਗੇ ਹਨ ਉਸ ਟਾਈਮ ਤੇ ਕੀ ਹੋਇਆ। ਸੋ ਅਗਰ ਕੋਈ ਐਸੀ ਚੀਜ਼ ਕਿਸੇ ਦੇ ਨਾਲ ਹੋਈ ਹੈ, ਆਪਣੇ ਪੁਰਾਣੇ ਰਿਕਾਰਡ ਜ਼ਰੂਰ ਰੱਖੋ, ਨੰਬਰ 1। ਨੰਬਰ 2 ਕਿੰਨਾ ਜ਼ਰੂਰੀ ਹੈ ਨਾ ਕਿ ਪਹਿਲੀ ਪ੍ਰੈਗਨੈਂਸੀ ਦੇ ਰਿਕਾਰਡ ਤੁਹਾਡੇ ਕੋਲ ਹੋਣੇ ਚਾਹੀਦੇ ਹਮੇਸ਼ਾ। ਔਰ ਦੂਸਰਾ, ਅਗਰ ਕੁਛ ਇਸ ਤਰ੍ਹਾਂ ਦੀ ਅਬੋਰਸ਼ਨ ਹੁੰਦਾ ਹੈ, ਕਰਾना ਪੈਂਦਾ ਹੈ, तो उस बच्चे की जेनेटिक टेस्टिंग कराना बहुत ज़रूरी है। और मतलब
ताकि सानू पता चले, क्योंकि अगर कोई चीज़ किसी जेनेटिक वजह नाल होई हैगी है, फिर ਉਹ ਦੇਖਣਾ ਪੈਂਦਾ ਸਾਨੂੰ ਕਿ ਇਸ ਚੀਜ਼ ਦਾ ਦੁਬਾਰਾ ਹੋਣ ਦਾ ਚਾਂਸ ਕੀ ਹੈਗਾ। ਦਿਸ ਬ੍ਰਿੰਗਸ ਮੀ ਟੂ ਅਨਦਰ, ਇੱਕ ਹੋਰ ਚੀਜ਼ ਦੱਸਦੀ ਹਾਂ। ਕਈ ਵਾਰੀ ਕੁਝ ਪੇਸ਼ੈਂਟਸ ਹੁੰਦੇ ਨੇ ਜਿਨ੍ਹਾਂ ਨੇ ਪਿਛਲੇ ਬੱਚੇ ਵਿੱਚ ਠੀਕ ਨਹੀਂ ਕੁਝ ਹੋਇਆ, ਜੈਨੇਟਿਕ ਟੈਸਟ ਵੀ ਕਰਾਏ ਔਰ ਕੋਈ ਪ੍ਰੋਬਲਮ ਮਿਲ ਵੀ ਗਈ, ਠੀਕ ਹੈ, ਹੁਣ ਉਹ ਦੁਬਾਰਾ ਸਾਡੇ ਕੋਲ ਪ੍ਰੈਗਨੈਂਟ ਹੋ ਕੇ ਆਏ ਹਨ ਜਾਂ ਪ੍ਰੈਗਨੈਂਸੀ ਹੋਈ ਨਹੀਂ ਹੈ ਉਸ ਤੋਂ ਪਹਿਲੇ ਆ ਗਏ, ਹਾਂਜੀ, ਠੀਕ ਹੈ, ਉਸ ਦੀ ਗੱਲ ਵੀ ਅਸੀਂ ਕਰਾਂਗੇ ਪ੍ਰੈਗਨੈਂਸੀ ਤੋਂ ਪਹਿਲੇ, ਹੈ ਨਾ। ਤੇ ਅਗਰ ਸਾਨੂੰ ਪਤਾ ਹੈਗਾ ਕਿ ਪਿਛਲੇ ਬੱਚੇ ਵਿੱਚ ਕੀ ਪ੍ਰੋਬਲਮ ਸੀਗੀ, ਅਸੀਂ ਇਸ ਪ੍ਰੈਗਨੈਂਸੀ ਵਿੱਚ ਹੀ ਉਹ ਟੈਸਟ ਪਹਿਲੇ ਹੀ ਕਰ ਸਕਦੇ ਹਾਂ ਜਦ ਮਦਰ ਪ੍ਰੈਗਨੈਂਟ ਹੈਗੀ ਹੈ, ਤੀਜੇ ਮਹੀਨੇ ਵਿੱਚ ਵੀ ਕਰ ਸਕਦੇ ਹਾਂ, ਪੰਜਵੇਂ ਮਹੀਨੇ ਵਿੱਚ ਵੀ ਕਰ ਸਕਦੇ ਹਾਂ। ਫਿਰ ਅਗਰ ਸਾਨੂੰ ਪਤਾ ਲੱਗ ਗਿਆ ਅਸੀਂ ਇਹ ਚੀਜ਼ ਲੱਭ ਰਹੇ ਹਾਂ, ਇਹ ਚੀਜ਼ ਇਸ ਬੱਚੇ ਨੂੰ ਨਹੀਂ ਹੈਗੀ ਹੈ, ਉਹ ਪੇਸ਼ੈਂਟ ਨੂੰ ਬਹੁਤ ਤਸੱਲੀ ਦਿੰਦੀ ਹੈ ਕਿ ਚਲੋ ਸਭ ਠੀਕ ਹੈ, ਸਭ ਠੀਕ ਰਹੇਗਾ, ਹਾਂਜੀ, ਠੀਕ ਹੈ। ਸੋ ਇਸ ਕਰਕੇ ਮੈਂ ਕਹਿ ਰਹੀ ਹਾਂ ਕਿ ਇਹ ਪਿਛਲੀ ਇਨਫੋਰਮੇਸ਼ਨ ਬਹੁਤ ਜ਼ਰੂਰੀ ਹੈ ਤਾਂ ਕਿ ਅੱਗੇ ਦੀ ਨਸਲ ਜਿਹੜੀ ਹੈਗੀ ਹੈ ਉਹ ਸਹੀ ਹੋਵੇ। ਹੁਣ ਮੈਂ ਇੱਕ ਪਹਿਲਾਂ ਆਪਾਂ ਸਭ ਤੋਂ ਪਹਿਲੀ ਚੀਜ਼ ਤੇ ਆਉਂਦੇ ਆ, ਮੰਨ ਲਓ ਕਿ ਮੇਰੀ ਕੋਈ ਬਚਪਨ 'ਚ ਹਾਰਟ ਦੀ ਸਰਜਰੀ ਹੋਈ ਆ, ਜਾਂ ਜਿਵੇਂ ਆਪਾਂ ਕਹਿੰਦੇ ਕਿ ਮਿਰਗੀ ਦੇ ਜਿਹੜੇ ਪੇਸ਼ੈਂਟ ਹੁੰਦੇ ਨੇ ਉਹਨਾਂ ਦੇ ਕੇਸ ਬਹੁਤ ਜ਼ਿਆਦਾ ਉਲਝ ਜਾਂਦੇ ਆ ਨਾ ਬਾਅਦ ਚੋਂ, ਜਾਂ ਮੈਨੂੰ ਕੋਈ ਹੋਰ ਏਦਾਂ ਦੀ ਪ੍ਰੋਬਲਮ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਈ ਵਾਰੀ ਬਹੁਤ ਜ਼ਿਆਦਾ ਸ਼ੂਗਰ ਲੈਵਲ ਬਹੁਤ ਹਾਈ ਹੁੰਦਾ, ਜਾਂ ਬੀਪੀ ਨਾਰਮਲੀ ਕਈ ਫੈਮਲੀਜ਼ ਦਾ ਹੀ ਵੱਧਦਾ ਰਹਿੰਦਾ ਹਨਾ, ਤੇ ਇਦਾਂ ਦੇ ਕਿਹੜੀਆਂ ਪ੍ਰੋਬਲਮਸ ਨੇ ਵੀ ਜੇ ਕਿਸੇ ਵੀ ਕਪਲ 'ਚ, ਚਾਹੇ ਉਹ ਮੇਲ 'ਚ ਨੇ ਜਾਂ ਫੀਮੇਲ 'ਚ ਨੇ, ਉਹਨਾਂ ਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਕਿ ਪ੍ਰੈਗਨੈਂਸੀ ਪਲਾਨ ਕਰਨ ਤੋਂ ਪਹਿਲਾਂ? ਬਿਲਕੁਲ। ਹੁਣ ਦੇਖੋ, ਮੋਸਟ ਆਫ ਦਾ ਟਾਈਮ ਪ੍ਰੈਗਨੈਂਸੀ ਜਿਹੜੀ ਹੈਗੀ ਅਨਪਲੈਨਡ ਨਹੀਂ ਹੁੰਦੀ, 50% ਤੋਂ ਟਾਈਮ ਤੋਂ ਅਨਪਲੈਨਡ ਹੀ ਹੁੰਦੀ ਹੈ। ਜੇ ਹੋ ਵੀ ਜਾਂਦੀ ਹੈ ਤਾਂ ਸਾਡੇ ਘਰਾਂ 'ਚ ਇਹੀ ਕਿਹਾ ਜਾਂਦਾ ਕਿ ਹਲੇ ਨਾ ਡਾਕਟਰ ਕੋਲ ਜਾਓ, 2-3 ਮਹੀਨੇ ਰੁਕ ਜਾਓ, ਹੈਨਾ, ਫਿਰ ਵੀ 2-3 ਮਹੀਨੇ ਰੁਕਣ ਲਈ ਕਿਹਾ ਜਾਂਦਾ। ਆਈ ਨੋ, ਚਲੋ ਫਿਰ ਵੀ ਤੀਜੇ ਮਹੀਨੇ ਤੇ ਆ ਕੇ ਦੱਸ ਲਓ ਜ਼ਰੂਰ, ਬਟ ਆਈਡੀਅਲ ਮਾਹੌਲ ਵਿੱਚ ਤੇ ਇਹ ਹੈਗਾ ਕਿ ਬਈ ਤੁਸੀਂ ਪ੍ਰੈਗਨੈਂਸੀ ਤੋਂ ਪਹਿਲੇ ਜਾ ਕੇ ਡਾਕਟਰ ਨੂੰ ਮਿਲੋ, ਠੀਕ ਹੈ। ਪ੍ਰੈਗਨੈਂਸੀ ਪਲਾਨ ਕਰਨ ਤੋਂ ਪਹਿਲਾਂ ਕੁਝ ਚੀਜ਼ਾਂ ਹੈਗੀਆਂ, ਠੀਕ ਹੈ। फॉर एग्जाम्पल, सबसे पहले अपनी सेहत अच्छी होएगी तो अच्छा बीज बनेगा, अच्छी फसल बनेगी, ठीक है। तो माँ और बाप नंबर 1 सब तो पहले मैं कहती हाँ वेट, आजकल अपने देश विच माहौल विच ओबेसिटी, मोटापा बहुत वध गया है, जंक फूड बहुत खाते हैं। अगर तुसी प्रेगनेंसी ड्रग्स, हाँ, अगर तुसी प्रेगनेंसी प्लान करन वाले हो, अपना वेट कंट्रोल करो, फिजिकल एक्टिविटी करो। मदर जिहड़ी प्रेगनेंसी प्लान करन वाली हैं ਉਹਨਾਂ ਨੂੰ ਫੋਲਿਕ ਐਸਿਡ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ। ਫੋਲਿਕ ਐਸਿਡ ਇੱਕ ਸਿੰਪਲ ਵਿਟਾਮਿਨ ਦੀ ਟੈਬਲੇਟ ਹੈਗੀ ਹੈ ਜਿਹੜੀ ਕੁਛ ਇੱਕ ਡਿਫੈਕਟਸ ਹੁੰਦੇ ਨੇ ਰੀੜ ਦੀ ਹੱਡੀ ਦੇ ਕਨਾਲ ਦੇ ਔਰ ਬ੍ਰੇਨ ਦੇ, ਉਹਨਾਂ ਨੂੰ ਪ੍ਰੀਵੈਂਟ ਕਰਦੀ ਹੈਗੀ ਹੈ, ਠੀਕ ਹੈ। ਤੇ ਕਮ ਅਜ਼ ਕਮ ਅਸੀਂ ਕਹਿੰਦੇ ਹਾਂ ਕਿ ਕਮ ਅਜ਼ ਕਮ 2-3 ਮਹੀਨੇ ਪਹਿਲੇ ਸ਼ੁਰੂ ਕਰ ਦੋਗੇ ਤੇ ਬੋਡੀ ਵਿੱਚ ਲੈਵਲ ਅੱਛਾ ਹੋਏਗਾ, ਠੀਕ ਹੈ। ਇਹ ਚੀਜ਼ ਹੈ। ਤੀਜੀ ਚੀਜ਼, ਅਗਰ ਕੋਈ ਵੀ ਨਸ਼ਾ ਕਰਦੇ ਹੋ, ਐਡਿਕਸ਼ਨ ਹੈ, ਸਮੋਕਿੰਗ ਹੈ, ਡਰਿੰਕਿੰਗ ਹੈ, ਇਹ ਕੱਟ ਕਰੋ, ਬੰਦ ਕਰੋ, ਠੀਕ ਹੈ। ਚੌਥੀ ਚੀਜ਼, ਅਗਰ ਕਿਸੇ ਨੂੰ ਸ਼ੂਗਰ ਹੈਗੀ ਹੈ, शुगर कंट्रोल करना बहुत ज़रूरी है, क्योंकि अगर शुगर बहुत हाई होएगी बच्चे विच डिफेक्ट्स पैदा करेगी, ठीक है। अगर तुसी किसी होर बीमारी दी करके कुछ मेडिकेशंस पे हो, बड़ी किस्म की बीमारियां हैं, इस तरह नहीं है कि जिन लोगों को कोई मेडिकल प्रॉब्लम है वो प्रेगनेंट नहीं हो सकते हैं, लेकिन उन्होंने अपने डॉक्टर को फिर पूछना पएगा कि मैं हुण इस दवाई तो दूजी दवाई ते आना चाहता हाँ, क्योंकि हुण मैं प्रेगनेंसी ਪਲਾਨ ਕਰਨ ਲੱਗਾ ਹਾਂ, ਜਾਂ ਤੁਸੀਂ ਮੈਨੂੰ ਐਡਵਾਈਸ ਕਰੋ ਕਿ ਕਿਹੜੀ ਦਵਾਈ ਖਾਵਾਂ। ਜਿਸ ਨੂੰ ਫੋਰ ਐਗਜ਼ਾਮਪਲ ਅਗਰ ਕਿਸੇ ਨੂੰ ਦੌਰੇ ਪੈਂਦੇ ਨੇ, ਠੀਕ ਹੈ, ਉਸ ਨੂੰ ਅਸੀਂ ਚਾਹੁੰਦੇ ਹਾਂ ਕਿ ਕਮ ਅਜ਼ ਕਮ ਮਿਨੀਮਮ 1 ਸਾਲ ਦੌਰਾ ਨਹੀਂ ਪਿਆ ਹੋਏ ਤੇ ਅੱਛਾ ਹੈਗਾ, ਔਰ ਦੌਰਿਆਂ ਦੀ ਦਵਾਈ ਵੀ ਪੂਰੀ ਕੰਟਰੋਲ ਵਿੱਚ ਹੋਏ, ਔਰ ਉਹ ਦਵਾਈ ਵੀ ਸਾਨੂੰ ਬਦਲਣੀ ਪੈ ਸਕਦੀ ਹੈ ਪ੍ਰੈਗਨੈਂਸੀ ਵਿੱਚ, ਠੀਕ ਹੈ। ਅਗਰ ਕਿਸੇ ਦੀ ਕੋਈ ਹਾਰਟ ਸਰਜਰੀ ਹੋਈ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਮਦਰ ਦਾ ਹਾਰਟ ਦਾ ਸਟੇਟਸ ਠੀਕ ਹੈ, ਕਿਉਂਕਿ ਪ੍ਰੈਗਨੈਂਸੀ ਦਾ ਹਾਰਟ ਤੇ ਬਹੁਤ ਜ਼ੋਰ ਹੁੰਦਾ ਹੈ, ਹਾਂਜੀ, ਠੀਕ ਹੈ। ਤੇ ਮਦਰ ਦਾ ਈਕੋ ਹੋਣਾ ਚਾਹੀਦਾ ਕਿ ਦੇਖਣ ਲਈ ਕਿ ਮਦਰ ਫਿਟ ਹੈ। ਕਈ ਵਾਰੀ ਕੁਝ ਪੇਸ਼ੈਂਟਸ ਹੁੰਦੇ ਨੇ ਉਹਨਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਹੈ, ਉਹ ਪ੍ਰੈਗਨੈਂਸੀ ਕਰਨਾ ਚਾਹੁੰਦੇ ਨੇ। ਸੋ ਇਹ ਸਾਰੀ ਚੀਜ਼ਾਂ ਲਈ ਸਾਨੂੰ ਮਿਲ ਕੇ ਦੇਖਣਾ ਪੈਂਦਾ ਕਿ ਐਸਾ ਨਹੀਂ ਹੈ ਕਿ ਪ੍ਰੈਗਨੈਂਸੀ ਨਹੀਂ ਕਰ ਸਕਦੇ, ਕਰ ਸਕਦੇ ਹੋ, ਲੇਕਿਨ ਪ੍ਰੈਗਨੈਂਸੀ ਪਲਾਨ ਕਰਨ ਤੋਂ ਪਹਿਲੇ ਸਾਨੂੰ ਸਾਰੀ ਚੀਜ਼ਾਂ ਚੈੱਕ ਕਰਨੀਆਂ ਕਿ ਹਾਂ ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਹੁਣ ਤੁਸੀਂ ਪ੍ਰੈਗਨੈਂਟ ਹੋ ਜਾਓ। ਔਰ ਬਾਈ ਚਾਂਸ ਪ੍ਰੈਗਨੈਂਟ ਹੋ ਗਏ, ਠੀਕ ਹੈ, ਔਰ ਤੁਹਾਨੂੰ ਪਤਾ ਨਹੀਂ ਸੀਗਾ ਪ੍ਰੈਗਨੈਂਟ ਹੋ ਗਏ, ਤੇ ਜਿਸ ਤਰ੍ਹਾਂ ਹੀ ਪ੍ਰੈਗਨੈਂਟ ਹੁੰਦੇ ਹੋ ਸ਼ੁਰੂ ਵਿੱਚ ਹੀ ਤੁਸੀਂ ਆਪਣੇ ਡਾਕਟਰ ਨੂੰ ਜਾ ਕੇ ਮਿਲੋ, ਤਾਂ ਕਿ ਕਮ ਅਜ਼ ਕਮ ਜਿਹੜੇ ਪਹਿਲੇ 3 ਮਹੀਨੇ ਜਿਸ ਵਿੱਚ ਬੱਚਾ ਬਣਦਾ ਹੈ, ਜਿਸ ਵਿੱਚ ਬੱਚੇ ਦੀ ਬਣਾਵਟ, ਉਸਦੇ ਅੰਗ ਬਣਦੇ ਨੇ, ਡਿਫੈਕਟਸ ਉਸੇ ਟਾਈਮ ਪੈਦਾ ਹੁੰਦੇ ਨੇ, ਠੀਕ ਹੈ ਨਾ। ਉਸ ਟਾਈਮ ਤੇ ਜਿਹੜਾ ਹੈਗਾ ਤੁਹਾਡਾ ਮੈਕਸਿਮਮ ਕੇਅਰ ਹੋਣਾ ਜ਼ਰੂਰੀ ਹੈ। ਕੋਈ ਵੀ ਦਵਾਈ ਬਦਲਣੀ ਹੈ, ਐਡ ਕਰਨੀ ਹੈ, ਉਹ
ਉਸ ਟਾਈਮ ਕੀਤੀ ਜਾਏ। ਜਾਂ ਜਿਵੇਂ ਅਸੀਂ ਗਾਇਨੀ ਦੇ ਡਾਕਟਰ ਕੋਲ ਵੀ ਜਦੋਂ ਜਾਂਦੇ ਹਾਂ ਤਾਂ ਸਾਨੂੰ ਪਾਸਟ ਹਿਸਟਰੀ ਸਾਡੀ ਡਿਸਕਸ ਕਰਨੀ ਚਾਹੀਦੀ ਹੈ ਉਹਨਾਂ ਹਾਂਜੀ, ਨਾਲ। ਅਸੀਂ ਕਈ ਬਿਲਕੁਲ। ਵਾਰੀ ਲੁਕੋ ਲੈਂਦੇ ਹਾਂ, ਹੈ ਨਾ। ਹਾਂਜੀ, ਹਾਂਜੀ। ਜਾਂ ਜਿਵੇਂ ਜਦੋਂ ਮੇਰੀ ਪ੍ਰੈਗਨੈਂਸੀ ਸੀ ਉਸ ਟਾਈਮ ਏਡਸ ਦਾ ਟੈਸਟ ਨਾਰਮਲ ਹਾਂ, ਹੁੰਦਾ ਹੀ ਸੀਗਾ, ਹੈ ਨਾ, ਹਾਂਜੀ, ਹਰ ਹਾਂਜੀ, ਹਸਪੀਟਲ 'ਚ ਸ਼ੁਰੂ ਬਿਲਕੁਲ, ਹੋ ਗਿਆ ਸੀ। ਬਿਲਕੁਲ। ਔਰ ਲੋਕ ਡਰਦੇ ਸੀ ਉਹਨੂੰ ਵੀ ਕਰਾਉਣ ਤੋਂ, ਹਾਂ, ਹੈ ਨਾ, ਹਾਂ, ਅਸੀਂ ਅਵੋਇਡ ਕਰਦੇ ਸੀ, ਬਿਲਕੁਲ। ਜਿਵੇਂ ਲੱਗਦਾ ਸੀ ਕਿ ਸਾਨੂੰ ਨਿਕਲ ਹੀ ਆਏਗਾ ਹਾਂ, ਸ਼ਾਇਦ। ਹਾਂ। ਤੇ ਮੈਮ ਇੱਕ ਚੀਜ਼ ਜਿਹੜੀ ਬੇਹੱਦ ਜ਼ਿਆਦਾ ਜ਼ਰੂਰੀ ਹੈ ਨਾ, ਜਿਵੇਂ ਮੈਂ ਉਹ ਪੜ੍ਹੀ ਸੀ, ਤੁਹਾਨੂੰ ਦੱਸਿਆ ਸੀ HR ਪ੍ਰੈਗਨੈਂਸੀਜ਼ ਹੁੰਦੀਆਂ ਨੇ, RH, RH ਸੌਰੀ, ਵੀ ਜੇ ਮਦਰ ਦਾ ਬਲੱਡ ਗਰੁੱਪ ਹੈ ਜਿਹੜਾ ਉਹ ਨੈਗੇਟਿਵ ਆ ਤੇ ਫਾਦਰ ਦਾ ਪੋਜ਼ਿਟਿਵ ਆ, ਕਿ ਉਦਾਂ ਦੇ ਕੇਸਿਸ ਦੇ ਵਿੱਚ ਵੀ ਹਾਂਜੀ, ਪ੍ਰੋਬਲਮਸ ਆਉਂਦੀਆਂ ਹਾਂਜੀ। ਨੇ। ਸੋ ਨਾਓ ਹੁਣ ਮੈਂ ਇਸ ਚੀਜ਼ ਦੀ ਗੱਲ ਕਰਦੀ ਹਾਂ, ਗੁੱਡ ਪਾਣੀ ਪੀ ਲਓ। ਹਾਂਜੀ ਹਾਂਜੀ ਬਿਲਕੁਲ। ਜਿਸ ਤਰ੍ਹਾਂ ਵਿਆਹ ਤੋਂ ਪਹਿਲੇ ਕੁੰਡਲੀਆਂ ਮਿਲਾਉਂਦੇ ਨੇ ਲੋਕ, ਹੈ ਨਾ। ਅਸੀਂ ਕਹਿੰਦੇ ਆ ਕਿ ਵਿਆਹ ਤੋਂ ਪਹਿਲੇ ਨਾ 3 ਚੀਜ਼ਾਂ ਮਿਲਾਉਣੀ ਚਾਹੀਦੀਆਂ। ਬਲੱਡ ਗਰੁੱਪ, ਠੀਕ ਹੈ, HIV, ਏਡਸ, ਇਸ ਠੀਕ ਹੈ। ਹਿਸਾਬ ਨਾਲ ਬਹੁਤੇ ਵਿਆਹ ਨਹੀਂ ਹੋਣਗੇ। ਔਰ ਤੀਜੀ ਚੀਜ਼ ਹੈ ਥੈਲੇਸੀਮੀਆ। ਇਸ ਚੀਜ਼ ਦੇ ਬਾਰੇ ਵੀ ਮੈਂ ਗੱਲ ਬਹੁਤ ਕਰਨਾ ਜ਼ਰੂਰੀ ਚਾਹੁੰਦੀ ਹੈ, ਹਾਂ, ਠੀਕ ਹੈ। ਬਿਲਕੁਲ। ਅਗਰ ਮਦਰ ਦਾ ਬਲੱਡ ਗਰੁੱਪ ਨੈਗੇਟਿਵ ਹੈ ਔਰ ਫਾਦਰ ਦਾ ਬਲੱਡ ਗਰੁੱਪ ਪੋਜ਼ਿਟਿਵ ਹੈਗਾ, ਹਾਂਜੀ। ਠੀਕ ਹੈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਬੱਚੇ ਦਾ ਬਲੱਡ ਗਰੁੱਪ ਕੀ ਹੋਏਗਾ। ਪ੍ਰੋਬਲਮ ਬੱਚੇ ਨੂੰ ਤਦ ਆਉਂਦੀ ਹੈ ਅਗਰ ਬੱਚੇ ਦਾ ਬਲੱਡ ਗਰੁੱਪ ਪੋਜ਼ਿਟਿਵ ਹੈਗਾ। ਔਰ ਇਹ ਪਹਿਲੇ ਬੱਚੇ ਨੂੰ ਪ੍ਰੋਬਲਮ ਨਹੀਂ ਆਉਂਦੀ ਹੈ, ਇਹ ਦੂਸਰੇ, ਤੀਸਰੇ, ਚੌਥੇ ਬੱਚੇ ਨੂੰ ਪ੍ਰੋਬਲਮ ਵੱਧਦੀ ਜਾਂਦੀ ਹੈ। ਹਰ ਪ੍ਰੈਗਨੈਂਸੀ ਵਿੱਚ ਇਹ ਪ੍ਰੋਬਲਮ ਵਧੇਗੀ। ਓਕੇ। ਸੋ ਜਿੱਥੇ ਮਦਰ ਦਾ ਬਲੱਡ ਗਰੁੱਪ ਨੈਗੇਟਿਵ ਹੈਗਾ ਔਰ ਫਾਦਰ ਦਾ ਪੋਜ਼ਿਟਿਵ ਹੈਗਾ, ਉਹਨਾਂ ਲੇਡੀਜ਼ ਨੂੰ ਨੰਬਰ 1 ਇੱਕ ਇਹ ਚੀਜ਼ ਯਾਦ ਰੱਖਣੀ ਹੈ ਕਿ ਚਾਹੇ ਉਹ ਅਬੋਰਸ਼ਨ ਹੋਏ, ਚਾਹੇ ਉਹ ਡਿਲੀਵਰੀ ਹੋਏ, ਉਹਨਾਂ ਨੂੰ ਇੱਕ ਖਾਸ ਟੀਕਾ ਲੱਗਦਾ ਹੈਗਾ, ਐਂਟੀ-ਡੀ ਦਾ ਟੀਕਾ ਲੱਗਦਾ ਹੈਗਾ ਅਬੋਰਸ਼ਨ ਤੋਂ ਬਾਅਦ ਜਾਂ ਡਿਲੀਵਰੀ ਤੋਂ ਬਾਅਦ, ਤਾਂ ਕਿ ਉਹਨਾਂ ਦੇ ਸਰੀਰ ਵਿੱਚ ਉਹ ਵਾਲੀ ਐਂਟੀਬਾਡੀਜ਼ ਨਾ ਬਣਨ ਜਿਹੜੇ ਬੱਚੇ ਨੂੰ ਨੁਕਸਾਨ ਕਰ ਸਕਦੀ ਹੈ। ਠੀਕ ਹੈ। ਜਿਹੜੀ ਮੈਂ ਨੁਕਸਾਨ ਦੀ ਗੱਲ ਕਰ ਰਹੀ ਹਾਂ, ਉਸਦਾ ਮਤਲਬ ਇਹ ਹੈਗਾ ਕਿ ਅਗਰ ਅਸੀਂ ਕਹਿੰਦੇ ਨਾ ਕਿਸੇ ਨੂੰ ਖੂਨ ਚੜਾਉਣਾ ਹੋਏ ਤੇ ਉਹ ਮੈਚ ਕਰਦੇ ਆ, ਬਲੱਡ ਗਰੁੱਪ ਸੇਮ ਹੈਗਾ, ਕਿਹੜਾ ਹੈ ਨਾ। ਚਾਹੀਦਾ। ਅਗਰ ਮਦਰ ਦਾ ਨੈਗੇਟਿਵ ਹੈ ਔਰ ਬੱਚੇ ਦਾ ਅੰਦਰ ਪੋਜ਼ਿਟਿਵ ਹੈਗਾ, ਔਰ ਮਦਰ ਦੇ ਖੂਨ ਵਿੱਚ ਕੁਝ ਐਸੀ ਐਂਟੀਬਾਡੀਜ਼ ਹੈਗੀਆਂ ਜਿਹੜੇ ਪੋਜ਼ਿਟਿਵ ਬੱਚੇ ਦੇ ਅੰਦਰ ਚਲੀ ਜਾਂਦੀ, ਕਿਉਂਕਿ ਮਦਰ ਔਰ ਬੱਚੇ ਦਾ ਮਿਕਸਚਰ ਹੁੰਦਾ ਰਹਿੰਦਾ ਹੈ, ਠੀਕ ਹੈ। ਔਰ ਅਗਰ ਉਹ ਬੱਚੇ ਦੇ ਅੰਦਰ ਚਲੀ ਜਾਂਦੀਆਂ, ਉਹ ਬੱਚੇ ਦਾ ਹੀਮੋਗਲੋਬਿਨ ਜਿਹੜਾ ਹੈਗਾ ਖੂਨ ਨੂੰ ਘੱਟ ਕਰ ਦਿੰਦੀਆਂ, ਜਿਹੜੇ ਰੈੱਡ ਸੈੱਲ ਨੇ ਰੈੱਡ ਜਿਵੇਂ ਉਹ ਸੈਲਸ ਹੁੰਦੇ ਕਹਿੰਦੇ ਉਹਨਾਂ ਨਾ, ਨੂੰ ਘੱਟ ਕਰ ਦਿੰਦੀਆਂ, ਇੰਨਾ ਘੱਟ ਕਰ ਦਿੰਦੀਆਂ ਕਿ ਬੱਚੇ ਦਾ ਜਿਹੜਾ ਖੂਨ ਹੈ ਉਹ 2 ਜਾਂ 3 ਗ੍ਰਾਮ ਰਹਿ ਜਾਂਦਾ ਹੈ। ਹਾਂਜੀ। ਔਰ ਬੱਚੇ ਦਾ ਹਾਰਟ ਫੇਲ ਹੋ ਜਾਂਦਾ ਹੈ, ਬੱਚੇ ਦੇ ਸਰੀਰ ਵਿੱਚ ਪਾਣੀ ਭਰ ਜਾਂਦਾ ਹੈ ਔਰ ਬੱਚਾ ਖਤਮ ਹੋ ਸਕਦਾ ਹੈ। ਹਾਂਜੀ। ਠੀਕ ਹੈ। ਔਰ ਸਾਡੇ ਦੇਸ਼ ਵਿੱਚ ਖਾਸ ਕਰ ਪਿੰਡਾਂ ਵਿੱਚ ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਬਲੱਡ ਗਰੁੱਪ, ਘਰ ਘਰ ਡਿਲੀਵਰੀ ਬੱਚਾ ਖਤਮ ਕਿਉਂ ਖਤਮ ਹੋ ਗਿਆ, ਔਰ ਫਿਰ ਪਹਿਲਾ ਠੀਕ ਸੀਗਾ, ਦੂਜਾ ਖਤਮ ਹੋ ਗਿਆ, ਤੀਜਾ ਤੇ ਪਹਿਲੇ ਹੀ ਹੋਰ ਖਤਮ ਹੋ ਗਿਆ, ਔਰ ਅੱਗੇ ਅੱਗੇ ਪ੍ਰੋਬਲਮ ਵੱਧਦੀ ਜਾਂਦੀ ਹੈ। ਫਿਰ ਅਗਰ ਸਾਨੂੰ ਇਸ ਚੀਜ਼ ਦਾ ਪਤਾ ਚੱਲਦਾ ਹੈਗਾ, ਫਿਰ ਅਸੀਂ ਕੀ ਕਰਦੇ ਹਾਂ, ਐਸੇ ਮਰੀਜ਼ਾਂ ਨੂੰ ਅਸੀਂ ਪ੍ਰੈਗਨੈਂਸੀ ਵਿੱਚ ਅਲਟਰਾਸਾਊਂਡ ਕਰਕੇ ਇਹ ਦੱਸ ਸਕਦੇ ਹਾਂ ਕਿ ਇਸ ਬੱਚੇ ਨੂੰ ਖੂਨ ਦੀ ਕਮੀ ਤੇ ਨਹੀਂ ਹੋ ਰਹੀ ਹੈ। ਸੋ ਇਹ ਅਲਟਰਾਸਾਊਂਡ ਤੋਂ ਹੀ ਪਤਾ ਲਗਾ ਲੈਂਦੇ ਹਾਂ। ਔਰ ਅਗਰ ਖੂਨ ਦੀ ਕਮੀ ਹੋ ਰਹੀ ਹੈਗੀ ਹੈ, ਫਿਰ ਇਸ ਬੱਚੇ ਨੂੰ ਪੇਟ ਦੇ ਅੰਦਰ ਹੀ ਅਸੀਂ ਖੂਨ ਦੀ ਬੋਤਲ ਜਿਹੜੀ ਹੈਗੀ ਹੈ, ਜਿਸ ਤਰ੍ਹਾਂ ਅਸੀਂ ਅਡਲਟ ਨੂੰ ਚੜਾਉਂਦੇ ਹਾਂ, ਬੱਚੇ ਨੂੰ ਵੀ ਅੰਦਰ ਖੂਨ ਦਿੱਤਾ ਜਾ ਸਕਦਾ ਹੈ। ਬਿਲਕੁਲ ਨਵਾਂ ਸੀਗਾ ਕਿ ਆਪਾਂ ਨਿਆਣੇ ਨੂੰ ਅੰਦਰ ਹੀ, ਮਤਲਬ ਅੰਦਰ ਹੀ ਦੇ ਮਾਂ ਦੇ ਸਕਦੇ ਗਰਭ ਹਾਂ, 'ਚ ਹੀ ਤੁਸੀਂ ਉਹਨੂੰ ਖੂਨ ਬਿਲਕੁਲ। ਚੜਾ ਸਕਦੇ ਉਹ ਅਸੀਂ ਇੱਕ ਵਾਰੀ ਨਹੀਂ, ਕਿਉਂਕਿ ਇੱਕ ਖੂਨ ਜਿਸ ਵੱਡੇ ਇਨਸਾਨ ਨੂੰ ਤੇ ਤੁਸੀਂ ਬੋਤਲ ਚੜਾਉਂਦੇ ਹੋ, ਬੱਚੇ ਨੂੰ ਤੇ ਤੁਸੀਂ ਕੁਝ ml ਹੀ ਦੇ ਸਕਦੇ ਹੋ, ਲੇਕਿਨ ਉਹ ਵੀ ਬੱਚੇ ਨੂੰ ਹਰ 2-3 ਹਫ਼ਤੇ ਦੇਣਾ ਪੈਂਦਾ ਹੈ। ਸਾਡਾ ਮਕਸਦ ਹੁੰਦਾ ਕਿ ਅਸੀਂ ਇਸ ਟਾਈਮ ਤੱਕ ਪਹੁੰਚ ਜਾਈਏ ਕਿ ਬੱਚੇ ਨੂੰ ਅਸੀਂ ਫਿਰ ਸੇਫਲੀ ਡਿਲੀਵਰ ਕਰ ਸਕੀਏ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਮਾਂ ਦਾ ਬਲੱਡ ਗਰੁੱਪ ਨੈਗੇਟਿਵ ਆ, ਪਿਓ ਦਾ ਪੋਜ਼ਿਟਿਵ ਆ, ਤੇ ਹੁਣ ਸਾਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਬੱਚੇ ਦਾ ਬਲੱਡ ਗਰੁੱਪ ਕੀ ਹੈ? ਉਹੀ ਦੇਖੋ, ਅਗਰ ਬੱਚੇ ਨੂੰ ਤੇ ਖੂਨ ਦੀ ਕਮੀ ਹੋ ਗਈ ਹੈ, ਇਸ ਦਾ ਮਤਲਬ ਤੇ ਬੱਚੇ ਦਾ ਡੈਫੀਨਿਟਲੀ ਪੋਜ਼ਿਟਿਵ ਹੈਗਾ, ਠੀਕ ਹੈ। ਹਾਂ, ਲੇਕਿਨ ਮਾਂ ਦਾ ਨੈਗੇਟਿਵ ਹੈ, ਬੱਚੇ ਦਾ ਪੋਜ਼ਿਟਿਵ, ਔਰ ਬੱਚਾ ਅੰਦਰ ਠੀਕ ਹੈ, ਸਾਨੂੰ ਪਤਾ ਕਰਨਾ ਹੈਗਾ ਕਿ ਬੱਚਾ ਠੀਕ ਹੈ ਕਿ ਨਹੀਂ, ਉਸਦੇ ਅੰਦਰ ਕੋਈ ਨੁਕਸਾਨ ਤੇ ਨਹੀਂ ਹੋ ਰਿਹਾ। ਇਸ ਦਾ ਵੀ ਇੱਕ ਬਲੱਡ ਟੈਸਟ ਹੁੰਦਾ ਹੈ, ਇਸ ਨੂੰ ICT ਟੈਸਟ ਕਹਿੰਦੇ ਹਾਂ ਅਸੀਂ। ਇਸ ਬਲੱਡ ਟੈਸਟ ਨਾਲ ਸਾਨੂੰ ਆਈਡੀਆ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮਦਰ ਦੇ ਸਰੀਰ ਦੇ ਅੰਦਰ ਐਂਟੀਬਾਡੀ ਜ਼ਿਆਦਾ ਤੇ ਨਹੀਂ ਵੱਧ ਗਈਆਂ, ਠੀਕ ਹੈ। ਔਰ ਦੂਸਰੀ, ਅਸੀਂ ਅਲਟਰਾਸਾਊਂਡ ਦੇ ਨਾਲ ਬੱਚੇ ਦੇ ਬ੍ਰੇਨ ਦਾ ਬਲੱਡ ਫਲੋ ਦੇਖਦੇ ਹਾਂ, ਉਸ ਨਾਲ ਸਾਨੂੰ ਆਈਡੀਆ ਹੋ ਜਾਂਦਾ ਹੈ ਕਿ ਖੂਨ ਬਹੁਤ ਪਤਲਾ ਹੋ ਗਿਆ। ਅਗਰ ਖੂਨ ਬਹੁਤ ਪਤਲਾ ਹੋ ਗਿਆ ਬੱਚੇ ਦਾ, ਇਸ ਦਾ ਮਤਲਬ ਉਸਦਾ ਖੂਨ ਘਟ ਗਿਆ, ਹੀਮੋਗਲੋਬਿਨ ਪਾਣੀ ਵਰਗਾ ਹੋ ਗਿਆ ਖੂਨ, ਫਿਰ ਇਸ ਦਾ ਮਤਲਬ ਹੈ ਕਿ ਹੁਣ ਇਸ ਬੱਚੇ ਨੂੰ ਲੋੜ ਹੈਗੀ। ਤੇ ਉਹਨੂੰ ਮੈਂ ਜਿਵੇਂ ਪੜਿਆ ਸੀ ਕਿ ਫਿਰ ਉਹ ਨੈਗੇਟਿਵ ਬਲੱਡ ਦਿੱਤਾ ਜਾਂਦਾ, ਕਿਉਂਕਿ ਦੇਖੋ ਜਦ ਅਸੀਂ ਬਲੱਡ ਗਰੁੱਪਸ ਦੀ ਗੱਲ ਕਰੀਏ ਉਹ ਅਲੱਗ ਹੀ ਟੌਪਿਕ ਹੈਗਾ, ਲੇਕਿਨ ਉਹ ਨੈਗੇਟਿਵ ਵਾਲੇ ਜਿਹੜੇ ਬਲੱਡ ਗਰੁੱਪ ਹੈਗੇ ਨੇ ਉਹ ਹਰ ਇੱਕ ਨੂੰ ਬਲੱਡ ਦੇ ਸਕਦੇ,
ਸੋ ਇਸ ਕਰਕੇ ਕਿਉਂਕਿ ਬੱਚੇ ਦਾ ਬਲੱਡ ਗਰੁੱਪ ਅਸੀਂ ਉਸੇ ਟਾਈਮ ਪਤਾ ਲਗਾ ਸਕਦੇ ਹਾਂ ਜਦ ਅਸੀਂ ਬੱਚੇ ਦਾ ਬਲੱਡ ਸੈਂਪਲ ਟੈਸਟ ਲੈ ਕਰਾ ਲੈ, ਸਕਾਂਗੇ ਬਿਲਕੁਲ। ਉਸ ਟਾਈਮ ਪਤਾ ਲਗਾ ਸਕਦੇ ਹਾਂ ਔਰ ਉਸ ਟਾਈਮ ਪਤਾ ਲਗਾ ਕੇ ਅਗਰ ਸਾਨੂੰ ਮੈਚਿੰਗ ਨਹੀਂ ਵੀ ਮਿਲਦਾ ਹੈ ਅਸੀਂ ਉਹ ਨੈਗੇਟਿਵ ਵਾਲਾ ਬਲੱਡ ਦੇਣਾ। ਹਾਂਜੀ, ਇਹ ਚੀਜ਼ ਹੁਣ ਆਪਾਂ ਜੁੜਵਾ ਬੱਚਿਆਂ ਤੇ ਆਉਂਦੇ ਆ ਹਨਾ। ਜਿਵੇਂ ਵੈਸੇ ਬਹੁਤ ਰੇਅਰਿਸਟ ਹੈ ਕਿ ਆਪਣੇ ਕੰਟਰੀਜ਼ ਦੇ ਵਿੱਚ, ਜਿਵੇਂ ਮੈਂ ਪੜਿਆ ਸੀ ਕਿ 3-4% ਚਾਂਸਸ ਹੁੰਦੇ ਆ ਕਿ ਜੁੜਵਾ ਬੱਚੇ ਹੋਣਗੇ ਜਾਂ 3 ਬੱਚੇ ਹੋਣਗੇ ਹਨਾ। ਪਰ ਅੱਜ ਕੱਲ IVF ਕਰਕੇ ਅਸੀਂ ਮੋਸਟਲੀ ਜਿਨ੍ਹਾਂ ਨੇ IVF ਕਰਾਇਆ ਹੁੰਦਾ ਤਾਂ ਪਤਾ ਹੁੰਦਾ ਕਿ ਜੁੜਵਾ ਬੱਚੇ ਹੋਣ ਦੇ ਚਾਂਸਸ ਬਹੁਤ ਨੇ। ਉਹਨਾਂ ਨਿਆਣਿਆਂ ਦੇ ਵਿੱਚ ਫੀਟਲ ਮੈਡੀਸਨ ਸਪੈਸ਼ਲਿਸਟ ਦਾ ਕੀ ਰੋਲ ਹੁੰਦਾ, ਮਤਲਬ ਕਿੰਨੀ ਕੁ ਸ਼ੁਰੂਆਤ, ਜਿਵੇਂ ਤੁਸੀਂ ਕਿਹਾ 3 ਹਫ਼ਤਿਆਂ ਤੇ ਤੁਹਾਨੂੰ ਨਹੀਂ 3 ਮਹੀਨਿਆਂ ਤੇ ਤੁਹਾਨੂੰ ਪਤਾ ਲੱਗਦਾ ਕਿ ਬੱਚਾ 1 ਹੈ ਜਾਂ 2 ਹੈ ਜਾਂ ਉਸ ਤੋਂ ਜ਼ਿਆਦਾ ਨੇ ਹਨਾ, ਫਿਰ ਤੁਹਾਡਾ ਉਹਦੇ ਚ ਕੀ ਰੋਲ ਹੁੰਦਾ ਸਾਰਾ? ਹੁਣ ਜਿੱਥੇ ਵੀ ट्विन प्रेगनेंसी आ गई या ट्रिपलेट आ गई या क्वाड्रपलेट मतलब 2 3 4 है ना, ਜਿੰਨਾ ਜਿੰਨਾ ਅਸੀਂ ਵੱਧਦੇ ਜਾਵਾਂਗੇ ਉਨੀ ਉਨੀ ਉਹ ਹਾਈ ਰਿਸਕ ਪ੍ਰੈਗਨੈਂਸੀ ਅਸੀਂ ਉਸਨੂੰ ਕਹਿੰਦੇ ਆ। ਟਵਿਨ ਪ੍ਰੈਗਨੈਂਸੀ ਨੂੰ ਵੈਸੇ ਹੀ ਅਸੀਂ ਆਪਣੀ ਮੈਡੀਕਲ ਲੈਂਗੁਏਜ ਵਿੱਚ ਰਿਸਕੀ ਪ੍ਰੈਗਨੈਂਸੀ ਕਹਿੰਦੇ ਆ। ਟਵਿਨਸ ਵੀ 2 ਕਿਸਮ ਦੇ ਹੁੰਦੇ ਹਨ, ਇੱਕ ਉਹ ਜਿਨ੍ਹਾਂ ਦੀ ਓਲ ਇੱਕੋ ਹੀ ਹੈਗੀ ਹੈ, ਇੱਕ ਓਲ ਹੈ ਔਰ 21 ਓਲ ਤੋਂ ਦੋਨੋਂ ਬੱਚਿਆਂ ਨੂੰ ਖੁਰਾਕ ਜਾ ਰਹੀ ਹੈ, ਠੀਕ ਹੈ। ਔਰ ਦੂਜੇ ਟਵਿਨਸ ਉਹ ਹੁੰਦੇ ਨੇ ਜਿਨ੍ਹਾਂ ਦੀ ਅਲੱਗ-ਅਲੱਗ ਓਲ ਹੈ, ਅਲੱਗ-ਅਲੱਗ ਕਮਰੇ ਰਹਿ ਸਾਰ ਭਾਵੇਂ ਇੱਕ ਹੀ ਘਰ ਵਿੱਚ ਰਹਿ ਰਹੇ ਨੇ ਲੇਕਿਨ ਆਪਣੀ ਅਲੱਗ-ਅਲੱਗ ਓਲ। ਜਿਵੇਂ ਆਪਾਂ ਦੋਨੋਂ ਬੱਚੇ ਅਲੱਗ-ਅਲੱਗ ਪਾਣੀ ਦੀਆਂ ਥੈਲੀਆਂ ਚ, ਹਾਂ ਅਲੱਗ-ਅਲੱਗ ਪਾਣੀ ਦੀ ਥੈਲੀਆਂ ਵਿੱਚ ਹੈਗੇ ਔਰ ਆਪਣੇ ਅਲੱਗ-ਅਲੱਗ ਪਲੇਸੈਂਟਾ ਨਾਲ ਹੈਗੇ, ਅਲੱਗ ਪਲੇਸੈਂਟਾ ਮਾਨੇ ਓਲ ਹੈ ਨਾ। ਟਵਿਨਸ ਵਿੱਚ ਬਹੁਤ ਖਾਸ ਰੋਲ ਹੈ ਫੀਟਲ ਮੈਡੀਸਿਨ ਦਾ, ਕਿਉਂਕਿ ਟਵਿਨਸ ਵਿੱਚ ਨਾ ਕੁਝ ਖਾਸ ਕੰਪਲਿਕੇਸ਼ਨਸ ਹੁੰਦੀਆਂ ਨੇ, ਸਪੈਸ਼ਲੀ ਜਿੱਥੇ ਇੱਕੋ ਹੀ ਓਲ ਹੈਗੀ ਹੈ, ਜਿੱਥੇ ਇੱਕੋ ਕਮਰੇ ਵਿੱਚ ਹੈਗੇ, ਉਸ ਵਿੱਚ ਕੀ ਹੁੰਦਾ ਹੈ ਕਿ ਕਈ ਵਾਰੀ ਦੋਨੋਂ ਬੱਚਿਆਂ ਦੇ ਜਿਹੜੀ ਖੂਨ ਦੀ ਚੈਨਲਸ ਹੁੰਦੀ ਨੇ ਉਹਨਾਂ ਵਿੱਚ ਕਨੈਕਸ਼ਨ ਬਣ ਜਾਂਦਾ ਹੈ। ਇਸ ਕਰਕੇ ਇੱਕ ਬੱਚੇ ਦਾ ਖੂਨ ਬਹੁਤ ਘਟ ਸਕਦਾ ਹੈ, ਇੱਕ ਦਾ ਬਹੁਤ ਵੱਧ ਸਕਦਾ ਹੈ। ਜਿਵੇਂ ਆਪਾਂ ਫਿਰ ਉੱਥੇ ਸੌਖੀ ਥੋੜੀ ਗੱਲ ਕਰਦੇ ਵੀ ਜੇ 2 ਨਿਆਣਿਆਂ ਨੂੰ, ਜਿਵੇਂ ਮੈਂ ਆਪਣੇ ਹਨਾ ਨਾਲ ਦੇ ਮੁੰਡੇ ਨੂੰ ਸਮਝਾਇਆ ਕਿ ਜੇ ਆਪਾਂ 2 ਨਿਆਣਿਆਂ ਨੂੰ ਇੱਕੋ ਥਾਲੀ 'ਚ ਰੋਟੀ ਦੇ ਦਈਏ, ਇੱਕ ਜ਼ਿਆਦਾ ਖਾ ਜਾਵੇ, ਇੱਕ ਖਾ ਹੀ ਨਾ ਸਕੇ। ਬਿਲਕੁਲ ਔਰ ਉਸ ਕਰਕੇ ਕਿਸੇ ਇੱਕ ਦਾ ਵਜ਼ਨ ਜ਼ਿਆਦਾ ਹੋ ਸਕਦਾ ਹੈ, ਕਿਸੇ ਦਾ ਘੱਟ ਹੋ ਸਕਦਾ ਹੈ। ਕਈ ਵਾਰੀ ਜਿਹੜੇ ਵੀ ਟਵਿਨਸ ਹੁੰਦੇ ਨੇ ਜਾਂ ਅੱਗੇ ਹੁੰਦੇ ਨੇ ਇਹਨਾਂ ਵਿੱਚ ਡਿਫੈਕਟਸ ਵੀ ਹੁੰਦੇ ਜ਼ਿਆਦਾ ਚਾਂਸਸ ਹੁੰਦੇ ਆ। ਉਹ ਕਿਉਂ? ਔਰ ਕਿਉਂਕਿ ਇਹ ਕੁਦਰਤੀ, ਦੇਖੋ ਟਵਿਨ ਇਜ਼ ਨਾਟ ਅ ਨੈਚੁਰਲ ਥਿੰਗ, ਟਵਿਨ ਇਜ਼ ਅ ਥੋੜਾ ਜਿਹਾ ਹਟ ਕੇ ਹੈ, ਕੁਦਰਤੀ ਚੀਜ਼ ਤੋਂ ਹਟ ਕੇ, ਇਸ ਕਰਕੇ ਇਸ ਵਿੱਚ ਹੋਰ ਚੀਜ਼ਾਂ ਹੋਣ ਦੇ ਚਾਂਸਸ ਵੀ ਜ਼ਿਆਦਾ ਹੁੰਦੇ ਨੇ, ਠੀਕ ਹੈ। ਔਰ ਇੱਕ ਹੋਰ ਚੀਜ਼ ਹੁੰਦੀ ਹੈ ਕਿ ਜਦ ਇੱਕੋ ਹੀ ਓਲ ਹੋ, ਇੱਕੋ ਹੀ ਕਮਰੇ ਵਿੱਚ ਅਗਰ 2 ਬੱਚੇ ਹੋਣ, ਠੀਕ ਹੈ ਨਾ, ਔਰ ਅਗਰ ਇੱਕ ਨੂੰ ਕੁਝ ਹੋ ਜਾਏ, ਇੱਕ ਦੀ ਜਾਨ ਖਤਰੇ ਵਿੱਚ ਪੈ ਜਾਏ, ਖਤਮ ਹੋ ਜਾਏ, ਤੇ ਦੂਜਾ ਬੱਚਾ ਵੀ ਅਫੈਕਟ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦਾ ਆਪਸ ਵਿੱਚ ਕਨੈਕਸ਼ਨ ਹੈਗਾ, ਠੀਕ ਹੈ। ਇਸ ਕਰਕੇ ਫੀਟਲ ਮੈਡੀਸਿਨ ਵਿੱਚ ਟਵਿਨਸ ਨੂੰ ਅਸੀਂ 16 ਹਫ਼ਤੇ ਤੋਂ ਦੇਖਣਾ ਸ਼ੁਰੂ ਕਰਦੇ ਹਾਂ, ਠੀਕ ਹੈ। ਔਰ ਹਰ 2 ਹਫ਼ਤੇ ਜਾਂ ਹਰ 4 ਹਫ਼ਤੇ ਸਾਨੂੰ ਦੇਖਣਾ ਪੈਂਦਾ ਹੈ ਕਿ ਇਹ ਵਾਲੀ ਪ੍ਰੋਬਲਮ ਤੇ ਨਹੀਂ ਵੱਧ ਰਹੀ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਓਲ ਇੱਕ ਹੈਗੀ ਹੈ, ਪਾਣੀ ਦੀ ਥੈਲੀ ਅਲੱਗ ਹੈਗੀ ਹੈ, ਇੱਕ ਦੇ ਆਸ-ਪਾਸ ਪਾਣੀ ਬਹੁਤ ਵੱਧ ਜਾਂਦਾ ਹੈ, ਇੱਕ ਦੇ ਆਸ-ਪਾਸ ਬਹੁਤ ਘਟ ਜਾਂਦਾ ਹੈ। ਉਸ ਨਾਲ ਵੀ ਪ੍ਰੀ ਟਰਮ ਡਿਲੀਵਰੀ ਦੇ ਚਾਂਸਸ ਹੁੰਦੇ ਨੇ, ਉਸ ਨਾਲ ਵੀ ਇਹ ਹੁੰਦਾ ਹੈ ਕਿ ਇੱਕ ਬੱਚਾ ਖਤਮ ਹੋਣ ਦੇ ਚਾਂਸਸ ਹੁੰਦੇ ਨੇ। ਅਸੀਂ ਅਗਰ ਇੱਕ ਬੱਚਾ ਨੂੰ ਖਤਮ ਹੋ ਗਿਆ ਤੇ ਦੂਸਰੇ ਬੱਚੇ ਨੂੰ ਨੁਕਸਾਨ ਹੁੰਦਾ ਕਮ ਸੇ ਕਮ 25% ਰਿਸਕ ਹੈ, ਬੜਾ ਹਾਈ ਰਿਸਕ ਹੈ, ਠੀਕ ਹੈ ਨਾ। ਇਸ ਕਰਕੇ ਫੀਟਲ ਮੈਡੀਸਿਨ ਵਿੱਚ ਇਸ ਕਰਕੇ ਜਿਹੜੇ ਵੀ ਟਵਿਨਸ ਹੁੰਦੇ ਹਨ ਉਹਨਾਂ ਵਿੱਚ ਬਹੁਤ ਫ੍ਰੀਕੁਐਂਟ ਅਲਟਰਾਸਾਊਂਡ ਹੁੰਦੇ ਨੇ ਤਾਂ ਕਿ ਇਹ ਚੀਜ਼ ਪਹਿਲੇ ਪਕੜ ਲਈਏ। ਕਈ ਵਾਰੀ ਹੁਣ 2 ਚੀਜ਼ਾਂ ਹੈਗੀਆਂ, ਕਈ ਵਾਰੀ ਸਾਡੇ ਕੋਲ ਟ੍ਰਿਪਲੇਟਸ ਆਉਂਦੇ ਨੇ, ਕੁਆਡਰਪਲੇਟਸ ਮਾਨੇ 4, ਠੀਕ ਹੈ। ਸਾਨੂੰ ਇਹ ਪਤਾ ਹੈਗਾ ਕਿ ਜਿਸ ਤਰ੍ਹਾਂ ਨੰਬਰ ਵੱਧਦਾ ਜਾਏਗਾ ਉਸ ਤਰ੍ਹਾਂ ਟਾਈਮ ਤੋਂ ਪਹਿਲੇ ਡਿਲੀਵਰੀ ਹੋਣ ਦਾ ਚਾਂਸ ਵੱਧਦਾ ਜਾਏਗਾ, ਠੀਕ ਹੈ। ਅਗਰ ਕਿਸੇ ਦੇ 3 ਬੱਚੇ ਹੈਗੇ ਹਨ, ਹੋ ਸਕਦਾ ਉਹ ਚੌਥੇ 5ਵੇਂ ਮਹੀਨੇ ਵਿੱਚ ਹੀ ਨਿਕਲ ਜਾਣ ਔਰ ਕੁਝ ਵੀ ਨਾ ਹੱਥ ਵਿੱਚ ਆਏ, ਠੀਕ ਹੈ। ਤੇ ਉਸ ਵਿੱਚ ਅਸੀਂ ਇੱਕ ਪ੍ਰੋਸੀਜਰ ਕਰਦੇ ਹਾਂ ਜਿਸ ਨੂੰ ਅਸੀਂ ਕਹਿੰਦੇ ਹਾਂ ਫੀਟਲ ਰਿਡਕਸ਼ਨ, ਮਾਨੇ ਕਿ 3 ਤੋਂ 2 ਕਰਨਾ, ਦਵਾਈ ਪਾ ਕੇ ਅੰਦਰ। ਸੋ ਇੱਕ ਬੱਚੇ ਨੂੰ ਅਸੀਂ ਸਪੈਸ਼ਲ ਕੋਈ ਮੈਡੀਸਿਨ ਦਿੰਦੇ ਹਾਂ ਕਿ ਇੱਕ ਜਿਹੜਾ ਹੈਗਾ ਉਹ ਰਹਿ ਜਾਏ, ਖਤਮ ਹੋ ਜਾਏ, ਉਹ ਅੰਦਰ ਹੀ ਐਬਜ਼ੌਰਬ ਹੋ ਜਾਂਦਾ ਹੈ, ਲੇਕਿਨ ਕਮ ਸੇ ਕਮ ਬਾਕੀ 2 ਬੱਚੇ ਤੇ ਹੱਥ ਵਿੱਚ ਸਹੀ ਸਲਾਮਤ ਆਣ ਨਾ, ਠੀਕ ਹੈ। ਮਤਲਬ ਉਹ ਜਿਹੜਾ ਬੱਚਾ ਜਿਹਨੂੰ ਅਸੀਂ ਡੈਡ ਕਰ ਰਹੇ ਹਾਂ ਦਵਾਈ ਦੇ ਥਰੂ, ਉਹਦਾ ਫਿਰ ਬਾਕੀ ਦੋਨਾਂ ਨਿਆਣਿਆਂ ਤੇ ਕੋਈ ਉਸ ਮੈਡੀਸਨ ਦਾ ਇਫੈਕਟ ਨਹੀਂ। ਇਹ ਲੇਕਿਨ ਇਹ ਸਾਨੂੰ ਦੇਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਇਹ ਕਿਸ ਕਿਸਮ ਦੇ ਟਵਿਨਸ ਹੈਗੇ। ਅਗਰ ਤੋਂ ਅਲੱਗ-ਅਲੱਗ ਕਮਰੇ ਵਾਲੇ ਹਨ, ਅਲੱਗ-ਅਲੱਗ ਓਲ ਵਾਲੇ ਹਨ, ਤਾਂ ਉਸ ਵਿੱਚ ਤੇ ਸਾਨੂੰ ਬਸ ਦਵਾਈ ਪਾਣੀ ਹੈ ਔਰ ਸਾਡਾ ਇਲਾਜ ਹੋ ਜਾਏਗਾ, ਠੀਕ ਹੈ। ਲੇਕਿਨ ਅਗਰ ਇਹਨਾਂ ਦੀ ਓਲ ਇੱਕ ਹੈਗੀ ਹੈ,
ਠੀਕ ਹੈ। ਔਰ ਫੋਰ ਐਗਜ਼ਾਮਪਲ ਇੱਕ ਬੱਚੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਜਾਂ ਸਾਨੂੰ ਇੱਕ ਨੂੰ ਰਿਡਿਊਸ ਕਰਨਾ ਹੈਗਾ, ਫਿਰ ਉਸ ਵਿੱਚ ਸਾਨੂੰ ਲੇਜ਼ਰ ਦਾ ਇਸਤੇਮਾਲ ਕਰਨਾ ਪੈ ਸਕਦਾ ਹੈ ਜਾਂ ਕੁਝ ਹੋਰ ਵੀ ਸਪੈਸ਼ਲ ਇੰਸਟਰੂਮੈਂਟਸ ਹੁੰਦੇ ਹਨ, ਉਸ ਨਾਲ ਕਰਨਾ ਪੈਂਦਾ ਤਾਂ ਕਿ ਇੱਕ ਬੱਚੇ ਦਾ ਖੂਨ ਦਾ ਬਹਾਵ ਅਸੀਂ ਘੱਟ ਕਰਕੇ ਇਸ ਤਰ੍ਹਾਂ ਇੱਕਦਮ ਬੰਦ ਕਰ ਦਈਏ ਤਾਂ ਕਿ ਦੂਸਰਾ ਅਫੈਕਟ ਨਾ ਹੋਏ ਔਰ ਦੂਸਰਾ ਬਚ ਜਾਏ ਔਰ ਪ੍ਰੈਗਨੈਂਸੀ ਚਲਦੀ ਰਹੇ। ਥੋੜਾ ਇਹ ਮੁਸ਼ਕਿਲ ਹੈ ਟ੍ਰੀਟਮੈਂਟ ਸਮਝਣਾ। ਕਿੰਨੇ ਕੁ ਹਫ਼ਤਿਆਂ ਦੇ ਬੱਚੇ ਦਾ ਹੁੰਦਾ, ਜਿਵੇਂ ਆਪਾਂ ਕਹੀਏ ਕਿ ਵੀ ਤੁਸੀਂ ਕਹਿ ਰਹੇ ਅੰਦਰ ਹੀ ਡਿਸੋਲਵ ਹੋ ਰਹੀ ਹੈ ਉਹ ਦੇਖੋ ਚੀਜ਼, ਹੈ ਨਾ? ਇਹ ਨਾ ਕੇਸ ਟੂ ਕੇਸ ਡਿਪੈਂਡ ਕਰਦਾ ਹੈ। ਹਾਂਜੀ। ਕੁਝ ਚੀਜ਼ਾਂ ਅਸੀਂ ਕੋਸ਼ਿਸ਼ ਕਰਦੇ ਹਾਂ 12 ਤੋਂ 14 ਤੀਜੇ ਚੌਥੇ ਮਹੀਨੇ ਵਿੱਚ ਕਰਨ ਦੀ, ਕੁਝ ਅਸੀਂ ਜ਼ਿਆਦਾ ਤੋਂ ਜ਼ਿਆਦਾ ਛਠੇ ਮਹੀਨੇ ਤੱਕ ਕਰ ਸਕਦੇ ਹਾਂ, ਠੀਕ, ਉਸ ਤੋਂ ਬਾਅਦ ਨਹੀਂ ਕਰ ਸਕਦੇ। ਤੇ ਮਾਂ ਨੂੰ ਇਸ ਚੀਜ਼ ਨਾਲ ਕੋਈ ਰਿਸਕ ਜਾਂ ਕੁਝ ਕੰਪਲਿਕੇਸ਼ਨਸ ਕਿੱਦਾਂ ਦੀਆਂ ਆਉਂਦੀਆਂ? ਮਾਂ ਨੂੰ ਰਿਸਕ ਉਹੀ ਰਹੇਗਾ ਮਿਸਕੈਰੇਜ ਹੋਣ ਦਾ ਔਰ ਟਾਈਮ ਤੋਂ ਪਹਿਲੇ ਡਿਲੀਵਰੀ ਹੋਣ ਦਾ, ਹਾਂਜੀ, ਉਹੀ ਰਿਸਕ ਹੈ। ਇਹ ਉਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਸੀਗੀ। ਬਟ ਹੋਰ ਤੇ ਹੋਰ ਅੱਜ ਕੱਲ ਕੁਝ ਦੁਨੀਆ ਵਿੱਚ ਐਸੇ ਦੇਸ਼ ਹੈਗੇ ਹਨ ਜਿੱਥੇ ਅਬੋਰਸ਼ਨ ਲੀਗਲ ਨਹੀਂ ਹੈਗੀ, ਅਲਾਉਡ ਨਹੀਂ ਹੈਗੀ, ਠੀਕ ਹੈ। ਕਈ ਵਾਰੀ ਬੱਚੇ ਵਿੱਚ ਕੋਈ ਐਸਾ ਡਿਫੈਕਟ ਹੁੰਦਾ, ਫੋਰ ਐਗਜ਼ਾਮਪਲ ਸਪਾਈਨਾ ਬਾਈਫਿਡਾ ਇੱਕ ਕੰਡੀਸ਼ਨ ਹੈਗੀ ਜਿਸ ਵਿੱਚ ਰੀੜ ਦੀ ਹੱਡੀ ਵਿੱਚ ਫੋੜਾ ਹੁੰਦਾ ਹੈਗਾ ਔਰ ਜਿਹੜੀ ਸਾਰੀ ਨਰਵਸ ਬ੍ਰੇਨ ਤੋਂ ਰੀੜ ਦੀ ਹੱਡੀ ਵਿੱਚ ਜਾ ਰਹੀ ਹੈਗੀਆਂ ਉਹ ਨਰਵਸ ਬਾਹਰ ਨਿਕਲੀ ਹੁੰਦੀਆਂ। ਅਗਰ ਇਹ ਬੱਚਾ ਪੈਦਾ ਹੁੰਦਾ ਹੈ, ਇਹ ਬੱਚਾ ਚੱਲ ਫਿਰ ਨਹੀਂ ਪਾਏਗਾ, ਸੁਸੂ ਪੋਟੀ ਨਹੀਂ ਕਰ ਪਾਏਗਾ, ਇਸ ਦਾ ਕੰਟਰੋਲ ਨਹੀਂ ਹੋਏਗਾ। ਤੇ ਜਿਲ ਮੁਲਕਾਂ ਵਿੱਚ ਅਬੋਰਸ਼ਨ ਅਲਾਉਡ ਹੀ ਨਹੀਂ ਹੈ, ਉਹਨਾਂ ਮਾਂ ਪਿਓ ਲਈ ਤੇ ਔਰ ਪੂਰੇ ਪਰਿਵਾਰ ਲਈ ਇਹ ਬੜੀ ਦੁੱਖ ਦੀ ਗੱਲ ਹੈ ਨਾ ਕਿ ਬੱਚੇ ਨੂੰ ਸਫਰ ਕਰਦੇ ਦੇਖੀਏ, ਠੀਕ ਹੈ ਨਾ। ਤੇ ਉਨ ਕੰਟਰੀਜ਼ ਵਿੱਚ ਤੇ ਹੁਣ ਆਪਰੇਸ਼ਨ ਵੀ ਸ਼ੁਰੂ ਹੋ ਗਏ, ਹਾਂਜੀ, ਕਿ ਬੱਚੇ ਨੂੰ ਛਠੇ ਮਹੀਨੇ ਵਿੱਚ ਅੰਦਰ ਹੀ ਮਾਂ ਦਾ ਪੇਟ ਕੱਟ ਕੇ ਬੱਚੇ ਨੂੰ ਠੀਕ ਕਰਕੇ ਵਾਪਸ ਪੇਟ ਵਿੱਚ ਪਾਣਾ ਹੈ ਔਰ ਫਿਰ ਸਿਲ ਦੇਣਾ ਹੈ ਔਰ ਫਿਰ ਪ੍ਰੈਗਨੈਂਸੀ ਚਲਾਨੀ ਹੈ ਅੱਗੇ। ਤੇ ਇਹ ਚੀਜ਼ ਵੀ ਕਰ ਰਹੇ ਹਨ ਫੀਟਲ ਮੈਡੀਸਿਨ ਵਾਲੇ, ਲੇਕਿਨ ਸਾਡੇ ਦੇਸ਼ ਵਿੱਚ ਫਿਲਹਾਲ ਨਹੀਂ ਹੋਈ ਹੈ। ਹਾਂਜੀ, ਲੇਕਿਨ ਸਾਊਥ ਅਮਰੀਕਾ ਵਿੱਚ, USA ਵਿੱਚ, ਅਮਰੀਕਾ ਵਿੱਚ, ਯੂਰਪ ਵਿੱਚ ਇਹ ਚੀਜ਼ਾਂ ਹੋਣਾ ਸ਼ੁਰੂ ਹੋ ਗਈਆਂ। ਹੁਣ ਇੱਕ ਚੀਜ਼ ਮੈਨੂੰ ਬੇਹੱਦ ਜ਼ਰੂਰੀ ਲੱਗਦੀ ਹੈ ਪੁੱਛਣ ਵਾਲੀ, ਕਿ ਜਦੋਂ ਸਾਡੇ ਵਾਰ-ਵਾਰ ਅਬੋਰਸ਼ਨ ਹੁੰਦੇ ਆ ਉਹ ਕਿਸੇ ਰੀਜ਼ਨ ਕਰਕੇ ਵੀ ਹੋ ਰਹੇ ਹੋਣ, ਤਾਂ ਅਸੀਂ ਉਦੋਂ ਵੀ ਜ਼ਿਆਦਾ ਅੱਜ ਕੱਲ੍ਹ ਜਿੰਨੇ ਕੁ ਅਸੀਂ ਅਵੇਅਰ ਇਹੀ ਹੁੰਦਾ ਕਿ ਅਸੀਂ ਪ੍ਰੈਗਨੈਂਸੀ ਤੋਂ ਪਹਿਲਾਂ ਸਿਰਫ ਗਾਇਨੀ ਦੇ ਡਾਕਟਰ ਨੂੰ ਮਿਲਦੇ ਹਾਂ, ਹਨਾ। ਜੇ ਉਹ ਤੁਹਾਨੂੰ ਦੱਸਣਗੇ ਤਾਂ ਹੋ ਸਕਦਾ ਲੋਕ ਤੁਹਾਡੇ ਤੱਕ ਪਹੁੰਚ ਜਾਣ, ਪਰ ਜੇ ਉਹ ਤੁਹਾਨੂੰ ਨਹੀਂ ਗਾਈਡ ਕਰ ਰਹੇ ਇਸ ਚੀਜ਼ ਲਈ ਤਾਂ ਮੈਨੂੰ ਲੱਗਦਾ ਉਹ ਫਿਰ ਇੱਕ ਰਿਸਕ ਬਣ ਜਾਂਦਾ ਸਾਡੇ ਲਈ, ਹਨਾ, ਕਿ ਉਹਨਾਂ ਮਾਪਿਆਂ ਨੂੰ ਵੀ ਨਾਲ ਦੀ ਨਾਲ ਤੁਹਾਨੂੰ ਕੰਸਲਟ ਕਰਨਾ ਚਾਹੀਦਾ। ਦੇਖੋ ਅਸੀਂ ਨਾਰਮਲੀ ਕਹਿੰਦੇ ਆ ਕਿ ਜਿਹੜਾ ਪਹਿਲੇ 1-2 ਮਹੀਨੇ ਵਿੱਚ ਅਗਰ ਕਿਸੇ ਦਾ ਅਬੋਰਸ਼ਨ ਹੁੰਦਾ ਹੈ ਨਾ, ਉਹ ਕਈ ਵਾਰੀ ਕੁਦਰਤੀ ਚੀਜ਼ ਠੀਕ ਬਣੀ ਨਹੀਂ ਹੁੰਦੀ ਹੈ, ਇਸ ਕਰਕੇ ਕੁਦਰਤ ਉਸਨੂੰ ਆਲਰੇਡੀ ਨਿਕਾਲ ਦਿੰਦੀ ਹੈ ਔਰ ਮੋਸਟ ਆਫ ਦਾ ਟਾਈਮ ਉਸ ਵਿੱਚ ਕੋਈ ਜੈਨੇਟਿਕ ਪ੍ਰੋਬਲਮ ਹੁੰਦੀ ਹੈ ਜੋ ਖੁਦ ਬ ਖੁਦ ਨਿਕਲ ਜਾਂਦੀ ਹੈ। ਇੱਕ ਅਬੋਰਸ਼ਨ ਤੋਂ ਬਾਅਦ ਅਸੀਂ ਇੰਨੀ ਚਿੰਤਾ ਨਹੀਂ ਕਰਦੇ, ਬਟ ਅਗਰ ਕਿਸੇ ਦੇ 2 ਹੋ ਜਾਂਦੇ ਹਨ ਫਿਰ ਅਸੀਂ ਕਹਿੰਦੇ ਆ ਕਿ ਨੰਬਰ 1 ਜਦ ਅਬੋਰਸ਼ਨ ਹੋਇਆ ਹੈ ਜਿਹੜੇ ਅਬੋਰਸ਼ਨ ਦੇ ਪ੍ਰੋਡਕਟਸ ਨਿਕਲੇ ਹੈਗੇ ਉਹਨਾਂ ਦਾ ਜੈਨੇਟਿਕ ਟੈਸਟ ਕਰਾਉਣਾ ਜ਼ਰੂਰੀ ਹੈਗਾ। ਔਰ ਫਿਰ ਜਿਹੜਾ ਹੈਗਾ ਤੁਸੀਂ ਗਾਇਨੇਕੋਲੋਜਿਸਟ ਨੂੰ ਵੀ ਅਗਰ ਮਿਲ ਸਕਦੇ ਹੋ, ਉਹ ਵੀ ਮਦਰ ਦੇ ਖੂਬ ਸਾਰੇ ਹੋਰ ਟੈਸਟ ਕਰਦੇ ਹਨ, ਕੁਝ ਫਾਦਰ ਮਦਰ ਦੇ ਹੁੰਦੇ ਹਨ, ਕੁਝ ਸਪੈਸੀਫਿਕ ਹੋਰ ਟੈਸਟ ਮਦਰ ਦੇ ਹੁੰਦੇ ਹਨ। ਉਹ ਸਾਰੀ ਚੀਜ਼ਾਂ ਫੀਟਲ ਮੈਡੀਸਿਨ ਵਾਲੇ ਕੋਲ ਵੀ ਆ ਸਕਦੇ ਹੋ, ਬਟ ਆਪਣੇ ਗਾਇਨੇਕੋਲੋਜਿਸਟ ਕੋਲ ਜਾਓਗੇ ਤਾਂ ਉਹ ਸਾਰੇ ਟੈਸਟ ਉਹ ਤੁਹਾਡੇ ਕਰਵਾ ਸਕਦੇ ਹਨ ਔਰ ਫਿਰ ਪ੍ਰੈਗਨੈਂਸੀ ਤੋਂ ਪਹਿਲੇ ਤੁਸੀਂ ਇੱਕ ਵਾਰੀ ਫਿਰ ਮਿਲੋ ਸਾਰੀ ਰਿਪੋਰਟਾਂ ਨਾਲ ਕਿ ਕੋਈ ਹੋਰ ਪ੍ਰੋਬਲਮ ਤੇ ਨਹੀਂ ਹੈਗੀ ਹੈ ਬਿਫੋਰ ਵੀ ਸਟਾਰਟ ਪਲੈਨਿੰਗ ਅਰ ਤੀਸਰੀ ਪ੍ਰੈਗਨੈਂਸੀ। ਇਹ ਚੀਜ਼ ਹੈਗੀ ਹੈ। ਔਰ ਇੱਕ ਚੀਜ਼ ਮੈਂ ਪਹਿਲੇ ਵੀ ਥੈਲੇਸੀਮੀਆ ਦੀ ਗੱਲ ਕੀਤੀ ਸੀਗੀ, ਕੁੰਡਲੀ, ਹਾਂ, ਇਹ ਬੜੀ ਜ਼ਰੂਰੀ ਚੀਜ਼ ਹੈਗੀ ਹੈ। ਥੈਲੇਸੀਮੀਆ ਸਾਡੇ ਦੇਸ਼ ਵਿੱਚ ਬਹੁਤ ਹੈਗਾ, ਠੀਕ ਹੈ। ਥੈਲੇਸੀਮੀਆ ਇੱਕ ਐਸੀ ਕੰਡੀਸ਼ਨ ਹੈਗੀ ਹੈ ਕਿ ਬੱਚਾ ਠੀਕ ਠਾਕ ਪੈਦਾ ਹੁੰਦਾ ਹੈ, ਜਦ 5-6 ਮਹੀਨਿਆਂ ਦਾ ਹੁੰਦਾ ਉਸਦਾ ਖੂਨ ਘੱਟ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਰੀਰ ਵਿੱਚ ਖੂਨ ਨਹੀਂ ਬਣਦਾ। ਐਵਰੇਜ ਕਿੰਨੇ ਕੁ ਨਿਆਣਿਆਂ 'ਚ ਕਹਿ ਸਕਦੇ ਹਾਂ ਅਸੀਂ, ਜੇ ਮੰਨ ਲਓ ਕਿ ਮੈਂ ਕਹਾਂ ਕਿ 1000 ਬੱਚਾ ਡਿਲੀਵਰ ਹੋ ਰਿਹਾ ਤਾਂ ਉਹਦੇ 'ਚ ਕਿੰਨੇ ਨਿਆਣਿਆਂ 'ਚ ਅਸੀਂ ਇਹ ਚੀਜ਼ ਨੋਟ ਕਰਦੇ ਹਾਂ? ਦੇਖੋ ਅਸੀਂ ਕਹਿੰਦੇ ਹਾਂ 3 to 4% ਤੇ ਥੈਲੇਸੀਮੀਆ ਕੈਰੀਅਰਸ ਹੈਗੇ ਨੇ ਹਿੰਦੁਸਤਾਨ ਵਿੱਚ, ਤੇ ਆਈ ਥਿੰਕ ਕੁਝ ਹਜ਼ਾਰਾਂ ਦੀ ਤਾਦਾਦ ਵਿੱਚ ਹਰ ਸਾਲ ਬੱਚਾ ਪੈਦਾ ਹੁੰਦਾ ਜਿਸ ਨੂੰ ਥੈਲੇਸੀਮੀਆ ਹੁੰਦਾ, 15-16 ਹਜ਼ਾਰ ਦੇ। ਇਹਦਾ ਕੋਈ ਮੇਨ ਕਾਰਨ ਹੋ ਸਕਦਾ ਕਿ ਕਾਰਨ ਇਹ ਉਹੀ ਕਹਿ ਰਹੀ ਹਾਂ, ਕਾਰਨ ਇਹ ਹੁੰਦਾ ਹੈ ਕਿ ਕਈ ਵਾਰੀ ਸਾਡੇ ਜਿਹੜਾ ਅਸੀਂ ਕੈਰੀਅਰਸ ਹੋ ਸਕਦੇ ਹਾਂ ਇੱਕ ਐਬਨੋਰਮਲ ਹੀਮੋਗਲੋਬਿਨ ਇੱਕ ਚੀਜ਼ ਹੈ ਜਿਹੜਾ ਖੂਨ ਬਣਾਉਂਦੀ ਹੈ ਸਾਡਾ, ਠੀਕ ਹੈ ਨਾ। ਹੋ ਸਕਦਾ ਹੈ ਤੁਸੀਂ ਹੋ ਸਕਦਾ ਮੈਂ ਹੋਵਾਂ ਕੋਈ ਐਬਨੋਰਮਲ ਹੀਮੋਗਲੋਬਿਨ ਦੀ ਕੈਰੀਅਰ ਮਤਲਬ ਬਾਕੀ ਮੇਰਾ ਠੀਕ ਹੈ, ਬਸ ਥੋੜੀ ਜਿਹੀ ਪ੍ਰੋਬਲਮ ਹੈਗੀ ਹੈ। ਲੇਕਿਨ ਅਗਰ ਇਹ ਪ੍ਰੋਬਲਮ ਹਸਬੈਂਡ ਵਿੱਚ ਵੀ ਹੈਗੀ ਹੈ ਫਿਰ ਇਹ ਬੱਚੇ ਵਿੱਚ ਪ੍ਰੋਬਲਮ ਕ੍ਰੀਏਟ ਕਰ ਸਕਦੀ ਹੈ, ਤਾਂ ਇਹ ਵੀ ਇਹ ਜੈਨੇਟਿਕ ਪ੍ਰੋਬਲਮ ਹੈਗੀ ਹੈ, ਠੀਕ ਹੈ ਨਾ। ਔਰ ਇਸ ਕਰਕੇ ਜਦ ਮੈਂ ਗੱਲ ਕਰ ਰਹੀ ਸੀਗੀ ਨਾ ਬਲੱਡ ਗਰੁੱਪ ਮਿਲਾਉਣ ਦੀ, HIV ਮਿਲਾਉਣ ਦੀ, ਤੀਸਰੀ ਚੀਜ਼ ਹੈ ਥੈਲੇਸੀਮੀਆ ਮਿਲਾਉਣ ਦੀ।
ਕਿਉਂਕਿ ਜਿਹੜਾ ਜਿਸ ਬੱਚੇ ਨੂੰ ਥੈਲੇਸੀਮੀਆ ਹੋ ਜਾਂਦਾ ਹੈ ਨਾ ਮੇਜਰ, ਉਸਦੀ ਜ਼ਿੰਦਗੀ ਬਹੁਤ ਖਰਾਬ ਹੈ, ਉਸਦੀ ਜ਼ਿੰਦਗੀ ਬਲੱਡ ਟ੍ਰਾਂਸਫਿਊਜ਼ਨ ਤੇ ਡਿਪੈਂਡੈਂਟ ਹੈਗੀ ਹੈ। ਹਾਂਜੀ ਉਸਨੂੰ ਹਰ ਕੁਝ ਦਿਨ ਬਾਅਦ ਬਲੱਡ ਟ੍ਰਾਂਸਫਿਊਜ਼ਨ ਚੜ੍ਹਾਣੀ ਹੈ, ਸਾਰੀ ਉਮਰ ਬਲੱਡ ਟ੍ਰਾਂਸਫਿਊਜ਼ਨ ਤੇ ਡਿਪੈਂਡੈਂਟ ਰਹੇਗਾ ਜਦ ਤੱਕ ਉਸਨੂੰ ਇੱਕ ਖਾਸ ਕਿਸਮ ਦਾ ਬੋਨ ਮੈਰੋ ਟ੍ਰਾਂਸਪਲਾਂਟ ਨਾ ਹੋਏ। ਠੀਕ ਹੈ ਨਾ, ਉਹ ਚੀਜ਼ਾਂ ਬਹੁਤ ਮਹਿੰਗੀਆਂ ਨੇ, ਬਹੁਤ ਸਫਰਿੰਗ ਦੇਖਣੀ ਪੈਂਦੀ ਹੈ ਬੱਚੇ ਨੂੰ। ਸੋ ਇਸ ਕਰਕੇ ਥੈਲੇਸੀਮੀਆ ਦਾ ਇੱਕ ਬਲੱਡ ਟੈਸਟ ਹੁੰਦਾ ਹੈ ਸਿੰਪਲ, ਜਿਹੜਾ ਗਾਇਨੇਕੋਲੋਜਿਸਟ ਕਰਦੇ ਹਨ। HPLC ਇੱਕ ਟੈਸਟ ਹੁੰਦਾ ਹੈਗਾ, ਉਹ ਆਪਣੇ ਗਾਇਨੇਕੋਲੋਜਿਸਟ ਨਾਲ ਜ਼ਰੂਰ ਕਰਾਓ, ਦੋਨੋਂ ਮਾਂ-ਬਾਪ ਦਾ ਕਰਾਓ। ਅਗਰ ਦੋਨਾਂ ਵਿੱਚ ਕੋਈ ਪ੍ਰੋਬਲਮ ਮਾਈਨਰ ਦਿਖਦੀ ਹੈਗੀ ਹੈ, ਫਿਰ ਅਸੀਂ ਜਿਹੜਾ ਬੱਚਾ ਪਲ ਰਿਹਾ ਪੇਟ ਵਿੱਚ ਉਸਦਾ ਟੈਸਟ ਕਰਕੇ ਦੇਖ ਸਕਦੇ ਹਾਂ ਕਿ ਇਹ ਬੱਚਾ ਠੀਕ ਹੈ ਕਿ ਨਹੀਂ। ਮਤਲਬ ਬੱਚੇ ਦਾ ਮਾਂ ਦੇ ਪੇਟ 'ਚ ਵੀ ਥੈਲੇਸੀਮੀਆ ਦਾ ਪਤਾ ਲੱਗ ਜਾਂਦਾ। ਬਿਲਕੁਲ ਲੱਗ ਸਕਦਾ ਹੈ ਕਿ ਇਸ ਬੱਚੇ ਨੂੰ ਥੈਲੇਸੀਮੀਆ ਤੇ ਨਹੀਂ ਹੈਗਾ। ਹਾਂਜੀ, ਜਿਵੇਂ ਹੁਣ ਤੁਸੀਂ ਇਸ profession 'ਚ ਤੁਹਾਡੇ ਕੋਲ ਰੋਜ਼ ਕਿੰਨੀਆਂ ਮਾਵਾਂ ਆਉਂਦੀਆਂ ਹੋਣਗੀਆਂ ਹਨਾ, ਤੁਸੀਂ ਆਪਾਂ ਬਹੁਤ ਸਾਰੀਆਂ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਕਿ ਜਿਹੜੀਆਂ ਮੇਜਰ ਪ੍ਰੋਬਲਮਸ ਹੁੰਦੀਆਂ ਨੇ ਹਨਾ, ਪਰ ਤੁਸੀਂ ਜਦੋਂ ਐਗਜ਼ਾਮਿਨ ਕਰਦੇ ਹੋ ਇੱਕ ਫਿਊਟਸ ਮਤਲਬ ਇੱਕ ਭਰੂਣ ਨੂੰ ਦੇਖਦੇ ਹੋ ਤਾਂ ਜ਼ਿਆਦਾਤਰ ਦਿੱਕਤਾਂ ਕੀ ਤੁਸੀਂ ਫੇਸ ਕਰ ਰਹੇ ਹੋ ਅੱਜ ਕੱਲ੍ਹ, ਕਿ ਆਹ ਚੀਜ਼ ਅਸੀਂ ਜ਼ਿਆਦਾ ਦੇਖ ਰਹੇ ਹਾਂ? ਜਿਵੇਂ ਨਾਰਮਲ ਨਾ, ਮੈਂ ਇੱਕ ਵਾਰੀ ਬੱਚਿਆਂ ਦੇ ਡਾਕਟਰ ਨੂੰ ਮਿਲੀ ਤਾਂ ਉਹ ਕਹਿੰਦੇ ਅੱਜ ਕੱਲ੍ਹ ਔਟਿਜ਼ਮ ਦਾ ਨਿਆਣਿਆਂ 'ਚ ਬਹੁਤ ਜ਼ਿਆਦਾ ਹੈ, ਕਿ ਹਰ ਪੇਰੈਂਟਸ ਡਰਦੇ ਆ ਕਿ ਸਾਡਾ ਬੱਚਾ ਨਾਰਮਲ ਹੋਵੇ, ਕਿਉਂਕਿ ਬਹੁਤ ਸਾਰੇ ਔਟਿਸਟਿਕ ਬੱਚੇ ਨੇ ਜਿਹੜੇ ਪੈਦਾ ਹੁੰਦੇ ਆ। ਤੇ ਤੁਸੀਂ ਭਰੂਣ 'ਚ ਜ਼ਿਆਦਾ ਦਿੱਕਤਾਂ ਕੀ ਦੇਖਦੇ ਹੋ? ਔਟਿਜ਼ਮ ਤੇ ਚਲੋ, ਔਟਿਜ਼ਮ ਐਸੀ ਚੀਜ਼ ਹੈ ਜਿਹੜੀ ਤੁਸੀਂ ਅਲਟਰਾਸਾਊਂਡ ਵਿੱਚ ਨਹੀਂ ਪਕੜ ਸਕਦੇ ਅਨਲੈਸ ਐਂਡ ਅੰਟਿਲ ਕੋਈ ਹੋਰ ਐਬਨੋਰਮੈਲਿਟੀ ਹੋਏ ਜਿਸ ਨਾਲ ਔਟਿਜ਼ਮ ਹੋ ਸਕਦੀ ਹੈਗੀ। ਬਟ ਅਸੀਂ ਆਮ ਤੌਰ ਤੇ ਅਗਰ ਮੈਂ ਸਟਰਕਚਰਲ ਡਿਫੈਕਟਸ ਦੀ ਗੱਲ ਕਰਾਂ ਤੇ ਮੋਸਟ ਕਾਮਨ ਤੇ ਹਾਰਟ ਦੇ ਡਿਫੈਕਟਸ ਹਨ ਬੱਚੇ ਦੇ। ਠੀਕ ਹੈ, ਦੂਸਰੀ ਜਿਹੜੀ ਮੋਸਟ ਕਾਮਨ ਚੀਜ਼ ਹੈਗੀ ਹੈ ਉਹ ਹੈ ਡਾਊਨ ਸਿੰਡਰੋਮ। ਇਹ ਵਾਲੇ ਬੱਚੇ ਹੈ, ਇਸ ਦਾ ਕੋਈ ਟਾਈਮ ਦੇ ਨਾਲ ਲੈਣਾ ਦੇਣਾ ਨਹੀਂ ਹੈ ਕਿ ਪਹਿਲੇ ਨਹੀਂ ਹੁੰਦੀ ਸੀਗੀ ਹੁਣ ਹੁੰਦੀ ਹੈ, ਐਸੀ ਕੋਈ ਗੱਲ ਨਹੀਂ ਹੈ। ਪਹਿਲੇ ਵੀ ਹੁੰਦੀ ਸੀਗੀ, ਹੁਣ ਪਕੜ ਵਿੱਚ ਜ਼ਿਆਦਾ ਆਉਂਦੀ ਹੈ। ਹਾਂਜੀ, ਇਹ ਚੀਜ਼ ਹੈਗੀ ਹੈ। ਬਾਕੀ ਤੀਸਰੀ ਚੀਜ਼ ਇਹ ਹੈਗੀ ਹੈ ਕਿ ਅਲਟਰਾਸਾਊਂਡ ਮਸ਼ੀਨਸ ਇੰਨੀ ਐਡਵਾਂਸਡ ਹੋ ਗਈਆਂ ਅੱਜ ਕੱਲ੍ਹ ਕਿ ਕਈ ਵਾਰੀ ਨਾ ਸਾਨੂੰ ਥੋੜੀ ਬਹੁਤੀ ਚੀਜ਼ਾਂ ਵੀ ਇੱਧਰ ਉੱਧਰ ਮਾੜੀ ਮੋਟੀ ਉਨੀ ਵੀ ਲੱਭ ਜਾਂਦੀਆਂ ਨੇ ਇੱਧਰ ਉੱਧਰ, ਔਰ ਅਗਰ ਅਸੀਂ ਉਹ ਚੀਜ਼ ਕਈ ਵਾਰੀ ਪੇਸ਼ੈਂਟ ਰਿਪੋਰਟ ਵਿੱਚ ਲਿਖ ਦਈਏ ਤੇ ਪੇਸ਼ੈਂਟ ਬਹੁਤ ਪਰੇਸ਼ਾਨ ਹੋ ਜਾਂਦਾ ਹੈ। ਤੇ ਉਸ ਵਿੱਚ ਵੀ ਫੀਟਲ ਮੈਡੀਸਿਨ ਦਾ ਰੋਲ ਆ ਜਾਂਦਾ ਹੈ, ਦੇਖਣਾ ਕਿ ਅਗਰ ਬਾਕੀ ਸਭ ਠੀਕ ਹੈ, ਥੋੜਾ ਉਨੀ ਵੀ ਇੱਧਰ ਉੱਧਰ ਹੋਈ ਹੈ ਤੇ ਇਸ ਵਿੱਚ ਘਬਰਾਉਣ ਵਾਲੀ ਗੱਲ ਨਹੀਂ ਹੈ। ਕਿਉਂਕਿ ਜਦ ਪੇਸ਼ੈਂਟ ਨੂੰ ਟੈਨਸ਼ਨ ਹੁੰਦੀ ਹੈ, ਵਿਚਾਰੀ ਨਾ ਰੋਟੀ ਖਾ ਪਾਉਂਦੇ ਹਨ, ਨਾ ਸੋ ਪਾਉਂਦੇ ਹਨ, ਫਜ਼ੂਲ ਵਿੱਚ ਰੋਂਦੇ ਰਹਿੰਦੇ ਹਨ ਕਿਉਂਕਿ ਇੰਨੀ ਪਰੇਸ਼ਾਨੀ ਹੋ ਜਾਂਦੀ ਹੈ। ਠੀਕ ਹੈ, ਸੋ ਬਟ ਆਮ ਤੌਰ ਤੇ ਥੀਸ ਆਰ ਦ ਮੋਸਟ ਕਾਮਨ ਪ੍ਰੋਬਲਮਸ। ਹਾਰਟ ਡਿਫੈਕਟਸ ਹੋ ਗਏ, ਡਾਊਨ ਸਿੰਡਰੋਮ ਹੋ ਗਿਆ, ਇਹ ਕਾਮਨ ਚੀਜ਼ਾਂ ਹਨ ਜਿਹੜੀ ਮੋਸਟ ਕਾਮਨ ਹੈਗੀਆਂ। ਐਂਡ ਉਸ ਤੋਂ ਇਲਾਵਾ ਟਵਿਨਸ ਬਹੁਤ ਵੱਧ ਗਿਆ ਹੈ, ਟਵਿਨਸ ਦੀ ਜਿਹੜੀ ਸਪੈਸੀਫਿਕ ਚੀਜ਼ਾਂ ਹੈਗੀਆਂ ਉਹ ਦਿਖਦੀਆਂ। ਔਰ ਗਰੋਥ ਰਿਸਟ੍ਰਿਕਸ਼ਨ, ਛੋਟਾ ਬੱਚਾ, ਫੀਟਲ ਗਰੋਥ ਰਿਸਟ੍ਰਿਕਸ਼ਨ ਫॉर ਐਗਜ਼ਾਮਪਲ ਅਸੀਂ ਕਹਿੰਦੇ ਹਾਂ ਕਿ ਅੱਛਾ ਘੱਟ weight ਦਾ ਬੱਚਾ ਹੋਣਾ। ਠੀਕ ਹੈ ਨਾ, ਇਹ ਚੀਜ਼ ਵੀ ਅੱਜ ਕੱਲ ਦਾ ਜਿਹੜਾ ਲਾਈਫ ਸਟਾਈਲ ਹੈ ਨਾ, ਜਿਸ ਤਰ੍ਹਾਂ ਸਾਡੇ ਜਿਹੜੇ ਡਾਈਟਰੀ ਹੈਬਿਟਸ ਨੇ ਨਾ, ਖਾਣ ਪੀਣ ਦੇ ਢੰਗ ਤਰੀਕੇ ਨੇ, ਮੈਂ ਕਹਿੰਦੀ ਹਾਂ ਜਿੰਨਾ ਮੋਟੀ ਮਾਂ ਹੋਏਗੀ ਨਾ ਉਨਾ ਬੱਚਾ ਛੋਟਾ ਹੋਏਗਾ। ਇਹ ਨਾ ਤੁਸੀਂ ਸੋਚਣਾ ਕਿ ਬੱਚਾ ਵੀ ਉਨਾ ਹੀ ਕਿ ਤੰਦਰੁਸਤ। ਹਾਂ, ਕਿਉਂਕਿ ਮੋਟਾਪਾ ਬਿਮਾਰੀ ਹੈ। ਜਿਸ ਤਰ੍ਹਾਂ ਮੋਟਾਪਾ ਹਾਰਟ ਨੂੰ ਅਫੈਕਟ ਕਰਦੀ ਹੈ, ਉਸੇ ਤਰ੍ਹਾਂ ਮੋਟਾਪਾ ਓਲ ਨੂੰ ਵੀ ਅਫੈਕਟ ਕਰਦੀ ਹੈ। ਤੇ ਓਲ ਹੈਲਦੀ ਨਹੀਂ ਹੋਏਗੀ ਤੇ ਬੱਚੇ ਨੂੰ ਹੈਲਦੀ ਨਿਊਟ੍ਰੀਸ਼ਨ ਨਹੀਂ ਜਾਏਗਾ ਤੇ ਬੱਚਾ ਕਮਜ਼ੋਰ ਹੋਏਗਾ। ਜਿਹੜੇ ਕਮਜ਼ੋਰ ਬੱਚੇ ਹੁੰਦੇ ਨੇ, ਜਿਹੜੇ ਆਪਣੇ ਜਦ ਪੈਦਾ ਹੁੰਦੇ ਨੇ ਔਰ ਉਹਨਾਂ ਦਾ ਵਜ਼ਨ ਘੱਟ ਹੁੰਦਾ ਹੈ, ਇਹ ਬੱਚਿਆਂ ਨੂੰ ਲਾਈਫ ਵਿੱਚ ਅੱਗੇ ਜਾ ਕੇ ਮੋਟਾਪਾ, ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਉਹ ਸਾਰੀ ਚੀਜ਼ਾਂ ਦਾ ਰਿਸਕ ਰਹਿੰਦਾ ਹੈ। ਕਿਉਂਕਿ ਇਹਨਾਂ ਨੂੰ ਪੇਟ ਦੇ ਅੰਦਰ ਹੀ ਇੰਨਾ ਸਟ੍ਰੈਸ ਮਿਲ ਗਿਆ ਹੁੰਦਾ ਹੈ। ਸੋ ਇਸ ਕਰਕੇ ਇਹਨਾਂ ਨੂੰ ਰਿਸਕ ਰਹਿੰਦਾ ਅੱਗੇ। ਇਸ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ ਕਿ ਜਦ ਅਸੀਂ ਪ੍ਰੈਗਨੈਂਸੀ ਦੀ ਸ਼ੁਰੂਆਤ ਕਰੀਏ, ਅਸੀਂ ਖੁਦ ਆਪਣੀ ਫਿਟਨੈਸ ਅੱਛੀ ਰੱਖੀਏ। ਔਰ ਜਿਸ ਤਰ੍ਹਾਂ ਕਿ ਜਿਹੜਾ ਪਹਿਲਾਂ ਕਿਹਾ ਸੀਗਾ ਕਿ ਜਿਹੜਾ 12 ਹਫ਼ਤੇ ਵਾਲਾ ਸਕੈਨ ਹੈ, ਉਸ ਵਿੱਚ ਸਾਨੂੰ ਰਿਸਕ ਪਤਾ ਚੱਲ ਜਾਂਦਾ ਹੈ। ਅਗਰ ਛੋਟਾ ਬੱਚੇ ਹੋਣ ਦਾ ਰਿਸਕ ਹੈਗਾ ਤੇ ਅਸੀਂ ਦਵਾਈ ਸ਼ੁਰੂ ਕਰ ਸਕਦੇ ਹਾਂ ਪਹਿਲੇ, ਜੋ ਪ੍ਰੀਵੈਂਟ ਕਰੇ। ਔਰ ਬਾਕੀ ਕਈ ਵਾਰੀ ਸਾਰੀ ਚੀਜ਼ਾਂ ਆਪਣੇ ਹੱਥ ਵਿੱਚ ਨਹੀਂ ਹੁੰਦੀਆਂ, ਸਾਰੀ ਚੀਜ਼ਾਂ ਦੇ ਬਾਵਜੂਦ ਵੀ ਇਹ ਹੁੰਦਾ ਹੈ। ਔਰ ਜਾਂ ਮਦਰ ਨੂੰ ਕੋਈ ਮੈਡੀਕਲ ਕੰਡੀਸ਼ਨ ਹੈ, ਉਸ ਵਿੱਚ ਵੀ ਸਮਾਲ ਬੱਚਾ ਹੋਣ ਦਾ ਚਾਂਸ ਹੁੰਦਾ ਹੈਗਾ। ਔਰ ਫਿਰ ਉਨ ਕੇਸਿਸ ਵਿੱਚ ਮੈਂ ਪੇਸ਼ੈਂਟਸ ਨੂੰ ਇਹ ਕਹਿੰਦੀ ਹਾਂ ਕਿ ਤੁਸੀਂ ਡਿਲੀਵਰੀ ਤੋਂ ਬਾਅਦ ਆਪਣੇ ਬੱਚੇ ਨੂੰ ਸਿਰਫ ਆਪਣਾ ਦੁੱਧ ਪਿਲਾਣਾ ਹੈਗਾ। ਆਪਣਾ ਦੁੱਧ ਪੂਰੇ 2 ਸਾਲ ਲਈ ਪਿਲਾਣਾ ਹੈਗਾ। ਉੱਪਰਲੀ ਫੀਡ ਨਹੀਂ ਦੇਣੀ ਹੈਗੀ ਆ। ਠੀਕ ਹੈ, ਕਿਉਂਕਿ ਆਪਣਾ ਦੁੱਧ ਜਿਹੜੀ ਬ੍ਰੈਸਟ ਫੀਡ ਹੈ ਉਹ ਬਹੁਤ ਸਾਰੀ ਚੀਜ਼ਾਂ ਰਿਵਰਸ ਕਰ ਦਿੰਦੀ ਹੈ। ਤੋ ਦੈਟ ਇਜ਼ ਵੈਰੀ ਇੰਪੋਰਟੈਂਟ। ਇੱਕ ਚੀਜ਼ ਮੈਂ ਤੁਹਾਡੇ ਥਰੂ ਕਹਾਣੀ ਚਾਹੂੰਗੀ ਸਾਰਿਆਂ ਨੂੰ। ਮੈਂ ਬਹੁਤ ਸਾਰੀਆਂ ਪ੍ਰੈਗਨੈਂਟ ਕੁੜੀਆਂ ਨੂੰ ਮਿਲਦੀ ਹਾਂ ਜਿਹੜੀਆਂ ਕਿ ਕਹਿੰਦੀਆਂ ਨੇ ਕਿ ਡਾਕਟਰ ਨੇ ਜਿਹੜੀ ਮੈਡੀਸਨ ਦਿੱਤੀ, ਮੈਡੀਸਨ ਤਾਂ ਹੁੰਦੀ ਨਹੀਂ, ਹੁੰਦੀ ਤਾਂ ਸਾਡੇ ਲਈ ਵਿਟਾਮਿਨ ਤੇ ਫੋਲਿਕ ਐਸਿਡ, ਜਿਵੇਂ ਤੁਸੀਂ ਕਿਹਾ ਵੀ ਆਇਰਨ ਟੈਬਲੇਟਸ ਹੋ ਸਕਦੀਆਂ ਨੇ,
ਉਹ ਹਮੇਸ਼ਾ ਉਹਨਾਂ ਦੀ ਬੈੱਡ ਦੀ ਸਾਈਡ ਤੇ ਪਈਆਂ ਰਹਿਣਗੀਆਂ, ਉਹ ਕਦੇ ਨਹੀਂ ਖਾਂਦੀਆਂ। ਔਰ ਬਹੁਤ ਵਾਰੀ ਅਸੀਂ ਹਫਤਾ ਉਹ ਡੋਜ਼ ਮਿਸ ਕਰਦੇ ਹਾਂ, ਹਨਾ। ਜਾਂ ਮਾਂ ਕਈ ਵਾਰੀ ਬਹੁਤ ਜ਼ਿਆਦਾ ਟੈਨਸ਼ਨ 'ਚ ਹੁੰਦੀ ਹੈ, ਪੂਰਾ ਪਰਿਵਾਰ ਉਹਦੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਹੁੰਦਾ। ਮੈਂ ਚਾਹੁੰਦੀ ਹਾਂ ਕਿ ਤੁਸੀਂ ਦੱਸੋ ਕਿ ਇਹ ਚੀਜ਼ ਕਿੰਨੀਆਂ ਕੁ ਜ਼ਿਆਦਾ ਕੰਪਲਿਕੇਸ਼ਨਸ ਪੈਦਾ ਕਰ ਸਕਦੀ ਹੈ ਸਾਡੇ ਲਈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਨਹੀਂ, ਅਸੀਂ ਤਾਂ ਜੀ ਦੁੱਧ ਪੀ ਰਹੇ ਹਾਂ, ਅਸੀਂ ਤਾਂ ਲੱਸੀ ਪੀ ਰਹੇ ਹਾਂ, ਅਸੀਂ ਤਾਂ ਦਹੀਂ ਖਾ ਰਹੇ ਹਾਂ, ਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਸ ਕਰ ਦਿੰਦੇ ਹਾਂ। ਜਾਂ ਸਾਡੇ ਬਜ਼ੁਰਗ ਕਹਿਣ ਲੱਗ ਜਾਂਦੇ, ਨਹੀਂ ਇਹਨਾਂ ਚੀਜ਼ਾਂ ਦਾ ਕੀ ਫਾਇਦਾ, ਇਹ ਤਾਂ ਵੈਸੇ ਹੀ ਡਾਕਟਰ ਲਿਖ ਦਿੰਦੇ ਆ, ਹਨਾ। ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਚੀਜ਼ਾਂ ਬਾਰੇ, ਕਿ ਇਹ ਕਿੰਨੀਆਂ ਕੁ ਜ਼ਰੂਰੀ ਨੇ ਸਾਡੇ ਲਈ? ਦੇਖੋ, ਇਸ ਵਿੱਚ ਨਾ ਹਰੇਕ ਦੀ ਅਲੱਗ-ਅਲੱਗ ਰਾਏ ਹੈਗੀ ਆ। ਅਗਰ ਮੈਂ ਗੱਲ ਕਰਾਂ ਫੋਰਨ ਕੰਟਰੀਜ਼ ਵਿੱਚ ਕੋਈ ਆਮ ਤੌਰ ਤੇ ਮਲਟੀਵਿਟਾਮਿਨਸ ਨਹੀਂ ਦਿੰਦਾ, ਅੱਛਾ ਜੀ। ਕਿਉਂਕਿ ਉਹਨਾਂ ਦੀ ਆਪਣੀ ਖੁਰਾਕ ਜਿਹੜੀ ਹੈਗੀ ਹੈ, ਕੁਆਲਿਟੀ ਆਫ ਫੂਡ ਚੰਗੀ ਹੈਗੀ ਹੈ, ਠੀਕ ਹੈ ਨਾ। ਤਾਂ ਸਭ ਤੋਂ ਪਹਿਲੇ ਤੇ ਇਹ ਚੀਜ਼ ਹੈਗੀ ਕਿ ਆਪਣੀ ਖੁਰਾਕ, ਤੁਹਾਡਾ ਜਿਹੜਾ ਡਾਕਟਰ ਹੈ ਤੁਹਾਨੂੰ ਇੱਕ ਡਾਈਟ ਚਾਰਟ ਦੇਗਾ, ਤੁਸੀਂ ਉਸ ਡਾਈਟ ਚਾਰਟ ਨੂੰ ਫੋਲੋ ਕਰੋ। ਪ੍ਰੈਗਨੈਂਸੀ ਵਿੱਚ ਮਿੱਠਾ ਜ਼ਿਆਦਾ ਨਹੀਂ ਖਾਣਾ ਹੈਗਾ, ਤਲੀ ਹੋਈ ਚੀਜ਼ਾਂ ਜ਼ਿਆਦਾ ਨਹੀਂ ਖਾਣੀ ਹੈਗੀਆਂ, ਘਿਓ ਨਾਲ ਕੋਈ ਬੱਚੇ ਦਾ ਵਜ਼ਨ ਨਹੀਂ ਵੱਧਦਾ ਹੈਗਾ, ਪ੍ਰੋਟੀਨ ਜ਼ਿਆਦਾ ਹੋਣੀ ਚਾਹੀਦੀਆਂ, ਫਰੂਟਸ ਜ਼ਿਆਦਾ ਖਾਓ, ਸੈਲਡ ਜ਼ਿਆਦਾ ਖਾਓ, ਸਾਫ਼ ਸੁਥਰੀ ਕੁਕਡ ਚੀਜ਼ ਖਾਓ, ਬਾਜ਼ਾਰ ਦੀ ਚੀਜ਼ਾਂ ਨਾ ਖਾਓ। ਕੈਲਸ਼ੀਅਮ ਜ਼ਰੂਰੀ ਹੈ ਬਹੁਤ ਪ੍ਰੈਗਨੈਂਸੀ ਵਿੱਚ। ਅਗਰ ਹੀਮੋਗਲੋबिन ਘੱਟ ਹੈਗਾ ਤੇ ਆਇਰਨ ਬਹੁਤ ਜ਼ਰੂਰੀ ਹੈ ਖਾਣਾ। ਔਰ ਇਹ ਆਇਰਨ ਔਰ ਕੈਲਸ਼ੀਅਮ ਸਿਰਫ ਪ੍ਰੈਗਨੈਂਸੀ ਵਿੱਚ ਹੀ ਨਹੀਂ, ਡਿਲੀਵਰੀ ਤੋਂ ਬਾਅਦ ਵੀ ਜ਼ਰੂਰੀ ਹੈ ਖਾਣਾ, ਕਿਉਂਕਿ ਬੱਚੇ ਨੂੰ ਤੁਸੀਂ ਬ੍ਰੈਸਟ ਫੀਡ ਕਰ ਰਹੇ ਹੋ, ਉਹ ਬ੍ਰੈਸਟ ਫੀਡ ਵਿੱਚ ਜਾ ਰਿਹਾ ਸਾਰਾ, ਠੀਕ ਹੈ ਨਾ। ਤੇ ਉਸ ਟਾਈਮ ਵੀ ਖਾਣਾ ਜ਼ਰੂਰੀ ਹੈ। ਔਰ ਫੋਲਿਕ ਐਸਿਡ ਦੀ ਗੱਲ ਤੇ ਅਸੀਂ ਪਹਿਲੇ ਕੀਤੀ ਹੀ ਹੈਗੀ ਹੈ। ਬਟ ਸਪਲੀਮੈਂਟਸ ਇਹ ਖਾਣੇ ਹੈਗੇ, ਲੇਕਿਨ ਡਾਈਟ ਨੂੰ ਵੀ ਇਕੁਅਲ ਇੰਪੋਰਟੈਂਸ ਦੇਣੀ ਹੈ। ਬਿਲਕੁਲ। ਡਾਈਟ ਐਂਡ ਪਲੱਸ ਸਮ ਫਾਰਮ ਆਫ ਐਕਸਰਸਾइज। ਆਮ ਤੌਰ ਤੇ ਪ੍ਰੈਗਨੈਂਟ ਲੇਡੀ ਕਈ ਵਾਰੀ ਬੈਡ ਰੈਸਟ ਤੇ ਜਾਂ ਬਹੁਤ ਧੀਮੇ ਧੀਮੇ ਚੱਲਣਗੀਆਂ, ਉਹਨਾਂ ਨੂੰ ਲੱਗਦਾ ਹੈ ਕਿ ਥੋੜਾ ਜਿਹਾ ਅਸੀਂ ਇਧਰ ਉਧਰ ਹੋ ਜਾਏਗਾ ਤੇ ਕੁਝ ਬੱਚੇ ਨੂੰ ਹੋ ਜਾਏਗਾ। ਨਹੀਂ, ਆਪਣਾ ਨਾਰਮਲ ਐਕਟੀਵਿਟੀ ਮੇਨਟੇਨ ਕਰੋ। ਔਰ ਥੋੜੀ ਬਹੁਤੀ ਵਾਕ ਕਰਨਾ ਬਹੁਤ ਜ਼ਰੂਰੀ ਹੈ ਹਰ ਚੀਜ਼ ਲਈ, ਪ੍ਰੈਗਨੈਂਸੀ ਵਿੱਚ ਹੈਲਥ ਲਈ, ਨਾਰਮਲ ਲੇਬਰ ਲਈ, ਨਾਰਮਲ ਡਿਲੀਵਰੀ ਲਈ, ਉਸ ਚੀਜ਼ ਵੀ ਲਈ। ਬਾਕੀ ਇਹ ਚੀਜ਼ ਬਹੁਤ ਜ਼ਰੂਰੀ ਹੈ ਪੂਰੇ ਪਰਿਵਾਰ ਨੂੰ ਸਮਝਣਾ ਕਿ ਪ੍ਰੈਗਨੈਂਸੀ ਇੱਕ ਜਰਨੀ ਹੈਗੀ ਹੈ, ਜਿਸ ਵਿੱਚ ਸਭ ਤੋਂ ਜ਼ਿਆਦਾ ਸਪੋਰਟ ਚਾਹੀਦੀ ਹੈ ਉਸ ਮਦਰ ਨੂੰ ਜਿਹੜੀ ਪ੍ਰੈਗਨੈਂਸੀ। ਔਰ ਇਹ ਚੀਜ਼ ਸਮਝਣਾ, ਔਰ ਸਭ ਤੋਂ ਜ਼ਿਆਦਾ ਸਪੋਰਟ ਅਗਰ ਮੈਂ ਕਹਾਂਗੀ ਉਸਨੂੰ ਕਿਸ ਤੋਂ ਚਾਹੀਏ, ਆਪਣੇ ਹਸਬੈਂਡ ਜਾਂ ਆਪਣੇ ਪਾਰਟਨਰ ਤੋਂ। ਮਾਂ ਜ਼ਰੂਰੀ ਹੈ, ਸੱਸ ਜ਼ਰੂਰੀ ਹੈ, ਫੈਮਿਲੀ ਜ਼ਰੂਰੀ ਹੈ, ਲੇਕਿਨ ਜੋ ਸਪੋਰਟ ਉਸਨੂੰ ਆਪਣੇ ਪਾਰਟਨਰ ਤੋਂ ਮਿਲੇਗੀ ਉਸਦੀ ਬਹੁਤ ਜ਼ਿਆਦਾ ਵੈਲਿਊ ਹੈ। ਖਾਸ ਕਰ ਜਦ ਪ੍ਰੈਗਨੈਂਸੀ ਦੀ ਸ਼ੁਰੂਆਤ ਹੁੰਦੀ ਹੈ, ਉਸ ਟਾਈਮ ਤੇ ਇੱਕ ਔਰਤ ਨੂੰ ਮੂਡ ਸਵਿੰਗਸ ਬਹੁਤ ਹੋ ਸਕਦੇ ਹਨ। ਹੋ ਸਕਦਾ ਉਸਨੂੰ ਬਹੁਤ ਸੁਸਤੀ ਹੋਏ, ਬਹੁਤ ਥਕਾਨ ਹੋਏ, ਉਸਦਾ ਕੰਮ ਕਰਨ ਦਾ ਜੀ ਨਾ ਕਰੇ, ਠੀਕ ਹੈ। ਔਰ ਹੋ ਸਕਦਾ ਉਸਨੂੰ ਨੌਜ਼ੀਆ ਔਰ ਮਨ ਖਰਾਬ ਹੋਏ, ਉਹ ਚੀਜ਼ਾਂ ਵੀ ਉਸਨੂੰ ਤੰਗ ਕਰ ਰਹੀਆਂ, ਠੀਕ ਹੈ। ਫਿਰ ਅੱਗੇ ਅੱਗੇ ਜਿਸ ਤਰ੍ਹਾਂ ਪ੍ਰੈਗਨੈਂਸੀ ਵਧੇਗੀ, ਕਿਸੇ ਨੂੰ ਬੈਕ ਏਕ ਜ਼ਿਆਦਾ ਹੋ ਸਕਦੀ ਹੈ, ਠੀਕ ਹੈ, ਕਿਸੇ ਨੂੰ ਚੱਲਣਾ ਫਿਰਨਾ ਔਖਾ ਹੋ ਸਕਦਾ ਹੈ। ਇਹ ਨਾਰਮਲ ਪ੍ਰੈਗਨੈਂਸੀ ਵਿੱਚ ਵੀ ਹੋ ਸਕਦਾ ਹੈ। ਔਰ ਫਿਰ ਡਿਲੀਵਰੀ ਤੋਂ ਬਾਅਦ, ਠੀਕ ਹੈ ਨਾ, ਇੱਕ ਔਰਤ ਦੇ ਸਰੀਰ ਵਿੱਚ ਜਿਹੜੇ ਚੇਂਜਸ ਆਉਂਦੇ ਆ ਨਾ ਪ੍ਰੈਗਨੈਂਸੀ ਤੋਂ ਬਾਅਦ, ਉਹ ਬਹੁਤ ਸਾਰੇ ਹੁੰਦੇ ਹਨ। ਔਰ ਸਾਰੀ ਜ਼ਿੰਦਗੀ ਦਾ ਉਸਦਾ ਇਫੈਕਟ ਸਾਰੀ ਜ਼ਿੰਦਗੀ ਉਸ ਤੇ ਰਹਿੰਦਾ ਹੈ, ਠੀਕ ਹੈ ਨਾ। ਔਰ ਇਹ ਸਪੋਰਟ ਜਿਹੜੀ ਹੈਗੀ ਹੈ ਪੂਰੀ ਫੈਮਿਲੀ ਨੂੰ, ਹਸਬੈਂਡ ਨੂੰ, ਪ੍ਰੈਗਨੈਂਸੀ ਵਿੱਚ ਵੀ ਔਰ ਡਿਲੀਵਰੀ ਦੇ ਦੌਰਾਨ ਔਰ ਡਿਲੀਵਰੀ ਤੋਂ ਬਾਅਦ ਵੀ, ਕਿਉਂਕਿ ਮੈਂਟਲ ਸਪੋਰਟ ਬਹੁਤ ਜ਼ਰੂਰੀ ਹੈ। ਪ੍ਰੈਗਨੈਂਸੀ ਵਿੱਚ ਔਰ ਪ੍ਰੈਗਨੈਂਸੀ ਤੋਂ ਬਾਅਦ ਬਾਡੀ ਵਿੱਚ ਹਾਰਮੋਨਸ ਦਾ ਇੰਨਾ ਉਤਾਰ ਚੜਾਅ ਹੁੰਦਾ ਹੈਗਾ ਕਿ ਕਈ ਵਾਰੀ ਇਹ ਸਮਝਾਣਾ ਮੁਸ਼ਕਿਲ ਹੁੰਦਾ ਹੈ ਕਿ ਉਹ ਮਦਰ ਜਾਂ ਉਹ ਲੇਡੀ ਇਸ ਤਰ੍ਹਾਂ ਕਿਉਂ ਬਿਹੇਵ ਕਰ ਰਹੀ ਹੈ। ਕਈ ਚੀਜ਼ਾਂ ਉਸਦੇ ਹੱਥ ਵਿੱਚ ਹੁੰਦੀ ਹੀ ਨਹੀਂ ਹੈ। ਬਿਲਕੁਲ। ਸੋ ਇਹ ਚੀਜ਼ ਜ਼ਰੂਰ ਕਹਿਣਾ ਚਾਹਾਂਗੀ ਕਿ ਆਪਣੀ ਪ੍ਰੈਗਨੈਂਟ ਵਾਈਫਸ ਨੂੰ ਬਹੁਤ ਅੱਛੇ ਤਰੀਕੇ ਨਾਲ ਸਪੋਰਟ ਕਰੋ, ਹਰ ਲਿਹਾਜ਼ ਨਾਲ ਸਪੋਰਟ ਕਰੋ, ਸਿਰਫ ਖਾਣਾ ਹੀ ਨਹੀਂ ਬਟ ਇਮੋਸ਼ਨਲੀ ਵੀ ਸਪੋਰਟ ਕਰੋ, ਔਰ ਬਾਅਦ ਵਿੱਚ ਵੀ ਸਪੋਰਟ ਕਰੋ, ਔਰ ਬੱਚੇ ਪਾਲਣ ਵਿੱਚ ਪੂਰਾ ਹੱਥ ਵਟਾਓ, ਬਹੁਤ ਜ਼ਰੂਰੀ ਹੈ, ਪੂਰਾ ਹੱਥ ਵਟਾਓ, ਬਿਕੋਜ਼ ਇਹ ਚੀਜ਼ ਤੁਹਾਡੇ ਬੱਚੇ ਵੀ ਦੇਖਣਗੇ ਔਰ ਉਹ ਹੀ ਇਹ ਚੀਜ਼ ਅੱਗੇ ਵੀ ਫਿਰ ਲੈ ਕੇ ਜਾਣਗੇ। ਨਹੀਂ ਬਹੁਤ ਬਹੁਤ ਸ਼ੁਕਰੀਆ, ਮੈਨੂੰ ਬੜਾ ਚੰਗਾ ਲੱਗਿਆ ਹਨਾ, ਕਿਉਂਕਿ ਮੇਰੇ ਲਈ ਨਵਾਂ ਇੱਕ ਟੌਪਿਕ ਸੀਗਾ ਤੇ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਇਹਦੇ 'ਚ ਜਾਣੀਆਂ। ਤੇ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਕੁੜੀਆਂ ਨਾ ਜਦੋਂ ਕਿਸੇ ਦੇ ਸੁਣਦੇ ਨਾ ਜੁੜਵਾ ਬੱਚੇ ਪੈਦਾ ਹੋ ਰਹੇ ਨੇ, ਸਾਨੂੰ ਬੜਾ ਚਾਅ ਹੋ ਜਾਂਦਾ ਕਿ ਅੱਛੇ ਤੇ ਇੱਕੋ ਵਾਰ ਫ੍ਰੀ ਹੋ ਗਏ। ਪਰ ਅੱਜ ਤੁਹਾਡੇ ਤੋਂ ਜਾਣਿਆ ਕਿ ਉਹ ਸਗੋਂ ਕਿੰਨੀ ਸਟ੍ਰੈਸ ਵਾਲੀ ਚੀਜ਼ ਹੁੰਦੀ ਆ ਕਈ ਵਾਰੀ, ਹਨਾ। ਤੇ ਬਹੁਤ ਚੰਗਾ ਲੱਗਿਆ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਗੱਲਬਾਤ ਕਰਨ ਲਈ ਮੈਨੂੰ ਵੀ ਬਹੁਤ ਚੰਗਾ ਲੱਗਿਆ। ਬਹੁਤ ਬਹੁਤ ਸ਼ੁਕਰੀਆ।